ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਨਹੀਂ ਭਰਿਆ ਮੈਂ ਫਿਰਾਂ, ਲੋਕ ਕਹਿ ਦਰਵੇਸ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ। ਗੁਰੂ ਰੂਪ ਖਾਲਸਾ ਜੀ, ਫਤਿਹ ਪ੍ਰਵਾਨ ਕਰਨੀ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਵੀਰ ਸਿੰਘ ਜੀ ਦਾ ਲੈਕਚਰ ਆਪਾਂ ਸੁਣਿਆ, ਸਰਵਣ ਕੀਤਾ, ਸਾਰਿਆਂ ਨਿਹਾਲ ਹੋਏ। ਅਤੇ ਵੈਸੇ ਜਦੋਂ ਦਰਗਾਹ ਦੀ ਗੱਲ ਹੋ ਜਾਵੇ, ਫਿਰ ਮਾਤ ਲੋਕ ਦੀ ਗੱਲ ਕਰਨ ਦੀ ਕੀ ਮਤਲਬ ਰਹਿ ਜਾਂਦਾ ਹੈ ਕਿ ਨਹੀਂ। ਫਿਰ ਜਿੱਦਾਂ ਆਪਾਂ ਪਿਛਲੀ ਵਾਰੀ ਵੀ ਗੱਲ ਇਹੀ ਕੀਤੀ ਸੀਗੀ ਕਿ ਇਹ ਸਭ ਝੂਠ ਆ, ਝੂਠ ਅਸਲ ਵਿੱਚ ਨਜ਼ਰ ਆਉਣ ਲੱਗ ਪੈਂਦਾ। ਇੱਕ ਤਾਂ ਭਾਈ ਮਨਵੀਰ ਸਿੰਘ ਨੇ ਸਾਨੂੰ ਪੰਜਾਂ ਸਿੰਘਾਂ ਦੇ ਦਰਸ਼ਨ ਕਰਾ ਦਿੱਤੇ ਐਨੀਮੇਸ਼ਨ ਦੇ ਰੂਪ ਵਿੱਚ। ਹਾਂਜੀ, ਅਤੇ ਭਾਵੇਂ ਕਿਸੇ ਵੀ ਰੂਪ ਵਿੱਚ ਹੋਣ, ਸਾਨੂੰ ਦਰਸ਼ਨ ਤਾਂ ਹੋਏ ਨਾ। ਸੁਪਨ ਦਰਸ਼ਨ ਹੁੰਦਾ, ਪ੍ਰਤੱਖ ਦਰਸ਼ਨ ਹੁੰਦਾ। ਹਾਂਜੀ, ਅਤੇ ਆਪਾਂ ਨੂੰ ਅੱਜ ਐਨੀਮੇਸ਼ਨ ਦਰਸ਼ਨ ਵੀ ਹੋ ਗਏ। ਸੋ ਦੈਟਸ ਹਾਊ ਇਨ ਫੈਕਟ ਮਹਾਰਾਜ ਨੇ ਕਿਵੇਂ ਸਾਡੇ ਤੱਕ ਗੱਲ ਪਹੁੰਚਾਉਣੀ ਆ, ਇਹ ਸਾਨੂੰ ਨਹੀਂ ਪਤਾ। ਜਿਵੇਂ ਮਹਾਰਾਜ ਸਾਰੀ ਇਕੱਲੀ ਇਕੱਲੀ ਰਗ ਵਿੱਚ ਰਮੇ ਹੋਏ ਆ। ਐਜ਼ ਗੁਰੂ ਸਾਹਿਬ ਸੱਚੇ ਪਾਤਸ਼ਾਹ ਐਗਜ਼ਿਸਟ ਇਨ ਐਵਰੀ ਐਂਟਿਟੀ, ਐਵਰੀ ਬਿਟ ਆਫ ਬੀਇੰਗ। ਅਕਾਲ ਪੁਰਖ ਉੱਦਾਂ ਹੀ ਆਪਣੇ ਮਹਾਵਾਕ ਸਾਨੂੰ ਦੇ ਰਹੇ ਆ। ਇੱਦਾਂ ਹੀ ਮੈਂ ਇੱਕ ਥੋੜ੍ਹੀ ਜਿਹੀ ਉਦਾਹਰਨ ਦੇਵਾਂ ਕਿ ਕਿਵੇਂ ਸਾਨੂੰ ਲੱਗਦਾ ਆ ਕਿ ਸਾਨੂੰ ਸਿਰਫ ਇੱਥੋਂ ਹੀ ਉਪਦੇਸ਼ ਮਿਲਣਾ, ਪਰ ਕਿਤੋਂ ਵੀ ਮਿਲ ਸਕਦਾ। ਗੁਰੂ ਬੋਲਦਾ, ਕਈ ਵਾਰੀ ਜਿਹੜਾ ਬੋਲਦਾ ਉਹਨੂੰ ਵੀ ਨਹੀਂ ਪਤਾ ਕਿ ਗੁਰੂ ਵਿੱਚ ਮੇਰੇ ਵਿੱਚੋਂ ਬੋਲਦਾ। ਇਹ ਵੀ ਹਕੀਕਤ ਆ। ਇੱਕ ਸੂਫੀ ਸੰਤ ਸੀ, ਉਹਨੇ ਕੀ ਕੀਤਾ, ਉਹਨੇ ਜਾ ਕੇ ਵੱਖਰੇ ਵੱਖਰੇ ਥਾਵਾਂ 'ਤੇ ਜਾ ਕੇ ਉਹਨੇ ਕੋਸ਼ਿਸ਼ ਕੀਤੀ ਕਿ ਮੈਨੂੰ ਤੁਸੀਂ ਉਪਦੇਸ਼ ਦਿਓ, ਕਿ ਮੈਨੂੰ ਰੱਬ ਨੂੰ ਮਿਲਣ ਦੀ ਕੋਈ ਸਿੱਖਿਆ ਦੇਵੋ। ਐਂਡ ਜਦੋਂ ਕਿਸੇ ਸਾਧੂਆਂ ਕੋਲ ਗਏ, ਕਿਸੇ ਸੰਤਾਂ ਕੋਲ, ਕਿਸੇ ਯੋਗੀਆਂ ਕੋਲ ਗਏ, ਜਾਂਦਾ ਜਾਂਦਾ ਇੱਥੋਂ ਵੀ ਨਹੀਂ ਮਿਲਿਆ, ਉੱਥੋਂ ਵੀ ਨਹੀਂ ਮਿਲਿਆ, ਉੱਥੋਂ ਚਲੋ ਵਿੱਚੋਂ ਕਿਤੇ ਸਿਆਣਾ ਮਿਲ ਪਿਆ। ਉਹ ਕਹਿੰਦਾ ਤੂੰ ਕਿਸੇ ਰੱਬ ਦਾ ਉਪਦੇਸ਼ ਲੈਣ ਲੱਭਾ ਨਾ, ਉਹ ਰਾਜਿਆਂ ਦੇ ਮਹਿਲ ਵਿੱਚ ਜਾ। ਜਿਹੜੇ ਰਾਜੇ ਦੇ ਨੱਚਣ ਵਾਲੀਆਂ ਇਸਤਰੀਆਂ ਨਾ, ਉਹ ਇਸਤਰੀਆਂ ਨੂੰ ਜਾ ਕੇ ਪੁੱਛ ਕਿ ਰੱਬ ਦਾ ਉਪਦੇਸ਼ ਮੈਨੂੰ ਦੇ। ਸੋ ਬੇਸਿਕਲੀ ਇੰਗਲਿਸ਼ ਵਿੱਚ ਮੈਂ ਉਹ ਲੱਥਾ ਕਰ ਦੇਵਾਂ, is there was a Sufi saint who wanted to know something about, I'm trying to explain how Akal Purkh speaks to us through every existence of this world, and we don't even realize it sometimes. And the person that's speaking it, sometimes they don't even recognize that God is speaking through them. ਕਹਿੰਦਾ ਮਤਲਬ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ, ਗੁਰੂ works through you as well. ਚਲੋ ਮੈਂ ਇੱਕ ਸੂਫੀ ਦੀ ਉਦਾਹਰਨ ਦੇ ਰਿਹਾ, just bear with me. ਹਾਂਜੀ, don't kick me out of the panth yet. The Sufi saint, ਸੂਫੀ ਗਿਆ, ਉਹਨੇ ਕਿਹਾ ਠੀਕ ਹੈ, ਮੈਨੂੰ ਹੁਕਮ ਹੋਇਆ ਮੈਂ ਰਾਜੇ ਦੀ ਜਿਹੜੀਆਂ ਇਸਤਰੀਆਂ ਨੱਚਣ ਵਾਲੀਆਂ ਉਹਨੂੰ ਜਾ ਕੇ ਪੁੱਛ ਲਵਾਂ। ਹੁਣ ਨਾਓ ਦਾ ਜਦੋਂ ਆਪਾਂ ਕਹਿ ਰਹੇ ਜੇ ਡਾਂਸਿੰਗ ਇਸਤਰੀਜ਼, dancing women, they do a lot more than just dancing.
ਠੀਕ ਹੈ। ਸੋ ਉਹਨਾਂ ਨੂੰ ਵੇਸ਼ਵਾ ਰੂਪ ਵੀ ਸਮਝਿਆ ਜਾਂਦਾ ਆ। They're like considered almost to be prostitutes as well. ਪਰ ਉਹ ਜਿਹੜੀਆਂ ਨੱਚਦੀਆਂ ਸੀਗੀਆਂ, ਠੀਕ ਆ, ਉਹ ਕਿਤੇ ਕ੍ਰਿਸ਼ਨ ਲੀਲਾ ਰਾਮ ਲੀਲਾ ਕਰਕੇ ਵੀ ਨੱਚਦੀਆਂ ਸੀਗੀਆਂ। ਉਹਨੂੰ ਜਾ ਕੇ ਉਹਨਾਂ ਨੇ ਪੁੱਛਿਆ ਸੂਫੀ ਨੇ ਕਿ ਤੁਹਾਡੇ ਕੋਲੋਂ ਮੈਨੂੰ ਤੁਸੀਂ ਕੋਈ ਅਕਾਲ ਪੁਰਖ ਜਾਂ ਰੱਬ ਦੀ ਰਾਮ ਦੀ ਕੋਈ ਗੱਲ ਸੁਣਾਓ ਮੈਨੂੰ। ਉਹ ਕਹਿੰਦੇ ਸਾਨੂੰ ਨਹੀਂ ਕੋਈ ਰੱਬ ਰੂਪ ਬਾਰੇ ਪਤਾ, ਅਸੀਂ ਤਾਂ ਸਿਰਫ ਕ੍ਰਿਸ਼ਨ ਨੂੰ ਜਾਣਦੀਆਂ, ਕ੍ਰਿਸ਼ਨ ਨੂੰ ਹੀ ਗਾਉਂਦੀਆਂ ਅਤੇ ਕ੍ਰਿਸ਼ਨ ਅੱਗੇ ਹੀ ਨੱਚਦੀਆਂ। ਉਹਨੇ ਇਹ ਗੱਲ ਸੁਣੀ। ਗੱਲ ਵੇਖੋ, ਉਹਦਾ ਲੋਹਾ ਗਰਮ ਸੀ। ਵੇਸ਼ਵਾ ਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਹੜੀ ਗੱਲ ਕਹਿ ਦਿੱਤੀ। ਉਹਨੇ ਇਹ ਗੱਲ ਸੁਣੀ ਕਿ ਰੱਬ ਤੋਂ ਇਲਾਵਾ ਮੇਰਾ ਹੈ ਹੀ ਨਹੀਂ ਕੋਈ। ਜੇ ਇਹ ਨੱਚਣ ਵਾਲੀਆਂ ਦਾ ਸਿਰਫ ਕ੍ਰਿਸ਼ਨ ਆ ਤਾਂ ਮੈਂ ਦੁਨੀਆ ਦੇ ਨਾਲ ਕਦੋਂ ਜੋੜ ਕੇ ਬੈਠਾ ਹਾਂ? ਮੈਂ ਕਦੋਂ ਦੁਚਿੱਤਾਪਣ ਵਿੱਚ ਹਾਂ? ਜੇ ਇਹ ਕਹਿੰਦੀਆਂ ਸਿਰਫ ਕ੍ਰਿਸ਼ਨ ਦੇ ਨਾਮ 'ਤੇ ਹੀ ਅਸੀਂ ਨੱਚਣਾ, ਅਤੇ ਮੈਂ ਐਵੇਂ ਹੀ ਇੱਧਰ ਉੱਧਰ ਨੱਚਦਾ, ਮੈਂ ਵੀ ਕ੍ਰਿਸ਼ਨ ਦੇ ਨਾਮ 'ਤੇ ਹੀ ਨੱਚਾਂ। ਉਹਨੇ ਉੱਥੇ ਲੰਮੇ ਪੈ ਕੇ ਨਾ, ਅਤੇ ਜਿਹੜੀਆਂ ਨੱਚਣ ਵਾਲੀਆਂ ਇਸਤਰੀਆਂ, ਉਹਨਾਂ ਦੇ ਜਾ ਕੇ ਜਿਹੜੀ ਚਰਨ ਧੂੜੀ ਸੀ ਉਹ ਆਪਣੇ ਸੀਨੇ ਨਾਲ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਲੋਟ-ਪੋਟ ਹੋ ਗਿਆ, ਲੰਮੇ ਪੈ ਗਿਆ। ਹੀ started rolling around on the ground। ਅਤੇ ਉਹ ਇਸਤਰੀਆਂ ਵੀ ਕਹਿੰਦੀ ਇਹ ਕੀ ਹੋ ਗਿਆ ਬੰਦੇ ਨੂੰ? ਉਹਨਾਂ ਨੂੰ ਆਪ ਨਹੀਂ ਪਤਾ ਕਿ ਰੱਬ ਸਾਡੇ ਵਿੱਚੋਂ ਬੋਲਿਆ। ਉਹ ਲੋਟ-ਪੋਟ ਹੋ ਗਈ। started laying down। he said ਤੁਸੀਂ ਮੈਨੂੰ ਅਕਾਲ ਪੁਰਖ ਦੀ ਗੱਲ ਸੁਣਾਈ ਆ, ਤੁਸੀਂ ਮੇਰਾ ਗਿਆਨ ਦੂਰ ਕਰਤਾ, ਤਾਂ ਹੁਣ ਮੈਨੂੰ ਸਮਝ ਲਈ ਮੈਂ ਤਾਂ ਦੁਨੀਆ ਵਾਲੇ ਪਾਸੇ ਜਾ ਰਿਹਾ ਸੀ। ਅਕਾਲ ਪੁਰਖ ਤੋਂ ਇਲਾਵਾ ਹੈ ਹੀ ਨਹੀਂ ਕੋਈ ਹੋਰ, ਰਾਮ ਤੋਂ ਇਲਾਵਾ ਹੈ ਹੀ ਨਹੀਂ ਹੋਰ ਕੋਈ। ਮੈਂ ਕਾਹਤੋਂ ਉਹਨਾਂ ਦੇ ਪਿੱਛੇ ਜਾਵਾਂ? ਜੇ ਤੁਸੀਂ ਇੱਥੇ ਕ੍ਰਿਸ਼ਨ ਨੂੰ ਯਾਦ ਕਰਦੀਆਂ, ਮਤਲਬ ਇੱਕ ਹੀ ਆ। So that he got that ਉਪਦੇਸ਼, that's all he needed to hear। ਕਈ ਵਾਰ ਸੁਣਨ ਨੂੰ ਮਿਲਿਆ ਕਿ ਗੁਰਸਿੱਖ ਨਵਾਂ ਵਿੱਚ ਸਿੱਖੀ ਵਿੱਚ ਆ ਰਿਹਾ ਆ, ਦਿਲ ਦਾ ਕੋਈ ਬੋਝ ਆ, ਦਿਲ ਦਾ ਕੋਈ ਭਾਰ ਆ, ਦਿਲ ਦਾ ਕੋਈ ਦੁੱਖ ਆ ਜ਼ਿੰਦਗੀ ਵਿੱਚ ਕਿਤੇ। ਹਾਂ ਜ਼ਰੂਰ ਸੁਣਨ ਨੂੰ ਮਿਲਿਆ ਹੋਊਗਾ ਕਿ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ, that the Guru knows inside my heart। ਇਹ ਮੈਂ ਟੈਸਟਮੋਨੀਅਲ ਤੁਹਾਨੂੰ ਸੰਗਤ ਵਿੱਚੋਂ ਦੇ ਰਿਹਾ ਆ। ਬੀਬੀ ਕਹਿ ਰਹੀ ਆ ਕਿ ਮੈਂ ਗੁਰਦੁਆਰੇ ਸਾਹਿਬ ਆਈ ਅਤੇ ਮੈਨੂੰ ਨਹੀਂ ਪਤਾ ਘਰ ਕੀ ਹੈ, ਕਲੇਸ਼ ਚੱਲ ਰਿਹਾ, ਇੱਦਾਂ ਕੀ ਚੱਲ ਰਿਹਾ ਕਿ ਮੈਨੂੰ ਪਤਾ ਨਹੀਂ। ਮੈਂ ਘਰੋਂ ਭੱਜਣ ਦੀ ਗੱਲ ਕਰ ਰਹੀ ਹਾਂ, ਮੈਨੂੰ ਨਹੀਂ ਪਤਾ ਕਿ ਮੇਰੇ ਸਿਰ 'ਤੇ ਕੋਈ ਹੈ ਵੀ ਕਿ ਨਹੀਂ, ਕਿ ਮੇਰਾ ਕੋਈ ਹੈ ਵੀ ਹੈ ਦੁਨੀਆ ਵਿੱਚ ਕਿ ਨਹੀਂ। ਅਤੇ ਅੰਦਰ ਦਰਬਾਰ ਵਿੱਚ ਆਈ ਅਤੇ ਕੀਰਤਨ ਚੱਲ ਰਿਹਾ ਸੀਗਾ। ਸ਼ਬਦ ਪੜ੍ਹਿਆ, ਕਿਸੀ ਕੋਈ ਮੰਝ ਨਿਮਾਣੀ ਇੱਕ ਤੂੰ। ਉਹਦੇ ਸ਼ਬਦ ਵੜਦੇ, ਹਾਲੇ ਮੱਥਾ ਤੱਕ ਵੀ ਨਹੀਂ ਟੇਕਿਆ। as soon as she walked in, ਅੰਦਰ ਪੈਰ ਹੀ ਇੱਕ ਕਦਮ ਲਿਆ ਅਤੇ ਗੁਰੂ ਨੇ ਉੱਥੇ ਹੀ ਉਪਦੇਸ਼ ਦੇ ਦਿੱਤਾ। ਕਈ ਵਾਰੀ ਕਥਾ ਦੇ ਰੂਪ ਵਿੱਚ ਹੁੰਦਾ, ਕਈ ਵਾਰੀ ਗੁਰਸਿੱਖ ਲੰਗਰ ਹਾਲ ਦੇ ਵਿੱਚ ਬਾਂਹ ਫੜ ਕੇ ਕੋਈ ਗੱਲ ਕਹਿ ਜਾਂਦੇ ਆ। ਹਾਂਜੀ, ਕਈ ਵਾਰੀ ਤੁਸੀਂ ਖੇਡਦਿਆਂ ਸੌਕਰ ਖੇਡਦੇ, ਕੀ ਪਤਾ ਤੁਸੀਂ ਹੁਣ ਸੌਕਰ ਖੇਡ ਕੇ ਆਏ ਆ, ਉੱਥੇ ਕਿਸੇ ਨੇ ਕਿਹਾ ਹੋਣਾ ਬਸ ਇੱਕ ਨਿਸ਼ਾਨਾ ਲਾਉਣਾ ਆ। ਉੱਥੇ ਕੀ ਪਤਾ ਕਿਸੇ ਨੂੰ ਅਧਿਆਤਮਕ ਕੋਈ ਖਿਆਲ ਮਿਲ ਗਿਆ ਹੁਣ ਇੱਕ ਨਿਸ਼ਾਨਾ ਲਾਉਣਾ ਬਸ। ਯੂ ਡੋਂਟ ਨੋ ਕਿੱਥੋਂ ਰੱਬ ਨੇ ਕਿਹੜਾ ਉਪਦੇਸ਼ ਲੈ ਦੇਣਾ। ਯੂ ਹੈਵ ਨੋ ਆਈਡੀਆ। So that's why you have to begin to see ਪਰਮਾਤਮਾ and hear ਪਰਮਾਤਮਾ everywhere first। ਜੇ ਪਰਮਾਤਮਾ ਨੂੰ ਸਾਰੇ ਪਾਸੇ ਸੁਣੋ ਨਾ ਤੇ ਜ਼ਰੂਰ ਮਹਾਰਾਜ ਨਜ਼ਰ ਆਉਣਗੇ। ਮਹਾਰਾਜ ਆਕਾਸ਼ ਬਾਣੀ ਦੇਣਗੇ। ਮਹਾਰਾਜ ਗੁਰਸਿੱਖਾਂ ਵਿੱਚ ਵੀ ਬੋਲਦੇ ਆ। ਹਾਂ, ਗੁਰਬਾਣੀ ਪ੍ਰਤੱਖ ਸ਼ਬਦ ਰੂਪ ਵਿੱਚ ਵੀ, ਕੀਰਤਨ ਕਥਾ ਰੂਪ ਦੇ ਵਿੱਚ ਤਾਂ ਜ਼ਰੂਰ ਬੋਲ ਰਹੇ ਆ ਮਹਾਰਾਜ। ਪਰ ਕਈ ਵਾਰੀ ਪੱਤਿਆਂ ਦੇ ਰੂਪ ਵਿੱਚ ਵੀ, ਪਾਣੀ ਦਰਿਆ ਵਗਦਾ ਉਹਦੇ ਰੂਪ ਵਿੱਚ ਵੀ। ਭਾਈ ਵੀਰ ਸਿੰਘ ਜੀ ਆਖਦੇ ਆ, ਭਾਈ ਵੀਰ ਸਿੰਘ ਜੀ ਸੇਜ਼ I was sitting down ਅਤੇ ਮੈਂ ਬੈਠਾ ਹੋਇਆ ਸੀ ਅਤੇ ਉਹ ਜਦੋਂ ਆਪਣੀ ਕੋਈ ਲਿਖਤਾਂ ਕਵਿਤਾ ਲਿਖਦੇ ਹੁੰਦੇ ਸੀ ਨਾ, ਉਹ ਪਾਣੀ ਦੇ ਨਾਲ ਬਹਿ ਜਾਂਦੇ ਸੀਗੇ। ਜਦੋਂ ਪਾਣੀ ਦੇ ਨਾਲ ਬਹਿੰਦੇ ਆ, ਉਹ ਕਹਿੰਦੇ ਕਿ ਪਾਣੀ, ਮੈਂ ਉੱਥੇ ਬੈਠੀ ਹਾਂ ਅਤੇ ਪਾਣੀ ਨੇ ਮੈਨੂੰ ਦੱਸਿਆ ਤੂੰ ਕਿੱਦਾਂ ਵਿਛੜਿਆ ਫਿਰਦਾ ਆ। ਕਹਿੰਦੇ ਮੈਂ ਬੈਠਾ, ਵਾਟਰ ਸਪੋਕ ਟੂ ਮੀ। ਕਹਿੰਦੇ ਮੈਂ ਬੈਠਾ ਲਿਖਦਾ ਸੀਗਾ ਅਤੇ ਮੇਰੇ ਉੱਥੇ ਕਲਮ ਰੁਕ ਗਈ ਅਤੇ ਮੈਨੂੰ ਇੱਦਾਂ ਲੱਗਦਾ ਪਾਣੀ ਕਹਿ ਰਿਹਾ ਇੱਧਰ ਧਿਆਨ ਦੇ, ਅਸੀਂ ਤੇਰੇ ਨਾਲ ਗੱਲ ਕਰਨੀ ਹੈ। ਪਾਣੀ ਦੀ ਆਵਾਜ਼ ਹੁੰਦੀ ਹੈ ਨਾ ਪੱਥਰਾਂ ਵਿੱਚ ਟਕਰਾਰੀ। ਪਾਣੀ ਚੱਲ ਰਿਹਾ, ਵਗ ਰਿਹਾ, ਪੱਥਰਾਂ ਵਿੱਚ ਟੱਕਰ ਰਿਹਾ ਆ। ਪਾਣੀ, the water is going, hits the rock। ਜਦੋਂ ਪੱਥਰ 'ਤੇ ਟੱਕਰਦਾ ਨਾ, ਪਾਣੀ ਦੀ ਹੂਕ ਨਿਕਲਦੀ ਆ, ਰੋਹ ਨਿਕਲਦੀ ਆ। ਜੇ ਸ਼ਾਂਤ ਹੈ ਪਾਣੀ ਤਾਂ ਉਹਦੀ ਕੋਈ ਰੋਹ ਨਹੀਂ ਹੈ, ਉਹ ਆਨੰਦ ਵਿੱਚ ਆ। ਹਾਂਜੀ, ਕਬੀਰ ਸ਼ੂਸ਼ਾ ਘੱਟ ਬੋਲਿਆ, ਭਰਿਆ ਹੋਏ ਸੋ ਕਬੂ ਨਾ ਡੋਲਿਆ। ਉਹ ਤਾਂ ਭਰਿਆ ਹੋਇਆ ਆਨੰਦ ਵਿੱਚ ਆ। ਪਰ ਪਾਣੀ ਵਗਦਾ, ਪੱਥਰਾਂ ਵਿੱਚ ਵੱਜਦਾ, ਉੱਚੀ ਉੱਚੀ ਰੋ ਰਿਹਾ, ਸਕਰੀਮਿੰਗ। ਅਤੇ ਪੱਥਰ ਰੋਂਦੇ ਮੈਨੂੰ ਆ ਕੇ ਇਹ ਗੱਲ ਕਹਿੰਦੇ ਵੇਖੋ ਅਸੀਂ ਜਾਣਾ ਆ, ਉੱਥੇ ਸਾਡਾ ਨਿਸ਼ਾਨਾ ਸਮੁੰਦਰ ਆ। ਦਰਿਆ ਵਿੱਚ ਤਾਂ ਹੀ ਆ, ਸਮੁੰਦਰ ਸਾਡਾ ਨਿਸ਼ਾਨਾ, ਇੱਥੇ ਪੱਥਰ ਸਾਡੇ ਰਸਤੇ ਵਿੱਚ ਆ ਕੇ ਵੱਜ ਗਿਆ। ਸਾਨੂੰ, ਅਸੀਂ ਪਲਾਨ ਥੋੜ੍ਹੀ ਕੀਤਾ ਸੀ ਪੱਥਰ ਆਉਣਾ ਆ। ਪੱਥਰ ਵੱਜ ਗਿਆ, ਪੱਥਰ 'ਤੇ ਵੱਜ ਕੇ ਵੇਖੋ ਅਸੀਂ ਦਰਿਆ ਜਿਹੜੀ ਹੈ ਸੰਗਤ ਜਾ ਰਹੀ ਆ, ਸੰਗਤ ਤੋਂ ਅਸੀਂ ਨਿਕਲ ਗਏ ਦੁੱਖ ਕਰਕੇ। ਸੰਗਤ ਤੋਂ ਨਿਕਲ ਗਏ, ਅਸੀਂ ਥੋੜ੍ਹਾ ਅਸਮਾਨ ਵਿੱਚ ਆਏ। ਜਦੋਂ ਵੀ came into the sky, ਫਿਰ ਉਹ ਇੱਕ ਤੁਪਕਾ ਪਾਣੀ ਦਾ ਬਾਕੀ ਦਰਿਆ ਵੱਲ ਦੇਖਦਾ, ਉਹ ਤਾਂ ਅੱਗੇ ਲੰਘ ਗਏ, ਮੈਂ ਤਾਂ ਕਿੱਥੇ ਪਿੱਛੇ ਰਹਿ ਗਿਆ। then it goes, ਅਸੀਂ ਜਾ ਕੇ ਫਿਰ ਪੱਥਰ ਦੇ ਉੱਪਰ ਆ ਕੇ ਡਿੱਗੇ। we landed on top of that rock।
ਜਦੋਂ ਪੱਥਰ ਦੇ ਉੱਪਰ ਆ ਕੇ ਡਿੱਗੇ, ਸਾਡੇ ਉੱਪਰ ਸੂਰਜ ਦੀ ਤਪਸ਼ ਪਈ, ਅਸੀਂ ਆਪਣੇ ਦੁੱਖਾਂ ਵਿੱਚ ਹੀ ਸੜ ਗਏ ਅਤੇ ਸੰਗਤ ਵਿੱਚ ਪਹੁੰਚ ਹੀ ਨਹੀਂ ਸਕੇ ਵਾਪਸ। ਅਤੇ ਫਿਰ ਕਹਿੰਦੇ ਇੱਕ ਦੂਸਰਾ ਤੁਪਕਾ ਕੇ ਵੱਜਿਆ। ਉਹ ਜਦੋਂ ਸੰਗਤ ਵਿੱਚੋਂ ਨਿਕਲਿਆ, ਉਹ ਜਾ ਕੇ ਮਿੱਟੀ ਵਿੱਚ ਜਾ ਕੇ ਡਿੱਗਿਆ, ਲੈਂਡ ਇਨ ਦ ਸੋਇਲ, ਡਰਟ, ਉਹਦੇ ਵਿੱਚ ਹੀ ਸਮਾ ਗਿਆ। ਅਤੇ ਉਹ ਕਹਿੰਦੇ ਭਾਈ ਵੀਰ ਸਿੰਘ ਦੇ ਉਹ ਤੁਪਕੇ ਨੇ ਮੈਨੂੰ ਇਹ ਦੱਸਿਆ ਕਿ ਵੇਖ, ਮੈਂ ਆਪਣੇ ਸੁੱਖਾਂ ਵਿੱਚ ਹੀ ਸਮਾ ਗਿਆ, ਮੈਂ ਸੰਗਤ ਨੂੰ ਛੱਡਤਾ। ਜਾਂ ਦੁੱਖਾਂ ਵਿੱਚ ਆ ਜਾਂ ਸੁੱਖਾਂ ਵਿੱਚ ਆ, ਪਰ ਸੰਗਤ ਜਿਹੜੀ ਜਾ ਰਹੀ ਆ, ਜੇ ਕੰਢਿਆਂ ਦੇ ਵਿੱਚ ਰਹਿੰਦੇ ਆ ਤਾਂ ਸਮੁੰਦਰ ਤੱਕ ਪਹੁੰਚਿਆ ਜਾਂਦਾ। ਇੱਕ ਸ਼ਬਦ ਆਉਂਦਾ ਗੁਰਬਾਣੀ ਵਿੱਚ, ਮਿਰਜ਼ਾ। ਮਿਰਜ਼ਾ ਦਾ ਅਰਥ ਹੀ ਮਰਿਆਦਾ ਨਿਕਲਦਾ ਆ। ਮਿਰਜ਼ਾ ਦਾ ਅਖਰੀ ਅਰਥ, ਇਟਸ ਲਾਈਕ ਅ ਪਰਸ਼ੀਅਨ ਵਰਡ, ਉਹਦਾ ਅਰਥ ਇਹ ਆ ਦਰਿਆ ਦਾ ਕੰਢਾ। ਜੇ ਆਪਾਂ ਦਰਿਆ ਦੇ ਕੰਢੇ ਵਿੱਚ ਰਵਾਂਗੇ ਤਾਂ ਸਮੁੰਦਰ ਤੱਕ ਪਹੁੰਚਾਂਗੇ। ਜੇ ਦਰਿਆ ਦੇ ਕੰਢੇ ਤੋਂ ਬਾਹਰ ਜਾਵਾਂਗੇ ਤੇ ਜਿਹੜਾ ਪਾਣੀ ਦਾ ਦਬਕਾ ਸਮੁੰਦਰ ਤੱਕ ਨਹੀਂ ਪਹੁੰਚੂਗਾ। Let me translate that, ਲੱਥਾ ਕਰ ਦਵਾਂ। You guys are understanding English or sorry, Punjabi mostly? ਚਲੋ, good on you. The drop of water, if it stays in the ocean, or sorry, it stays in the river, between the river banks, the river bank is a Persian word called mirza, which means bank of the river, ਕੰਢਾ। ਜੇ ਉਹਦੇ ਵਿੱਚ ਰਵੇ ਤੇ ਸਮੁੰਦਰ ਤੱਕ ਪਹੁੰਚਿਆ ਜਾਵੇ। If it goes outside of the river bank, then it cannot reach the ocean. So ਸਾਡਾ ਇੱਕ ਨਿਸ਼ਾਨਾ ਆ, we have a goal, we have to remain between the river banks। ਜੇ ਕੰਢਿਆਂ ਦੇ ਵਿੱਚ ਰਵਾਂਗੇ ਤੇ ਮਰਿਆਦਾ ਦੀ ਸੀਮਾ ਵਿੱਚ ਰਵਾਂਗੇ ਤੇ ਅਸੀਂ ਸਮੁੰਦਰ ਤੱਕ ਜਾ ਕੇ ਅਭੇਦ ਹੋ ਜਾਵਾਂਗੇ। ਪਰ ਜਦੋਂ ਅਸੀਂ ਕੰਢੇ ਦੇ ਵਿੱਚ ਬਾਹਰ ਨਿਕਲੀਏ, ਆਪਾਂ ਕਹੀਏ ਆਪਦਾ ਰਸਤਾ ਲੱਭੀਏ, ਫਿਰ ਨਹੀਂ। ਹੁਣ ਸੰਸਾਰ ਵਿੱਚ ਇਹ ਕਿਹਾ ਜਾਂਦਾ, ਕਿਸੇ ਦਾ ਫੋਨ ਆ ਰਿਹਾ, ਕੀ ਪਤਾ ਰੱਬ ਦਾ ਫੋਨ ਹੋਵੇ, ਅਕਾਲ ਪੁਰਖ ਨੇ ਕੋਈ ਹੁਕਮ ਭੇਜਣਾ ਹੋਵੇ। ਅਤੇ ਜੇ ਉਸ ਕੰਢਿਆਂ ਦੇ ਵਿੱਚ ਆਪਾਂ ਰਹੀਏ, ਹਾਂ, ਅਤੇ ਸੰਗਤ ਅਤੇ ਠੰਡ ਵਿੱਚ ਸੰਗਤ ਦੇ ਨਾਲ ਤੁਰਦੇ ਜਾਵਾਂਗੇ। ਹਾਂ, ਭਾਈ ਵੀਰ ਸਿੰਘ ਜੀ ਫਿਰ ਕਹਿੰਦੇ ਆ ਕਿ ਇੱਕ ਪਾਣੀ ਦਾ ਦਬਕਾ ਪੱਥਰ ਵਿੱਚ ਵੱਜਦਾ, ਫਿਰ ਨਿਕਲਦਾ, ਦੁੱਖ ਵਿੱਚ ਰੋ ਰਿਹਾ, ਫਿਰ ਜਾ ਕੇ ਸੰਗਤ ਵਿੱਚ ਹੀ ਸਮਾ ਜਾਂਦਾ, ਭਾਵੇਂ ਫਿਰ ਦਰਿਆ 'ਚ ਹੀ ਡਿੱਗ ਜਾਂਦਾ। ਇੱਕ ਪੱਥਰ ਉੱਪਰ ਦੁੱਖਾਂ ਦੇ ਵਿੱਚ ਸੜ ਜਾਂਦਾ, ਇੱਕ ਮਿੱਟੀ ਦੇ ਵਿੱਚ ਸੁੱਖਾਂ ਵਿੱਚ ਸਮਾ ਜਾਂਦਾ, ਇੱਕ ਫਿਰ ਸੰਗਤ ਵਿੱਚ ਦੁੱਖ ਝੱਲ ਕੇ ਵੀ ਤਾਂ ਵੀ ਫਿਰ ਸੰਗਤ ਵਿੱਚ ਹੀ ਵਾਪਸ ਆ ਰਿਹਾ, ਮਰਿਆਦਾ ਦੇ ਵਿੱਚ ਰਹਿ ਰਿਹਾ ਆ। ਯੂ ਡੋਂਟ ਗੋ ਆਊਟਸਾਈਡ ਆਫ ਮਰਿਆਦਾ। ਮੀਨਿੰਗ ਇਫ ਯੂ ਸਟੇ ਵਿਥਿਨ ਦ ਰਿਵਰ ਬੈਂਕਸ, ਦੁਨੀਆ ਇਹ ਕਹਿ ਰਹੀ ਆ, ਇਹ ਜਿਹੜੇ ਬੰਧਨ ਨੇ ਕਿ ਦਸਤਾਰ ਸਜਾਉਣੀ, ਕਿਰਪਾਨ ਪਾਉਣੀ, ਗਾਤਰ ਪਾਉਣਾ, ਚੋਲਾ ਪਾਉਣਾ, ਸਵੇਰ ਨੂੰ ਉੱਠ ਕੇ, ਯਾਰ ਤੁਸੀਂ ਪਾਗਲ ਆ, ਤੁਸੀਂ ਤੁਹਾਨੂੰ ਨੀਂਦ ਨਹੀਂ ਆਉਂਦੀ 2 ਵਜੇ ਉੱਠ ਕੇ, ਤੁਸੀਂ ਕਾਹਤੋਂ ਐਵੇਂ ਵਾਹਿਗੁਰੂ ਵਾਹਿਗੁਰੂ ਲਾਇਆ ਹੁੰਦਾ। ਬਾਬੇ ਨੂੰ ਵੀ ਆਰਾਮ ਕਰਦੇ ਲੈਣ ਦਿਆ ਕਰੋ, ਗੁਰੂ ਨੇ ਵੀ ਸੌਣਾ ਹੁੰਦਾ, ਕਹਿ ਦਿੰਦੇ ਆ। ਠੀਕ ਹੈ, ਸਾਡੇ ਇੱਕ ਭੈਣ ਸੀਗੀ ਉੱਥੇ ਕਿ ਬੈਂਕ 'ਚ ਕੰਮ ਲੱਗੀ, ਸਾਰੇ ਉੱਥੇ ਅੰਕਲ ਸੀਗੇ ਕੰਮ ਕਰਦੇ, ਉਹਨਾਂ ਨੇ ਉੱਚੀ ਉੱਚੀ ਸੁਖਮਨੀ ਸਾਹਿਬ ਦਾ ਪਾਠ ਲਾਇਆ ਹੁੰਦਾ। ਉਹ ਕਹਿੰਦੇ ਕਿਉਂਕਿ ਅੰਕਲਾਂ ਦੀਆਂ ਗੱਲਾਂ ਉਹ ਤੋਂ ਸਹੀਆਂ ਨਹੀਂ ਜਾਂਦੀਆਂ ਸੀਗੀਆਂ, ਉਹ ਹੁੰਦੀਆਂ ਇਹੋ ਜਿਹੀਆਂ ਗੱਲਾਂ। ਸੁਖਮਨੀ ਸਾਹਿਬ ਦਾ ਪਿੱਛੋਂ ਆਵਾਜ਼ ਆਉਣੀ, ਉਹ ਕੁੜੇ ਬਾਬੇ ਨੂੰ ਵੀ ਸੌਣ ਲੈਣ ਦੇ ਥੋੜ੍ਹਾ ਜਿਹਾ, ਇਹਨੂੰ ਵੀ ਪੁੱਛ ਲਾ ਚਾਹ ਚੂ ਪੀਣੀ ਨੇ ਕਿ ਨਹੀਂ, ਕਿ ਇਹਨੇ ਨਹੀਂ ਆਰਾਮ ਕਰਨਾ ਸਾਡਾ। ਅਤੇ ਭੈਣ ਨੇ ਕਹਿਣਾ ਤੁਹਾਨੂੰ ਕੀ ਤੰਗੀ, ਮੈਂ ਆਪਦਾ ਪਾਠ ਲਾਇਆ, ਤੁਸੀਂ ਉੱਧਰ ਗੱਲਾਂ ਕਰੀ ਚੱਲੋ। ਮੀਨਿੰਗ ਦ ਵਰਲਡ ਵਿਲ ਨਾਟ ਅੰਡਰਸਟੈਂਡ। ਇੱਥੇ ਤੱਕ ਕਿਹਾ ਗਿਆ ਕਿ ਹਾਲੇ 2 ਸਾਲ ਦੀ ਬੱਚੀ ਆ, ਇਹਨੂੰ ਗਾਤਰੇ ਅਤੇ ਤੁਸੀਂ ਇਹਨੂੰ ਕਿਸ ਕੀ ਕਾਹਤੋਂ ਸਜਾ ਦਿੱਤੀ, ਇਹਨੂੰ ਤਾਂ ਦੁਨੀਆ ਮਨੋਰੰਜਨ ਆਨੰਦ ਕਰ ਲੈਣ ਦਿਓ ਦੁਨੀਆ ਦਾ, ਇਹਨੂੰ ਤਾਂ ਦੁਨੀਆ ਦਾ ਸੁੱਖ ਮਾਣ ਲੈਣ ਦਿਓ, ਇਹਦੇ ਸਿਰ 'ਤੇ ਤੁਸੀਂ ਕਾਹਤੋਂ ਬੋਝ ਪਾ ਦਿੱਤਾ। Yeah, this is what it said, that why did you take a 2-year-old daughter, meaning your own daughter? ਤੁਸੀਂ ਪਹਿਲਾਂ ਹੀ, ਤੁਸੀਂ ਤਾਂ ਚਲੋ ਬੰਧਨਾਂ ਵਿੱਚ ਪਏ ਆ, ਤੁਸੀਂ ਠੀਕ ਆ ਪਾਰਟੀਆਂ ਸ਼ਾਰਟੀਆਂ 'ਚ ਨਹੀਂ ਆਉਣਾ, ਤੁਸੀਂ ਸਾਡੀਆਂ ਗੱਲਾਂ ਨਹੀਂ ਕਰਨੀਆਂ, ਪਰ ਇਹ 2 ਸਾਲ ਦੀ ਬੱਚੀ, ਇਹਦਾ ਕੀ ਕਸੂਰ ਆ। ਇਹ ਸ਼ਬਦ ਸੀ ਦ ਫਰੇਮਵਰਕ ਇਜ਼ ਡਿਫਰੈਂਟ। ਚਲੋ ਫਰੇਮਵਰਕ ਦੀ ਗੱਲ ਆਪਾਂ ਮਨ ਕਰਨ ਦੀ ਗੱਲ ਆਪਾਂ ਪਿਛਲੇ ਲੈਕਚਰ 'ਚ ਕਰਤੀ ਸੀਗੀ, ਪਰ ਇਹਦਾ ਕੀ ਕਸੂਰ ਆ। ਵਾਟ ਇਜ਼ ਹਰ ਫਾਲਟ। ਸਿਆਣੇ ਕਹਿੰਦੇ ਕਿ ਦੁਨੀਆ ਇਹ ਕਹਿ ਰਹੀ ਹੈ ਕਿ ਇਹ ਬੰਧਨ ਨੇ, ਪਰ ਇਹ ਨਹੀਂ ਦੇਖਦੀ ਕਿ ਉਹ ਕਿਹੜੇ ਬੰਧਨਾਂ ਵਿੱਚ ਪਏ ਆ। ਬੰਧਨ ਮੋਹ ਦੇ, ਜਦੋਂ ਰਿਸ਼ਤੇਦਾਰ ਦਾ ਫੋਨ ਆਉਂਦਾ, ਘਰ ਵਿੱਚ ਕਲੇਸ਼ ਪੈ ਜਾਂਦਾ, ਤੇ ਉਹ ਨਹੀਂ ਕੋਈ ਬੰਧਨ। ਜਦੋਂ ਕੋਈ ਘਰ ਪਰਿਵਾਰ ਮੈਂਬਰ ਛੱਡ ਜਾਂਦਾ ਤੇ ਉਹ ਮਨ ਦੇ ਵਿੱਚੋਂ ਬੋਝ ਕੱਢਿਆ ਹੀ ਨਹੀਂ ਜਾ ਸਕਦਾ, ਉਹ ਕੋਈ ਬੰਧਨ ਨਹੀਂ ਹੈ। ਜਦੋਂ ਕਾਮ ਲੁਭਾਵਾ, ਕਾਮ ਦੇ ਪ੍ਰਭਾਵ ਦੇ ਥੱਲੇ ਆ ਕੇ ਬਾਕੀ ਸਾਰਾ ਜ਼ਿੰਦਗੀ ਆਪਾਂ ਬੁੱਧੀ ਨਾਸ ਕਰ ਦਿੰਦੇ ਹਾਂ, ਕ੍ਰੋਧ ਵਿੱਚ ਪ੍ਰਭਾਵ ਆ ਕੇ ਆਪਾਂ ਦੂਸਰੇ ਰਿਸ਼ਤੇ ਤੋੜ ਦਿੰਦੇ ਹਾਂ, ਅਤੇ ਉਹ ਜਿਹੜੇ ਬੰਧਨਾਂ ਵਿੱਚ ਆਪਾਂ ਬਾਅਦ 'ਚੋਂ ਪਏ ਰਹਿੰਦੇ, ਉਹ ਕੋਈ ਬੰਧਨ ਨਹੀਂ ਆਪਾਂ ਸਮਝਦੇ। ਪਰ ਹਾਂ, ਜੇ ਕਿਤੇ ਕਿਰਪਾਨ ਪਾ ਲਈ, ਇਹ ਬੰਧਨ ਆ। ਵੇਖੋ, ਸਿਆਣੇ ਕਹਿੰਦੇ ਆ ਕਿ ਇਹ ਬੰਧਨ ਨਹੀਂ, ਹਾਂ ਇਹ ਸ਼ਾਇਦ ਇੱਕ ਬੰਧਨ ਆ। ਇੱਕ ਭਗਤ ਜੀ ਦਾ ਸ਼ਬਦ ਆ, ਕਹਿੰਦੇ ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ, ਆਪਣੇ ਛੂਟਣ ਕੋ ਯਤਨ ਕਰੇ, ਹਮ ਛੂਟੇ ਤੁਮ ਅਰਾਧੇ। ਉਹ ਆਖਦੇ ਨੇ ਕਿ ਅਕਾਲ ਪੁਰਖ ਸੇਜ਼ that
ਦ ਵਰਲਡ, ਦਿਸ ਮਾਇਆ, ਇਹ ਮਾਇਆ ਦੇ ਵਿੱਚ ਆਪਾਂ ਫਸੇ ਹਾਂ, ਆਪਾਂ ਬੰਧਨਾਂ ਵਿੱਚ ਪਏ ਹਾਂ। ਠੀਕ ਹੈ, ਕੋਈ ਘਰ-ਬਾਰ ਇਸਤਰੀ ਦਾ ਬੰਧਨ ਆ, ਕੋਈ ਬੱਚਿਆਂ ਦਾ ਬੰਧਨ ਆ। ਮਹਾਰਾਜ ਆਪ ਕਹਿੰਦੇ ਪੁੱਤੀ ਗੰਢ ਪਵੈ ਸੰਸਾਰ। ਹਾਂਜੀ, ਬੱਚੇ ਜਦੋਂ those of you that don't have kids yet, you might not realize, ਠੀਕ ਹੈ, when you're ਬਹੰਗਮ, you're not married, ਫਿਰ ਠੀਕ ਹੈ ਇੱਧਰ ਪਲੇਨ ਟਿਕਟ ਲੈ ਕੇ ਇੱਧਰ ਨੂੰ ਚੱਲ ਜਾਈਏ, ਉਹ ਕੈਂਪ 'ਤੇ ਚੱਲ ਜਾਈਏ, ਉਹ ਕੈਂਪ ਨੂੰ ਚੱਲ ਜਾਈਏ। ਜਦੋਂ ਕਿਤੇ ਵਿਆਹ ਹੋ ਜਾਂਦਾ ਫਿਰ ਚਲੋ ਕੈਂਪ 'ਤੇ ਜਾਓ, ਪਰ ਫਿਰ ਵੀ or you just have to wish your wife happy birthday, ਠੀਕ ਆ। ਅਤੇ ਅੱਜ ਬਰਥਡੇ ਸੀਗਾ, ਕਈ ਮੈਂ 2 ਸਿੰਘਾਂ ਨਾਲ ਗੱਲ ਕੀਤੀ ਹੈ, ਅੱਜ ਉਹਨਾਂ ਦੀ ਸਿੰਘਣੀਆਂ ਦਾ ਬਰਥਡੇ ਆ। ਸਵੇਰ ਦੇ ਫੋਨ 'ਤੇ ਲੱਗੇ ਹੋਏ, ਰਾਤੀ 12 ਵੱਜ ਗਏ ਸੀ, ਟੈਕਸਟ ਕਰਦੇ ਫਿਰਦੇ। ਮੈਂ ਆਪ ਕਿਹਾ, ਮੈਂ ਕਿਹਾ ਟੈਕਸਟ ਕਰੋ ਉਹਨਾਂ ਨੂੰ, ਠੀਕ ਹੈ, ਉਹਨਾਂ ਨੂੰ ਪਤਾ ਲੱਗੇ ਅਸੀਂ ਇੱਥੇ ਬੈਠੇ ਵੀ ਤੁਹਾਡਾ ਧਿਆਨ ਧਰ ਰਹੇ ਹਾਂ। ਹਾਂ, ਇਹ ਜੁਗਤੀ ਹੁੰਦੀ ਹੈ ਸਿੰਘੋ, ਇਹ ਸਿਰਫ ਸਿੰਘਸ ਕੈਂਪ ਵਿੱਚ ਗੱਲਾਂ ਹੋ ਸਕਦੀਆਂ। ਠੀਕ ਹੈ, ਮੈਂ ਕਿਹਾ ਤੁਸੀਂ ਟੈਕਸਟ ਕਰੋ, ਟੈਕਸਟ ਕਰਕੇ ਭੁੱਲ ਜਾਓ, ਫਿਰ ਅੰਮ੍ਰਿਤ ਵੇਲਾ ਸੰਭੋ। ਹਾਂ, ਅਤੇ ਚਲੋ ਉਹ ਕਹਿ ਰਹੇ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਇਹ ਦੁਨੀਆ ਦੇ ਵਿੱਚ ਬੰਧਨ ਬੜੇ ਆ। ਹਾਂ ਚਲੋ ਪਰਿਵਾਰ ਦਾ ਕੋਈ ਬੰਧਨ ਹੋਇਆ, ਜਦੋਂ ਬੱਚੇ ਹੋ ਜਾਂਦੇ ਆ ਨਾ ਉਦੋਂ ਹੋਰ ਵੀ ਬੰਧਨ। ਦੈਨ ਯੂ ਹੈਵ ਟੂ ਥਿੰਕ ਈਵਨ ਮੋਰ ਕਿ ਅਸੀਂ ਇਹ ਵੀਕਐਂਡ ਆਫ ਲੈ ਸਕਦੇ, ਬੱਚਿਆਂ ਨੂੰ ਕਿਹਨੇ ਸਾਂਭਣਾ, ਬੱਚਿਆਂ ਨਾਲ ਮੋਹ ਬੜਾ ਆ, ਬੱਚੇ ਚਲੋ ਬੱਚੇ ਗਲਤ ਰਸਤੇ 'ਤੇ ਚੱਲ ਗਏ, ਅਸੀਂ ਹੋਰ ਸੰਗਤ ਨਹੀਂ। ਸੋ ਯੂ ਆਰ ਮੋਰ ਐਂਡ ਮੋਰ ਬੰਧਨਾਂ ਵਿੱਚ ਪਈ ਜਾਂਦੇ। ਪੁੱਤੀ ਗੰਢ ਪਵੈ ਸੰਸਾਰ, ਚਲੋ ਮਹਾਰਾਜ ਕਰੇ ਸਿਫਤੀ ਗੰਢ ਟੁੱਟਾ ਸੰਸਾਰ, ਦੈਟਸ ਅ ਡਿਫਰੈਂਟ ਟੋਪਿਕ। ਟੁੱਟਦੀ ਹੈ ਗੁਰੂ ਦੀ ਸਿਫਤ ਸਲਾਹ ਕਰਕੇ। ਐਨੀਵੇਜ਼, we're stuck in this world। ਭਗਤ ਇਹ ਕਹਿ ਰਿਹਾ ਆ ਕਿ ਇਹ ਅਕਾਲ ਪੁਰਖ, ਜਿੱਦਾਂ ਤੂੰ ਮੈਨੂੰ ਇਹ ਬੰਧਨਾਂ 'ਚ ਪਾਇਆ ਨਾ, ਇਹ ਪ੍ਰੇਮ ਦੀ ਗੱਲ ਆ। ਇਹ ਸਿਰਫ ਭਗਤ ਅਤੇ ਭਗਵਾਨ ਜਾਂ ਸੰਤ ਅਤੇ ਬੇਅੰਤ ਆਪਸ ਵਿੱਚ ਗੱਲ ਕਰ ਸਕਦੇ ਆ, ਸਿੱਖ ਅਤੇ ਗੁਰੂ ਗੱਲ ਕਰ ਸਕਦੇ, ਕਿਉਂਕਿ ਪ੍ਰੇਮ ਆ। ਉੱਥੇ ਇਨਫੋਰਮੈਲਿਟੀ ਨਿਕਲ ਜਾਂਦੀ ਆ, ਸੌਰੀ ਜੀ, ਫੋਰਮੈਲਿਟੀ ਨਿਕਲ ਜਾਂਦੀ ਆ। ਸੋ ਜਿਵੇਂ ਆਪਾਂ ਨਵੇਂ ਪਹਿਲੀ ਵਾਰੀ ਕਿਸੇ ਸਿੰਘ ਨੂੰ ਮਿਲੀਏ ਨਾ, ਉਹ ਇੱਦਾਂ ਹੁੰਦਾ, ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਸੀਂ ਠੀਕ ਠਾਕ ਆ, ਕਿੱਥੋਂ ਆਏ ਆ, ਕਿਹੜਾ ਪਿੰਡ ਆ ਤੁਹਾਡਾ, ਇੱਥੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ। ਜਦੋਂ ਬਾਅਦ 'ਚੋਂ ਪ੍ਰੇਮ ਪੈ ਜਾਂਦਾ, ਯਾਰੀ ਪੈ ਜਾਂਦੀ, ਜਦੋਂ ਆਪਾਂ ਕਹਿੰਦੇ ਹਾਂ ਨਾ, ਕਿ ਉਦੋਂ ਫਿਰ ਹੁੰਦਾ, ਆ ਜਾ ਬਹਿ ਜਾ ਯਾਰ, ਦੱਸ ਕੀ, ਹਾਂ ਕੀ ਛਕਣਾ ਦੱਸ, ਬਿਕਮਸ ਇਨ ਫੋਰਮੈਲਿਟੀ। ਇੱਦਾਂ ਹੀ ਗੁਰੂ ਨਾਲ ਵੀ ਗੱਲਾਂ ਇੱਦਾਂ ਹੋ ਜਾਂਦੀਆਂ। ਹਾਂਜੀ, ਠੀਕ ਹੈ, ਸ਼ੁਰੂਆਤ ਵਿੱਚ ਆਪਾਂ ਅਰਦਾਸ ਬੇਨਤੀ ਕਰਦੇ ਹਾਂ, ਦੇਅਰਸ ਅ ਫੋਰਮੈਲਿਟੀ, ਇੱਕ ਮਰਿਆਦਾ ਆ, ਤੂੰ ਠਾਕੁਰ ਤੂੰ ਬਾਅਦ 'ਚੋਂ ਸਿੱਧੀਆਂ ਗੱਲਾਂ ਹੋਣ ਲੱਗ ਪੈਂਦੀਆਂ। ਮਹਾਰਾਜ ਸਿੱਧੇ ਹੁਕਮ, ਇੱਕ ਹੁਕਮਨਾਮੇ ਰਾਹੀਂ ਹੁਕਮ ਆ, ਕਥਾ ਰਾਹੀਂ ਹੁਕਮ ਆ। ਫਿਰ ਬਾਅਦ 'ਚੋਂ ਭਾਈ ਵੀਰ ਸਿੰਘ ਕਹਿੰਦੇ ਆ, ਵੇਖੋ ਪਾਣੀ ਵੀ ਆ ਕੇ ਗੁਰੂ ਰੂਪ ਆ ਕੇ ਮੈਨੂੰ ਆ ਕੇ ਹੁਕਮ ਕਰਦਾ ਰਹਿੰਦਾ ਆ। ਇਟਸ ਟੈਲਿੰਗ ਮੀ ਕਿ ਤੂੰ ਕਿੱਦਾਂ ਵਿਛੜਿਆ, ਤੂੰ ਆਪਣਾ ਨਿਸ਼ਾਨਾ ਲਾ। ਹਾਂ, ਫਿਰ ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਕਹਿੰਦੇ ਤੂੰ ਜਿਵੇਂ ਸਾਨੂੰ ਮੋਹ ਦੇ ਫਾਸੇ ਵਿੱਚ ਪਾਇਆ ਨਾ, ਅਸੀਂ ਤੈਨੂੰ ਵੀ ਫਾਸੇ 'ਚ ਪਾਵਾਂਗੇ। ਤੂੰ ਵੱਡਾ ਆਪਣੇ ਆਪ ਨੂੰ, ਜਿੱਦਾਂ ਨਹੀਂ ਭਰਾ ਕਹਿੰਦੇ, ਆਪਾਂ ਵੀ ਕੀ ਡੋਜ ਬਾਲ ਖੇਡਦੇ ਹਾਂ, ਆਪਾਂ ਨਾ ਲੜ ਪੈਂਦੇ। ਵੀ ਗੈਟ ਇਨਟੂ ਆਰਗੂਮੈਂਟਸ, ਅੱਛਾ ਤੂੰ ਪੁਆਇੰਟ ਲੈ, ਮੈਂ ਤੇਰਾ ਵੀ ਤੂੰ ਪੁਆਇੰਟ ਲਊਂਗਾ, ਤੈਨੂੰ ਦਿਖਾਊਂਗਾ। ਇਹ ਸਿੰਘਾਂ ਦੇ ਆਪਸ ਵਿੱਚ ਠੀਕ ਹੈ, ਅਖਾੜੇ ਲੱਗਦੇ ਆ। ਅਤੇ ਰੱਬ ਨੂੰ ਚੈਲੰਜ ਕਰਦਾ ਕਿ ਤੂੰ ਮੈਨੂੰ ਬੰਧਨਾਂ ਵਿੱਚ ਪਾ, ਮੈਂ ਤੈਨੂੰ ਵੀ ਪਾਊਂਗਾ। ਇਹ ਭਗਤ ਦੀ ਅਵਸਥਾ ਆ ਕਿ ਜਿਵੇਂ ਤੂੰ ਮੈਨੂੰ ਸੰਸਾਰ ਦੇ ਮੋਹ ਦੇ ਬੰਧਨਾਂ ਵਿੱਚ ਪਾਇਆ, ਮੈਂ ਤੈਨੂੰ ਪ੍ਰੇਮ ਦੇ ਬੰਧਨਾਂ 'ਚ ਪਾਊਂਗਾ। ਬਟ ਦੇਅਰਸ ਅ ਟ੍ਰਿਕ ਦੇਅਰ, ਆਪਣੇ ਛੂਟਣ ਕੋ ਯਤਨ ਕਰੇ। ਕਹਿੰਦੇ ਤੂੰ ਮੇਰੇ ਪ੍ਰੇਮ ਦੇ ਬੰਧਨ 'ਚੋਂ ਨਿਕਲ ਨਹੀਂ ਸਕਦਾ। ਕਿਉਂ? ਕਿਉਂਕਿ ਇਹ ਜਿਹੜਾ ਪ੍ਰੇਮ ਆ, ਮੈਂ ਪਾਊਂਗਾ, ਤੇਰਾ ਨਾਮ ਮੇਰੇ ਨਾਂ ਤੋਂ ਜ਼ਿਆਦਾ ਤਾਕਤਵਰ ਆ। ਭਗਤ ਕਹਿ ਰਿਹਾ, ਹਮ ਛੂਟੇ ਤੁਮ ਅਰਾਧੇ, ਅਸੀਂ ਤਾਂ ਤੇਰਾ ਨਾਮ ਜਪ ਕੇ ਮੋਹ ਦੇ ਮਾਇਆ ਦੇ ਵਿੱਚੋਂ ਨਿਕਲ ਜਾਂਗੇ, ਪਰ ਤੂੰ ਕਿਹਦਾ ਨਾਮ ਜਪ ਕੇ ਮੇਰੇ ਪ੍ਰੇਮ 'ਚੋਂ ਕਿੱਦਾਂ ਨਿਕਲੂੰਗਾ ਓਏ। ਰਾਈਟ, ਚੈਲੰਜ। ਇੱਕ ਪ੍ਰੇਮ ਦੀ ਗੱਲ ਆ, ਇਹ ਅਵਸਥਾ ਅਖਰੀ ਅਰਥਾਂ ਵਿੱਚ ਜਾ ਕੇ ਇਹਦੀ ਗੱਲ ਸਮਝ ਨਹੀਂ ਆਉਣੀ। ਇਹ ਉਹ ਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਦੇਅਰ ਇਜ਼ ਨੋ ਡਿਫਰੈਂਸ ਕਿ ਪ੍ਰੇਮ ਦੇ ਵਿੱਚ ਪਾ ਕੇ ਆਈ ਕੈਨ ਟਾਈ ਯੂ। The Bhagat can tie Akal Purkh into this, into his will. And in that sort of way, Akal Purkh ਆਪਣੇ ਭਗਤਾਂ ਦੀ ਅਰਦਾਸ ਕਦੇ ਬਿਰਥੀ ਨਹੀਂ ਜਾਣ ਦਿੰਦਾ। It can never go away, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸੋ ਮੈਂ ਬੇਨਤੀ ਇਹ ਕਰ ਰਿਹਾ ਸੀਗਾ, ਆਓ ਜੀ ਵਾਹ, ਖਾਲਸਾ ਪੰਥ ਆ ਰਿਹਾ। ਹਾਂਜੀ, ਆਪਾਂ ਧਿਆਨ ਦਈਏ ਵਾਹਿਗੁਰੂ। There is an aspect, ਬੱਚੀ ਨੂੰ ਇਹ ਕਿਹਾ ਜਾ ਰਿਹਾ ਕਿ ਇਹ ਬੰਧਨ ਬੱਚੀ ਨੂੰ ਕਿਉਂ ਪਾਏ ਗਏ। ਦੁਨੀਆ ਇਹ ਕਹਿ ਰਿਹਾ ਇਹ ਬੰਧਨ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਪ੍ਰੇਮ ਦਾ ਬੰਧਨ ਆ ਨਾ, ਇਹ ਕੜਾ ਨਹੀਂ ਹੈ, ਹੱਥ ਕੜੀਆਂ ਨੇ। ਇਹ ਗਾਤਰਾ ਨਹੀਂ ਹੈ, ਸਾਡੇ ਗੁਰੂ ਸਾਡੇ ਅੰਗ ਸੰਗ ਆ। ਇਹ ਕਿਰਪਾਨ ਨਹੀਂ ਹੈ, ਗੁਰੂ ਸਾਡੇ ਕੋਲ ਆ। ਆਪਾਂ ਸਿੰਘ ਆ, ਅਕਾਲ ਪੁਰਖ ਭਗਉਤੀ ਰੂਪ ਨੇ ਸਾਡਾ ਸਵਾਰੀ ਕੀਤੀ ਹੋਈ ਆ। ਠੀਕ ਆ, ਇਹ ਗੁਰੂ, ਇਹ ਸਾਡੀ ਦਸਤਾਰ ਨਹੀਂ, ਗੁਰੂ ਦਾ ਹੱਥ ਸਾਡੇ ਸਿਰ 'ਤੇ ਆ। ਠੀਕ ਹੈ, ਇਹ ਬਾਣਾ ਨਹੀਂ ਹੈ, ਗੁਰੂ ਨੇ ਸਾਡੇ ਉੱਪਰ ਸਾਡੇ ਪਰਦੇ ਢੱਕੇ ਹੋਏ ਆ। ਹਾਂਜੀ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਇਹ ਗੁਰੂ ਸਾਹਿਬ ਨੇ ਆਪ ਸਾਨੂੰ ਪੁਸ਼ਾਕ ਦਿੱਤੀ ਹੋਈ ਆ।
ਸੋ ਇਨ ਦਿਸ ਸੋਰਟ ਵੇ ਗੁਰੂ ਸਾਡੇ ਅੰਗ ਸੰਗ ਹੈ, ਗੁਰੂ ਸਾਡੇ ਵਿੱਚ ਵਰਤੇ। ਭਾਈ ਦਇਆ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਮੇਸ਼ਾ ਕਹਿੰਦੇ ਸੀ ਕਿ ਇਹਨਾਂ ਦੇ ਬਚਨ ਅਤੇ ਮੇਰੇ ਬਚਨ ਵਿੱਚ ਕੋਈ ਫਰਕ ਨਹੀਂ ਜਾਣਨਾ, ਕਿ ਇਹ ਅਤੇ ਮੇਰੇ ਸਾਡਾ ਕੋਈ ਫਰਕ ਨਹੀਂ ਹੈ। ਵੀ ਆਰ ਦ ਸੇਮ ਫੋਰਮ। ਅਸੀਂ ਭਾਈ ਦਇਆ ਸਿੰਘ ਜੀ ਦੇ ਬਾਣੇ ਪਾਏ ਆ, ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਪਾਏ ਆ। ਇਹ ਕਿਉਂ? ਕਿ ਸੋ ਵੀ ਲੂਜ਼ ਆਰਸੈਲਵਸ ਟੂ ਬਿਕਮ ਲਾਈਕ ਦੈਟ। ਜੇ ਪ੍ਰੇਮ ਦੇ ਬੰਧਨ ਵਿੱਚ ਪੈ ਗਏ ਹਾਂ ਅਤੇ ਬਾਕੀ ਸਾਰੇ ਬੰਧਨ ਟੁੱਟ ਜਾਣਗੇ। ਇਹ ਉਹ ਬੰਧਨ ਆ ਬਾਕੀ ਸਾਰੇ ਬੰਧਨਾਂ ਤੋਂ ਤੋੜਨ ਵਾਲਾ। ਇਹ ਬੰਧਨ ਵਿੱਚ ਪੈ ਜਾਓ ਭਰਾਵੋ, ਬਾਕੀ ਸਾਰੇ ਬੰਧਨ ਟੁੱਟ ਜਾਣਗੇ। ਅੱਜ ਦਾ ਟੌਪਿਕ ਇਹ ਸੀਗਾ, ਚਲੋ ਠੀਕ ਹੈ, ਆਪਣੀ ਵਿਸ਼ਾ ਚੱਲ ਰਿਹਾ ਆ ਕਿ ਸੰਸਾਰ ਵਿੱਚ ਰਹਿੰਦਿਆਂ ਕਿਵੇਂ ਉਪਰਾਮ ਰਹੀਏ। ਆਪਾਂ ਪਿਛਲੀ ਵਾਰੀ ਉਪਰਾਮਤਾ ਬੈਰਾਗ ਦੀ ਗੱਲ ਕੀਤੀ। ਫਿਰ ਵਿਸ਼ਾ ਆਉਂਦਾ ਕਿ ਪਰਿਵਾਰ ਵਿੱਚ ਵੀ ਰਹਿਣਾ। ਸਾਡੀ ਮਾਤਾ ਜੀ ਹਮੇਸ਼ਾ ਕਹਿੰਦੀ ਹੁੰਦੀ ਸੀ, ਉਹ ਠੀਕ ਹੈ ਤੂੰ ਵਧੀਆ ਸੰਗਤ ਕਰਦਾ ਆ, ਅਤੇ ਪੁੱਤ ਦੁਨੀਆ 'ਚ ਵੀ ਰਹਿਣਾ ਹੁੰਦਾ ਆ, ਦੁਨੀਆ 'ਚ ਵੀ ਰਹਿਣਾ ਹੁੰਦਾ। ਨਾਲ ਹੀ ਕਹਿੰਦੇ ਹੁੰਦੇ ਸੀਗੇ, ਉਹਨਾਂ ਦਾ ਕਹਿਣ ਦਾ ਮਤਲਬ ਵਿਆਹ ਕਰਾ ਲਈ ਜਿਹਦੇ ਨਾਲ ਤੇਰੀ ਉਮਰ ਆ ਰਹੀ ਆ। You have to get married as well. ਤੇ when we were 17, 18, we just straight up say to our parents, ਮੰਮੀ ਮੈਂ ਨਹੀਂ ਵਿਆਹ ਕਰਾਉਣਾ। ਮੈਂ ਬਾਬਾ ਹਰਨਾਮ ਸਿੰਘ ਜੀ ਦੀ ਬੁੱਕ, ਭਾਈ ਰਣਧੀਰ ਸਿੰਘ ਜੀ ਦੀ ਬੁੱਕ ਪੜ੍ਹ ਲਈ ਆ। ਮੈਂ ਸਾਰੀ ਉਮਰ ਬਸ ਜਾ ਕੇ ਜੰਗਲਾਂ 'ਚ ਪਾਠ ਕਰਨਾ ਹੁਣ। ਹਾਂਜੀ, ਮੈਂ ਬਸ ਜਾ ਕੇ ਉੱਥੇ ਲੈ ਕੇ ਨਾ ਮੈਂ ਬਸ ਆਪਣੀ ਭਗਤੀ ਕਰਨੀ ਆ। ਠੀਕ ਹੈ, ਸੋ ਜਿੱਥੇ ਅਸੀਂ ਰਹਿੰਦੇ ਨਾ Calgary, there's like Banff area, ਉੱਥੇ Rocky Mountains, so they're our version of like the Himalayan mountains, right? ਉੱਥੇ ਸਾਡੇ ਤੋਂ ਘੰਟਾ ਕੁ ਦੂਰ ਆ। ਸੋ ਅਸੀਂ ਰੋਜ਼ ਹੀ ਕਿਤੇ ਨਾ ਅਸੀਂ ਬੈਠਿਆਂ ਅਤੇ ਸਿੰਘਾਂ ਨੇ ਕਹਿਣਾ ਕਿੱਧਰ ਨੂੰ ਚੱਲੀਏ। ਅਸੀਂ ਗੱਡੀ ਪਤਾ ਨਹੀਂ ਅਣਜਾਣ ਵਿੱਚ ਹੀ ਨਾ ਗੱਡੀ like when you're driving there's like a memory route that you just drive, you don't even know, ਬਸ ਗੱਲਾਂ ਕਰਦਿਆਂ ਨਿਕਲ ਜਾਈਏ। ਬਹਾਨਾ ਸੀਗਾ ਸਿੰਘਾਂ ਨੇ ਗੱਡੀ 'ਚ ਬਹਿਣਾ, ਚਲੋ ਕੋਈ ਵਿਚਾਰ ਚੱਲ ਜੂਗੀ, ਅਤੇ ਗੱਡੀ ਪਤਾ ਨਹੀਂ ਉੱਥੇ ਪਹਾੜਾਂ 'ਚ ਲੈ ਜਾਣੀ ਅਸੀਂ। ਉੱਥੇ ਜਾ ਕੇ ਸਾਰੀ ਰਾਤ ਬੈਠੇ ਰਹਿਣਾ, ਗੱਲਾਂ ਕਰਦੇ ਰਹਿਣਾ। ਕਿਤੇ ਰਹਿਰਾ ਸਾਹਿਬ ਕਿਸੇ ਨੇ ਵਾਜੀ, ਗੱਡੀ 'ਚ ਹਮੇਸ਼ਾ ਕਿਸੇ ਸਿੰਘ ਨੇ ਵਾਜਾ ਜਾਂ ਤਬਲਾ ਰੱਖਿਆ ਹੀ ਹੁੰਦਾ ਸੀਗਾ for emergency purposes, ਕਿ ਐਮਰਜੈਂਸੀ 'ਚ ਕਿਤੇ ਵੀ ਵਾਜਾ ਤਬਲਾ ਲੋੜ ਆ ਸਕਦਾ ਆ। ਠੀਕ ਹੈ, ਸੋ there's always a ਵਾਜਾ ਤਬਲਾ in the back of the car। ਹਾਂਜੀ ਹਾਂ, ਸਪੇਅਰ ਟਾਇਰ ਨਾ ਹੋਵੇ, ਐਕਸਟਰਾ ਵਾਜਾ ਤਬਲਾ ਚਾਹੀਦਾ ਆ। ਉੱਥੇ ਜਾ ਕੇ ਸਿੰਘਾਂ ਨੇ ਬਹਿ ਕੇ ਠੀਕ ਆ ਅਖਾੜੇ ਲਾ ਲੈਣੇ ਆ। ਠੀਕ ਆ, ਅਤੇ ਇੱਦਾਂ ਹੀ ਆਨੰਦ ਮਾਣੀ ਜਾਣਾ। ਦੈਟ ਵਾਜ਼ देयर ਥਿੰਗ। ਚਲੋ ਮਾਂ ਪਿਓ ਦੀ ਚਿੰਤਾ ਹੁੰਦੀ ਆ, ਬਟ ਲਾਈਫ ਟੇਕਸ ਯੂ ਇਨਟੂ ਦਿਸ ਜ਼ਿੰਮੇਵਾਰੀ, ਇਨਟੂ ਦਿਸ ਹਾਊਸਹੋਲਡ ਲਾਈਫ ਸਟਾਈਲ, ਜਿਹੜਾ ਮਹਾਰਾਜ ਨੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਅਰ ਸਕਲ ਧਰਮ ਮੈਂ ਗ੍ਰਸਥ ਪ੍ਰਦਾਨ ਹੈ। That grist in this life, you are tested with patience. ਹਾਂਜੀ, you can for example ਇਕੱਲੇ ਬੈਠ ਕੇ ਤਾਂ ਬੜੇ ਸ਼ਾਂਤ ਰਹਿ ਸਕਦੇ ਹਾਂ। ਹਾਂਜੀ, ਜਦੋਂ ਘਰ ਵਾਲੀ ਨੇ ਜਰਾਬਾਂ ਉੱਥੇ ਸਿੱਟ ਦੇਣੀਆਂ, ਕਹਿਣਾ ਚਲੋ ਭਾਂਡੇ ਮਾਂਜਦੇ, ਨਿਆਣੇ ਨੇ ਇੱਥੋਂ ਕਹਿਣਾ ਡੈਡੀ ਤੂੰ ਸਾਨੂੰ ਲੈ ਕੇ ਨਹੀਂ ਦਿੱਤੀ, ਸਾਨੂੰ ਚੀਜ਼ ਨਹੀਂ, ਵੀਡੀਓ ਗੇਮ ਨਹੀਂ ਲੈ ਕੇ ਦਿੱਤੀ, ਅਤੇ ਉੱਪਰੋਂ ਮੋਰਗੇਜ ਆ ਰਹੀ ਆ, ਉੱਪਰੋਂ ਫਿਰ ਬੌਸ ਦਾ ਫੋਨ ਆਇਆ ਕਿ ਤੂੰ ਕੰਮ ਨਹੀਂ ਕੀਤਾ ਚੱਜ ਨਾਲ, ਐਂਡ ਆਲ ਆਫ ਦਿਸ ਟੈਂਸ਼ਨ ਇਜ਼ ਸਪਾਇਰਲਿੰਗ ਡਾਊਨ। ਫਿਰ ਕਿਤੇ ਤਾਈ ਮਾਸੀ ਦਾ ਇੰਡੀਆ ਤੋਂ ਫੋਨ ਵੀ ਆ ਜਾਣਾ, ਫਿਰ ਘਰ ਵਿੱਚ ਕਲੇਸ਼ ਵੀ ਪੈ ਜਾਣਾ, ਉਹਨੂੰ ਵੀ ਸਾਂਭਣਾ। ਠੀਕ ਹੈ, ਐਂਡ ਦੈਨ ਹੋਰ ਵੀ ਘਰ ਪਾਈਪ ਲੀਕ ਹੋ ਗਈ। ਠੀਕ ਹੈ, ਬਲਬ ਨਿਕਲ ਗਿਆ, ਅਤੇ ਘਰ ਵਾਲੇ ਨੇ ਕਹਿਣਾ ਤੈਨੂੰ ਬਲਬ ਨਹੀਂ ਚੇਂਜ ਕਰਨਾ, ਤੂੰ ਕਿਸੇ ਕੰਮ ਦਾ ਨਹੀਂ ਹੈ। ਠੀਕ ਹੈ, ਤੂੰ ਸਿੰਘ ਕਦਾ ਹੋਇਆ ਕਿ ਵੱਡੀਆਂ ਕਿਰਪਾਨਾਂ ਪਾਉਣ ਦਾ ਕੀ ਫਾਇਦਾ, ਘਰ ਤਾਂ ਸਾਂਭਿਆ ਨਹੀਂ ਜਾਂਦਾ ਤੇਰੇ ਕੋਲੋਂ, ਹੈ ਨਾ। ਸੋ ਇਹ ਗੱਲਾਂ ਸੁਣਨ ਨੂੰ ਮਿਲਦੀਆਂ, ਰਾਈਟ। ਐਂਡ ਦੈਨ ਇਜ਼ ਲਾਈਕ ਉਹ ਸੱਚ ਆਪਾਂ ਤਾਂ ਭਗਤੀ ਕਰਨੀ ਸੀਗੀ ਆਪਾਂ। ਹਾਂਜੀ, ਇਹ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਆ, ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਜਿੱਦਾਂ ਆਪਾਂ ਨਾ ਭਰਾ ਰਲ ਮਿਲ ਕੇ ਭਗਤੀ ਕਰਦੇ ਹਾਂ, ਇੱਦਾਂ ਹੀ ਆਪਣੇ ਜਿਹੜੇ ਗੁਰਬਾਣੀ ਦੇ ਵੀ ਭਗਤ ਭਰਾ ਸੀਗੇ, ਭਗਤ ਤਰਲੋਚਨ ਜੀ ਅਤੇ ਭਗਤ ਨਾਮਦੇਵ ਜੀ ਹੈ, ਉਹ ਯਾਰ ਮਿੱਤਰ ਸੀਗੇ। ਸੋ ਦੇ ਵੁੱਡ ਟਾਕ। ਹੁਣ ਕਈ ਵਾਰੀ ਤੁਹਾਡੇ ਵਿੱਚ ਵੀ ਦੋਸਤਾਂ ਵਿੱਚ ਹੋਊਗਾ, ਯੂ ਮਾਈਟ ਹੈਵ ਬੀਨ ਗਰੋਇੰਗ ਅਪ, ਮੇਬੀ ਨਾਟ ਸਮ ਯੂ ਯੰਗਰ ਗਾਈਜ਼ ਯੈਟ, ਬਟ ਯੂ ਸੀ ਇਟ ਹੈਪਨ। 16, 17, 18 ਸਾਲ ਦੀ ਉਮਰ ਵਿੱਚ ਬਹੰਗਮ ਆ ਆਪਾਂ ਮਸਤ ਹਾਂ। ਠੀਕ ਹੈ, ਆਜ਼ਾਦ ਫੌਜਾਂ। ਮੈਨੇ ਜਦੋਂ ਇੱਕ ਸਿੰਘ ਨੂੰ ਕਿਹਾ, ਮੈਂ ਮਾਮਪੁਰਖਾਂ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਦਾਸ ਦਾ ਆਨੰਦ ਕਾਰਜ ਤੈਅ ਹੋ ਗਿਆ ਕਿ ਅਗਲੇ ਸਾਲ ਆਨੰਦ ਕਾਰਜ ਆ, ਅਤੇ ਮਾਮਪੁਰਖ ਕਹਿੰਦੇ ਕਿਉਂ ਆਜ਼ਾਦੀ ਚੰਗੀ ਨਹੀਂ ਲੱਗੀ? ਉਹ ਕਹਿਣ ਦੇ ਬਹਾਨੇ ਹੀ ਹੁੰਦੇ ਆ ਕਿ ਆਜ਼ਾਦ ਫੌਜਾਂ ਹੈ, ਕੇਅਰ ਫਰੀ। ਠੀਕ ਹੈ, ਜੇ ਆਪਾਂ ਸ਼ਹੀਦ ਵੀ ਹੋ ਗਏ, ਕੋਈ ਨਹੀਂ, ਮਾਂ ਪਿਓ ਕੋਲ ਕੋਈ ਛੋਟਾ ਭਰਾ ਹੈਗਾ ਆ, he'll take care of them, right? So you can almost think carefree in that way. ਵਿਆਹ ਹੋ ਗਿਆ, more ਜ਼ਿੰਮੇਵਾਰੀਆਂ। But you'll notice, not only you, ਤੁਹਾਡੇ ਨਾਲ ਦੇ ਵੀ ਜਿਹੜੇ ਗੁਰ ਭਾਈ ਆ, ਉਹਨਾਂ ਦੇ ਵੀ ਨਾਲ ਦੀ ਨਾਲ ਆਨੰਦ ਕਾਰਜ ਹੋਏ ਹੋਣਗੇ, ਉਹਨਾਂ ਦੇ ਨਾਲ ਦੀ ਨਾਲ ਵੀ ਬੱਚੇ ਹੋਏ ਹੋਣਗੇ। ਠੀਕ ਹੈ, ਫਿਰ then you look at them and you say, ਓਏ ਤੂੰ ਵੀ ਸੰਗਤ 'ਚ ਨਹੀਂ ਆਉਂਦਾ, ਉਹ ਤੂੰ ਵੀ ਕਿੱਥੇ ਉਲਝ ਗਿਆ। ਸੋ ਇੱਕ ਦਿਨ ਭਗਤ ਤਰਲੋਚਨ ਜੀ ਅਤੇ ਭਗਤ ਨਾਮਦੇਵ ਜੀ ਨਾ ਦੋਸਤ ਸੀਗੇ। They set out together
ਉਹ ਬਾਹਰ ਗਏ ਤੇ ਉਹਨਾਂ ਨੇ ਕਿਹਾ ਆਪਾਂ ਭਗਤੀ ਕਰਨੀ ਆ। ਆਪਣਾ ਜੀਵਨ ਦਾ ਲਕਸ਼ ਉਹਨਾਂ ਨੇ ਤੈਅ ਕਰ ਲਿਆ। ਠੀਕ ਹੈ, ਜਿੱਦਾਂ ਆਪਾਂ ਸੰਗਤ ਕੀਤੀ ਆ 4 ਦਿਨ, they will talk to each other। ਠੀਕ ਹੈ, ਆਪਾਂ ਭਗਤੀ ਕਰਨੀ ਆ, ਅਕਾਲ ਪੁਰਖ ਨੂੰ ਮਿਲਣਾ, ਹੋਰ ਸਾਡਾ ਕੋਈ ਨਿਸ਼ਾਨਾ ਨਹੀਂ ਦੁਨੀਆ ਵਿੱਚ। ਦੁਨੀਆ ਸਭ ਝੂਠੀ ਆ, ਸੁੱਖ ਆਪਾਂ ਦੇਖ ਲਏ, ਭੋਗ ਕੇ ਦੇਖ ਲਿਆ ਦੁਨੀਆ ਦੇ, ਇਹਦੇ ਵਿੱਚ ਕੁਛ ਨਹੀਂ ਰੱਖਿਆ। ਭਗਤ ਨਾਮਦੇਵ ਜੀ ਉੱਧਰ ਜਾ ਕੇ ਜੰਗਲਾਂ 'ਚ ਬਹਿ ਗਏ ਤੇ ਭਗਤ ਤ੍ਰਿਲੋਚਨ ਜੀ ਉੱਧਰ ਜਾ ਕੇ ਬਹਿ ਗਏ ਇਕਾਂਤ ਵਿੱਚ ਤਪ ਕਰਨ ਵਾਸਤੇ। ਜਦੋਂ ਜਾ ਕੇ ਬੈਠੇ ਕਈ ਸਾਲ ਲੰਘ ਗਏ, ਨੇ ਕਈ ਸਾਲ ਬੀਤ ਗਏ ਤਪ ਕਰਦਿਆਂ ਕਰਦਿਆਂ, ਭਗਤੀ ਕਰਦਿਆਂ ਕਰਦਿਆਂ। ਤੇ ਇੱਕ ਦਿਨ ਜਾ ਕੇ ਫਿਰ ਭਗਤ ਤ੍ਰਿਲੋਚਨ ਜੀ ਨੇ ਸੋਚਿਆ ਕਿ ਮੈਂ ਜਾ ਕੇ ਦੇਖਾਂ ਯਾਰ ਮੇਰਾ ਮਿੱਤਰ ਕਿੱਦਾਂ, ਉਹਦੀ ਕੀ ਕੋਈ ਪ੍ਰਾਪਤੀ ਹੋਈ ਆ, ਹੈਜ਼ ਹੀ ਅਟੇਨਡ ਐਨੀਥਿੰਗ, ਉਹਦੀ ਕੋਈ ਤਰੱਕੀ ਹੋਈ ਆ। ਸੋ ਉਹ ਜਾ ਕੇ ਚੱਲ ਕੇ ਆਉਂਦੇ ਆ ਭਗਤ ਨਾਮਦੇਵ ਜੀ ਨੂੰ ਲੱਭਣ ਵਾਸਤੇ। ਹੀ ਕਮਸ ਟੂ ਫਾਈਂਡ ਭਗਤ ਨਾਮਦੇਵ ਜੀ। ਜਦੋਂ ਆਉਂਦੇ ਆ ਨਾ ਤੇ ਭਗਤ ਨਾਮਦੇਵ ਜੀ ਨੂੰ ਦੇਖਦੇ ਆ। ਭਗਤ ਨਾਮਦੇਵ ਜੀ ਫਿਰ ਕਿਰਤ ਬਿਰਤ ਵਿੱਚ ਫਸੇ ਹੋਏ ਆ। ਉਹ ਕੀ ਕਰਦੇ ਆ, ਉਹ ਪ੍ਰਿੰਟਿੰਗ ਦਾ ਕੰਮ ਹੁਣ ਕਰਦੇ ਸੀਗੇ, ਕੱਪੜਿਆਂ 'ਤੇ ਪ੍ਰਿੰਟਿੰਗ ਦਾ ਕੰਮ, ਤੇ ਸ਼ੀਪਰ ਸ਼ਾਇਲ ਹੈ ਜਿਹਨੂੰ ਆਪਾਂ ਕਹਿੰਦੇ ਆ। ਸੋ ਦੇ ਵੁੱਡ ਪ੍ਰਿੰਟ ਲਾਈਕ ਜਸਟ ਲਾਈਕ ਯੂ ਜੀ, ਤੁਸੀਂ ਅਕਾਊਂਟੈਂਟ ਦੀ ਜੋਬ ਕਰਦੇ ਆ, ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ your dad was a driver, you become a driver, your dad's a doctor, you become a doctor। ਇੱਦਾਂ ਹੀ ਉਹ ਪੀੜ੍ਹੀਆਂ ਦੇ ਵਿੱਚ ਉਹਨਾਂ ਦੀ ਉਹ ਕਿਰਤ ਚੱਲਦੀ ਹੁੰਦੀ ਸੀਗੀ। it would just continue on that form। ਤੇ ਉਹ ਆ ਕੇ ਕਹਿੰਦੇ ਕਿ ਨਾਮਾ ਮਾਇਆ ਮੋਹਿਆ। ਉਹ ਨਾਮਦੇਵ ਜੀ ਨਾਮਾ, ਕਿ ਇਨਫੋਰਮਲ ਗੱਲ ਹੈ ਨਾ, ਭਰਾਵਾਂ ਦੀ ਗੱਲ ਆ। ਕਹਿੰਦੇ ਨਾਮਾ ਮਾਇਆ ਮੋਹਿਆ, ਤੂੰ ਮਾਇਆ ਵਿੱਚ ਉਲਝ ਗਿਆ ਆ। ਮੈਂ ਤਾਂ ਤੈਨੂੰ ਭਗਤੀ ਕਰਨ ਵਾਸਤੇ ਇੱਥੇ ਛੱਡਿਆ ਸੀਗਾ। ਜਿੱਦਾਂ ਆਪਾਂ ਨਹੀਂ ਕਹਿੰਦੇ ਕਿ ਆਪਾਂ ਘਰ ਦੇ ਵਿੱਚ ਤੂੰ ਅੰਮ੍ਰਿਤ ਵੇਲਾ ਸਾਂਭਣਾ ਆ, ਤੂੰ ਇੱਦਾਂ ਕਰਨਾ, ਤੂੰ ਇੰਨੀ ਸੰਗਤ ਕਰਨੀ ਆ। ਘਰ ਜਾ ਕੇ ਦੇਖੀਏ ਤੇ ਸਿੰਘ ਇੱਕ ਹੱਥ ਵਿੱਚ ਨਿਆਣਾ, ਦੂਸਰੇ ਹੱਥ ਵਿੱਚ ਡਾਈਪਰ, ਦੂਸਰੇ ਹੱਥ ਵਿੱਚ ਕੁਛ ਹੋਵੇ, ਤਾਂ ਆਪਾਂ ਕਹੀਏ ਯਾਰ ਤੂੰ ਤਾਂ ਮਾਇਆ 'ਚ ਉਲਝ ਗਿਆ। ਹਾਂਜੀ, ਅੱਛਾ ਤੂੰ ਤਾਂ ਕੰਮ ਕਰਦਾ ਆ, ਤੂੰ ਤਾਂ ਉੱਥੇ ਕਰਦਾ। ਨਾਮਾ ਮਾਇਆ ਮੋਹਿਆ, ਤੂੰ ਇੱਥੇ ਕਿ ਕਹੇ ਤਲੋਚਨ ਮੀਤ। ਤਲੋਚਨ ਜੀ ਕਹਿ ਰਹੇ ਆ ਟੂ देयर ਫਰੈਂਡ ਭਗਤ ਨਾਮਦੇਵ ਜੀ, ਤੂੰ ਮਾਇਆ ਵਿੱਚ ਫਸ ਗਿਆ ਓਏ, ਤੂੰ ਕੀ ਇੱਥੇ ਕੰਮ ਸ਼ੁਰੂ ਕਰ ਦਿੱਤਾ। ਵਾਈ ਆਰ ਯੂ ਟ੍ਰਾਈਂਗ ਟੂ ਡੂ ਦੈਟ। ਕਾਹੇ ਸ਼ੀਪਰ ਸ਼ਾਇਲ ਹੈ, ਰਾਮ ਨਾ ਲਾਵੋ ਚੀਤ। ਤੁਸੀਂ ਕਿਉਂ ਨਹੀਂ ਰਾਮ ਦੀ ਭਗਤੀ ਕਰਦੇ, ਤੁਸੀਂ ਕੰਮ ਵਿੱਚ ਕਾਹਤੋਂ ਉਲਝ ਗਏ। ਸਾਨੂੰ ਅਸੀਂ ਵੀ ਵਰ ਸੈਟ ਔਨ ਆਊਟ ਟੂ ਭਗਤੀ। ਫਿਰ ਭਗਤ ਨਾਮਦੇਵ ਜੀ ਜਵਾਬ ਦਿੰਦੇ ਆ। ਭਗਤ ਨਾਮਦੇਵ ਜੀ ਸੇਜ਼ ਨਾਮਾ ਕਹੈ ਤਲੋਚਨ ਮੀਤ। ਹਾਂ, ਨਾਮਾ ਕਹੈ ਤਲੋਚਨਾ ਮੁਖ ਤੇ ਰਾਮ ਸੰਭਾਲ। ਦੇ ਔਨ ਯਰ ਟੰਗ ਤੂੰ ਰਸਨਾ ਦੇ ਉੱਪਰ ਜਾਪ ਕਰਿਆ ਕਰ। ਦੇ ਫਰੈਂਡ, ਕਿਉਂਕਿ ਭਗਤ ਨਾਮਦੇਵ ਜੀ ਸ਼ੀਪਰ ਸ਼ਾਲਾ ਦਾ ਕੰਮ ਕਰਦੇ ਸੀਗੇ। ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। while doing your job with your hands and your feet, while walking around, ਠੀਕ ਹੈ ਮੋਰਗੇਜ ਵੀ ਪੇ ਕਰਨੀ ਆ, ਠੀਕ ਹੈ ਆਪਾਂ ਕੱਪੜੇ ਹੁਣ ਆਪਾਂ ਠੀਕ ਹੈ ਕੈਂਪ ਵਿੱਚ ਆਏ ਆ, ਪਰ ਇਹ ਵੀ ਚਿੰਤਾ ਹੋਣੀ ਹੈ। ਠੀਕ ਹੈ, ਬਾਕੀ ਸਿੰਘਾਂ ਦੇ ਕਛਹਿਰੇ ਲੰਬੇ ਲੰਬੇ, ਮੇਰੇ ਇੱਥੇ ਤੱਕ ਹੀ ਆ, ਮੈਨੂੰ ਹੁਣ ਨਵੇਂ ਸੋਣੇ ਪੈਣੇ ਆ। ਹਾਂਜੀ, ਉੱਥੇ ਵੀ ਜਾ ਕੇ ਉਹਦੇ ਵਾਸਤੇ ਦਮੜੇ ਵੀ ਚਾਹੀਦੇ ਆ। ਉਹਦੇ ਵਾਸਤੇ even to literally live your Khalsa lifestyle, you have to find some sort of maya, right? My mom would love me saying this right now. She's like, ਹਾਂ ਪਤਾ, ਚੰਗੀ ਗੱਲ ਕੀਤੀ, ਪੈਸੇ ਕਮਾਉਣੇ ਜ਼ਰੂਰੀ ਆ। ਠੀਕ ਹੈ, this is the reality of life that we live। ਹਾਂ, ਸੋ ਮੇਰੇ ਨਾਲ ਫਿਰ ਜਪਿਓ। ਨਾਮਾ ਕਹਿ ਤਿਲੋਚਨਾ, ਨਾਮਾ ਕਹਿ ਤਿਲੋਚਨਾ, ਮੁਖ ਤੇ ਰਾਮ ਸਮਾਲ, ਮੁਖ ਤੇ ਰਾਮ ਸਮਾਲ। ਹਾਥ ਪਾਉ ਕਰ ਕਾਮ ਸਭ, ਹਾਥ ਪਾਉ ਕਰ ਕਾਮ ਸਭ। ਚੀਤ ਨਿਰੰਜਨ ਨਾਲ, ਜੀਤ ਨਿਰੰਜਨ ਨਾਲ। ਹਾਂ, with your hands and feet you are doing your kirt, but ਤੁਸੀਂ ਚਿੱਤ ਦੇ ਨਾਲ ਤੁਸੀਂ ਆਪਣੀ ਸੁਰਤੀ ਉੱਥੇ ਜੋੜ ਕੇ ਲਾ ਕੇ ਰੱਖਣੀ ਆ। ਇੱਕ ਮੈਂ ਹੋਰ ਸਾਖੀ ਰੂਪ ਵਿੱਚ ਉਦਾਹਰਨ ਦੇ ਦੇਵਾਂ। ਇੱਕ ਗੁਰਸਿੱਖ ਸੀ, ਖੇਤਾਂ ਵਿੱਚ ਕੰਮ ਕਰਦਾ। ਖੇਤੀਬਾੜੀ ਕਰਨੀ ਹੁੰਦੀ ਹੈ, ਪਹਿਲਾਂ ਹਲ ਵਾਹੁਣਾ ਹੁੰਦਾ, ਬੀਜ ਬੀਜਣਾ ਹੁੰਦਾ, then you wait for grow, ਪਾ ਕੇ ਜੇ ਠੀਕ ਹੈ ਮੀਂਹ ਨਹੀਂ ਪਿਆ ਤੇ ਆ ਕੇ ਪਾਣੀ ਲਾਉਣਾ ਪੈਂਦਾ। you have to check up on it, you have to ਬੜੇ ਕੰਮ ਕਰਨ ਵਾਲੇ ਹੁੰਦੇ ਆ। ਫਿਰ ਜਾ ਕੇ ਵੱਢਣ ਵਾਲੇ ਵੀ, harvesting season is the most difficult। ਉਹ ਜਾ ਕੇ you have to harvest everything, ਸਾਰੇ ਵੱਢਣਾ ਪੈਂਦਾ ਆ। ਤੇ ਉਹ ਨਾ ਇੱਕ ਦਿਨ ਬੈਠਾ ਨਾ, ਉਹਨੇ ਕਿਤੇ ਜਿੱਦਾਂ ਆਪਾਂ ਇੱਥੇ ਕਹਿ ਲਓ ਆਪਣੇ ਖੇਤ ਆ, ਉਹ ਜੰਗਲ ਆ, ਉਹ ਜੰਗਲਾਂ ਵਿੱਚ ਨਾ ਉੱਥੇ ਜਾ ਕੇ ਉਹਨੇ ਕਿਤੇ ਦੇਖ ਲਿਆ ਇੱਕ ਯੋਗੀ ਬੈਠਾ ਆ।
ਯੋਗੀ ਬੈਠ ਕੇ ਪੱਥਰ ਦੇ ਉੱਪਰ ਬੈਠਾ ਆ, ਪੱਥਰ 'ਤੇ ਬੈਠ ਕੇ ਨਾ ਜਟਾਧਾਰੀ ਆ, ਬੈਠ ਕੇ ਤੇ ਉਹ ਆਪਣੀ ਠੀਕ ਹੈ ਤਪੱਸਿਆ ਕਰ ਰਿਹਾ, ਜਪ ਕਰ ਰਿਹਾ ਆ। ਤੇ ਉਹ ਗੁਰਸਿੱਖ ਦੇ ਮਨ ਦੇ ਵਿੱਚ ਆ ਗਿਆ, ਵੇਖੋ ਕਿੰਨੀ ਭਗਤੀ ਕਰਨ ਵਾਲਾ ਤੇ ਮੈਂ ਤਾਂ ਕੰਮਾਂ ਕਾਰਾਂ ਵਿੱਚ ਫਸਿਆ ਆ। ਉਹ ਤਾਂ ਕਿੰਨੀ ਭਗਤੀ ਕਰ ਰਿਹਾ, ਆਪਣਾ ਜਨਮ ਸਫਲਾ ਕਰ ਰਿਹਾ ਆ, ਤੇ ਮੇਰਾ ਕੋਈ, ਮੈਂ ਤਾਂ ਕੁਛ ਕਰ ਹੀ ਨਹੀਂ ਸਕਦਾ। ਹਾਂਜੀ, ਸੋ ਉਹਨੇ ਸੋਚਿਆ ਚਲੋ ਠੀਕ ਆ, ਮੈਂ ਹੋਰ ਕੁਛ ਨਹੀਂ ਕਰ ਸਕਦਾ। ਉਹਨਾਂ ਨੂੰ ਇਹ ਪੰਕਤੀ ਯਾਦ ਆ ਗਈ। ਉਹਨਾਂ ਨੇ ਕਿਹਾ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਉਹਨਾਂ ਨੇ ਉਹੀ ਕੰਮ ਕੀਤਾ। ਤੇ ਉਹ ਖਰਿਟ। ਹਾਂਜੀ, ਜਿਹੜੀ ਤੁਸੀਂ ਕਹਿ ਰਹੇ ਨਹੀਂ ਸਾਡੀ ਜੋਬ ਵੀ ਦਿਮਾਗੀ, ਉਹ ਆਪਾਂ ਬਾਅਦ 'ਚੋਂ ਗੱਲ ਕਰਦੇ ਹਾਂ, ਉਹ ਥਾਕ ਟੂ ਗੈਟ ਟੂ ਦੈਟ ਆਫਟਰ। ਚਲੋ ਹੱਥ ਪਾਉ ਕਰ ਆਪਾਂ ਉਹ ਕੰਮ ਕੀਤਾ ਆ। ਸੋ ਉਹ ਪੱਠੇ ਕੁਤਰਦੇ ਆਈ, ਉਹਨਾਂ ਨੇ ਸਿਮਰਨ ਦਾ ਜਾਪ ਸ਼ੁਰੂ ਕਰਤਾ, ਵਾਹਿਗੁਰੂ 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 ਵਾਹਿਗੁਰੂ, ਜਪਦਿਆਂ ਠੀਕ ਹੈ ਕਿਰਤ ਕੀਤੀ। ਸੋ ਇਜ਼ ਡੂਇੰਗ ਹਿਸ ਜੋਬ ਐਜ਼ ਇਜ਼ ਵਰਕਿੰਗ। ਜਿਹੜਾ ਯੋਗੀ ਹਨ, ਜਿਹੜਾ ਸਿੱਖ ਸੀ, ਉਹਨੇ ਯੋਗੀ ਦੇ ਦਰਸ਼ਨ ਕਰਕੇ ਉਹਨੇ ਪ੍ਰੇਰਨਾ ਲੈ ਲਈ ਕਿ ਮੈਨੂੰ ਨਾਮ ਜਪਣਾ ਚਾਹੀਦਾ। ਵੇਖੋ ਉਹ ਜਨਮ ਸਫਲਾ ਕਰ ਰਿਹਾ ਆ, ਤੇ ਪਰ ਜਿਹੜਾ ਯੋਗੀ ਸੀਗਾ ਉਹ ਬੈਠ ਕੇ ਅਹੰਕਾਰੀ ਹੋ ਗਿਆ। ਉਹਨੇ ਦੇਖ ਕੇ ਦੇਖਿਆ, ਉਹ ਵੇਖ ਕੰਮ ਕਰਦਾ, ਉਹ ਵੇਖ ਉਹ ਨਾਮ ਨਹੀਂ ਜਪਦਾ, ਉਹ ਤਾਂ ਦੁਨੀਆ ਵਿੱਚ ਫਸਿਆ ਹੋਇਆ ਆ। ਕਹਿੰਦਾ ਮੈਂ ਤਾਂ ਭਗਤੀ ਕਰਨ ਵਾਲਾ ਆ। ਭਗਤੀ ਕਰਕੇ ਜੰਗਲਾਂ 'ਚ ਬੈਠ ਕੇ, ਪੱਥਰਾਂ ਦੇ ਉੱਪਰ ਬੈਠ ਕੇ ਉਹਨੇ ਸੋਚਿਆ ਕਿ ਵੇਖੋ ਮੈਨੂੰ ਇਸ ਚੀਜ਼ ਦਾ ਫਲ ਮਿਲੂਗਾ। ਤੇ ਉਹਨੇ ਸੋਚਿਆ ਨਿਆਂ, ਕਿ ਮੈਨੂੰ ਨਿਆਂ ਚਾਹੀਦਾ, ਆਈ ਨੀਡ ਦਿਸ ਜਸਟਿਸ, ਕਿ ਜਿੰਨੀ ਮੈਂ ਭਗਤੀ ਕੀਤੀ ਹੈ ਉਹਨੂੰ ਉਹਦਾ ਮੈਨੂੰ ਫਲ ਵੀ ਮਿਲਣਾ ਚਾਹੀਦਾ। ਆਪਾਂ ਤਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਇੱਕ ਨਹੀਂ ਆਸ ਕੀ ਜੋ ਲਿਖਿਆ ਵਰਤੈ ਸੋਏ, ਆਸ ਕੇ ਨਾ ਆਖੀ ਹੈ ਜੇ ਲਿਖਿਆ ਵਰਤੈ ਸੋਏ। ਸੋ ਯੂ ਡੋਂਟ ਕਾਲ ਦੈਟ ਪਰਸਨ ਅ ਟਰੂ ਆਸ਼ਿਕ, ਜਿਹੜਾ ਲਿਖਿਆ ਵਰਤੈ, ਯੂ ਡੂ ਅ ਟ੍ਰੇਡ ਸਿਸਟਮ। ਸੋ ਠੀਕ ਹੈ, ਉਹ ਬੈਠਾ ਤੇ ਉਹ ਕਹਿੰਦਾ ਨਿਆ। ਚਲੋ ਉਹਨੇ ਸਾਰੀ ਜ਼ਿੰਦਗੀ ਤਪ ਕੀਤੀ, ਤੇ ਜਿਹੜਾ ਗੁਰਸਿੱਖ ਜਿਹੜਾ ਖੇਤਾਂ ਵਿੱਚ, ਉਹਨੇ ਸਾਰੀ ਉਮਰ ਜਾਪ ਕੀਤਾ। ਤੇ ਜਿਹੜੇ ਅਨੁਭਵੀ ਪੁਰਸ਼ਾਂ ਨੇ ਲਿਖੀ ਆ ਸਾਖੀ, ਉਹ ਫਿਰ ਦਰਗਾਹ ਦੀ ਵੀ ਗੱਲ ਸੁਣਾ ਦਿੰਦੇ। ਜਿੱਦਾਂ ਭਾਈ ਮਨਵੀਰ ਸਿੰਘ ਜੀ ਲੈਕਚਰ ਵਿੱਚ ਦੱਸਿਆ ਸੀ ਨਾ, ਗੁਰਮੁਖ ਸਹਿਜੇ ਆਵੋ ਜਾਓ, ਗੁਰਮੁਖਾਂ ਨੂੰ ਦਰਸ਼ਨ ਹੋ ਜਾਂਦੇ ਕਿ ਉੱਥੇ ਕੀ ਵਾਪਰਦਾ, ਇੱਥੇ ਕੀ ਵਾਪਰਦਾ ਆ। ਹਾਂਜੀ, ਜਿੱਦਾਂ ਹਰ ਕੈ ਦਰ ਵਰਤਿਆ, ਗੁਰੂ ਨਾਨਕ ਆਖ ਸੁਣਾਇਆ ਕਿ ਤਪੇ ਦੇ ਨਾਲ ਕੀ ਹੋਇਆ। ਗੁਰੂ ਰਾਮਦਾਸ ਜੀ ਮਹਾਰਾਜ ਨੇ ਦੱਸਿਆ ਕਿ ਤਪਾ ਜਿੱਥੇ ਮਹਾ ਹਥਿਆਰਿਆ, ਉਹਨੂੰ ਉੱਥੇ ਜਾ ਕੇ ਪਹੁੰਚਾਇਆ ਗਿਆ, ਕਿਉਂਕਿ ਉਹਨੇ ਗੁਰੂ ਅਮਰਦਾਸ ਜੀ ਦੀ ਨਿੰਦਿਆ ਕੀਤੀ ਸੀਗੀ। ਠੀਕ ਆ, ਉਹਨੂੰ ਚੁਣ ਵੱਖ ਕੱਢਿਆ ਜੰਜਮਾਲਿਆ, ਤੇਰੇ ਨਾਏ ਰਤੇ ਸੀ ਜਿਣ ਗਏ, ਹਾਰ ਗਏ ਸੀ ਠੱਗਣ ਵਾਲਿਆ। ਮਹਾਰਾਜ ਨੇ ਸਾਨੂੰ ਸਭ ਕੁਝ ਕਰਕੇ ਦਿਖਾਇਆ। ਦੇ ਸਪੋਕ ਇਟ, ਦੇ ਮੈਨੀਫੈਸਟਡ ਇਟ, ਹੈ ਨਾ। ਇਟਸ ਨਾਟ ਅ ਗੁਪਤ ਗੱਲ, ਇਟਸ ਨਾਟ ਲਾਈਕ ਅ ਵਿਸ਼ੀ ਵਾਸ਼ੀ ਟੌਪਿਕ ਵਟ ਹੈਪਨਸ ਡੈਥ ਔਰ ਐਨੀਥਿੰਗ। ਮਹਾਰਾਜ ਨੇ ਪ੍ਰਗਟ ਕਰਕੇ ਦਿਖਾ ਦਿੱਤਾ। ਵੇਖੋ ਉਹਦੇ ਨਾਲ ਇਹ ਹੋਇਆ, ਗੁਰਮੁਖਾਂ ਨੂੰ ਵੀ ਅਨੁਭਵ ਵਿੱਚੋਂ ਇਹ ਚੀਜ਼ਾਂ ਦਿਖ ਪੈਂਦੀਆਂ ਆ। ਗੁਰਮੁਖ ਸਹਿਜੇ ਆਵੋ ਜਾਓ, ਜਾ ਕੇ ਦਰਗਾਹ ਵਿੱਚ ਪਹੁੰਚਦੇ ਆ, ਆਉਂਦੇ ਜਾਂਦੇ ਰਹਿੰਦੇ ਆ, ਕਿਉਂਕਿ ਇੱਥੇ ਉਹ ਜੀਵਨ ਮੁਕਤ ਆ। ਦੇ ਕੈਨ ਕਮ ਐਂਡ ਗੋ ਐਜ਼ ਦੇਅਰ ਪਲੀਜ਼। ਸੋ ਜਿਹੜੇ ਅਨੁਭਵੀ ਪੁਰਸ਼ ਇਹ ਲਿਖ ਰਹੇ ਆ, ਉਹ ਕਹਿੰਦੇ ਦਰਗਾਹ ਵਿੱਚ ਕੀ ਵਰਤਿਆ। ਜਿਹੜਾ ਖੇਤਾਂ ਵਿੱਚ ਜਾਪ ਕਰਨ ਵਾਲਾ ਸੀਗਾ, ਉਹਨੇ ਜਾ ਕੇ ਉਹਨੇ ਇਹ ਕੀਤੀ, ਮਹਾਰਾਜ ਮੇਰੇ 'ਤੇ ਬਖਸ਼ਿਸ਼ ਕਰੋ ਕਿ ਮੈਂ ਤਪ ਕਰਨ ਜੋਗਾ ਨਹੀਂ ਹੈ, ਮੇਰੇ ਕੋਲੋਂ ਉਹ ਯੋਗੀ ਵਰਗਾ ਬਣਿਆ, ਮੇਰੇ ਤੋਂ ਸਮਾਂ ਨਹੀਂ ਕੱਢਿਆ ਜਾ ਰਿਹਾ, ਪਰ ਮੈਂ ਕਿਰਤ ਕਰਦਿਆਂ ਠੀਕ ਮੈਂ ਤੁਹਾਡਾ ਨਾਮ ਜਪੂੰਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪਦਾ 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 ਠੀਕ ਹੈ। ਸਮਾਂ ਆ ਗਿਆ, ਅੰਤਕਾਲ ਦੇ ਵਿੱਚ ਨਾਰਾਇਣ ਸਿਮਰਿਆ, ਉੱਥੇ ਜਾ ਕੇ ਪਹੁੰਚ ਗਏ। ਹੱਥ ਜੋੜ ਕੇ ਬੇਨਤੀ, ਉਹਨਾਂ ਨੇ ਸਾਰੀ ਉਮਰ ਇਹ ਕੀਤੀ ਬੇਨਤੀ ਕਿ ਮਹਾਰਾਜ ਬਖਸ਼ ਲੈ, ਬਖਸ਼ 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 ਬਖਸ਼, ਇਹ ਮਨ ਦੇ ਵਿੱਚ ਸੀਗਾ। ਅਤੇ ਜਦੋਂ ਉੱਥੇ ਜਾ ਕੇ ਨਾਮ ਦਾ ਲੇਖਾ ਜੋਖਾ ਠੀਕ ਹੈ, ਥੋੜ੍ਹਾ ਉੱਪਰ ਥੱਲੇ ਹੋਇਆ ਵੀ ਹੋਊਗਾ, ਪਰ ਜਿਹਦਾ ਨਾਮ ਲਿਖਿਆ ਕੋ ਤੈਨੂੰ ਛੁੱਟੀ ਹੈ, ਖਿੰਡ ਖਿੰਡ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰੇ ਉਤਾਰ। ਉਹ ਇੱਕ ਮਹਾਰਾਜ ਦੀ ਕਲਾ, ਇੱਕ ਸਿਸਟਮ ਬਣਿਆ ਨਾ, ਪਰ ਉਹਦੇ ਉੱਪਰ ਇੱਕ ਹੋਰ ਮਹਾਰਾਜ ਦੀ ਕਲਾ ਆ, ਸਿਸਟਮ ਹੈ। ਜਿੱਦਾਂ ਚਲੋ ਮੈਂ ਇੱਥੇ ਆਹ ਸਟੋਰੀ ਪੌਜ਼ ਕਰ ਸਕਦਾ, ਥੋੜ੍ਹੀ ਇੱਕ ਉਦਾਹਰਨ ਮੈਂ ਐਡ ਕਰਨੀ ਇਹਦੇ ਵਿੱਚ। ਆਈ ਕਮ ਬੈਕ ਟੂ ਦਿਸ ਸਟੋਰੀ। ਇੱਕ ਪੰਡਿਤ ਨਿਤਿਆਨੰਦ ਜੀ ਆਏ ਆ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਬਾਰ ਵਿੱਚ। ਪੰਡਿਤ ਨਿਤਿਆਨੰਦ ਜੀ, ਉਹ ਵੇਦਾਂ ਅਤੇ ਗੀਤਾ ਦੇ ਬੜੇ ਵਿਦਵਾਨ ਸੀ। ਮਹਾਰਾਜ ਨੇ ਬੁਲਾਇਆ ਕਿ ਆ ਕੇ ਸਾਰੇ ਸਿੰਘਾਂ ਨੂੰ ਵੇਦਾਂ ਦਾ ਤੁਸੀਂ ਪਾਠ ਕਰਕੇ ਅਤੇ ਅਰਥ ਸੁਣਾਓ। ਸਿੰਘ ਮਤਲਬ ਸਾਰਾ ਕੁਛ ਸਿੱਖ ਚਾਹੁੰਦੇ ਸੀਗੇ, ਕੁਛ ਸਿੱਖਣ 'ਚ ਹਰਜ ਨਹੀਂ, ਧਿਆਨ ਗੁਰੂ ਵੱਲ ਹੀ ਆ। ਹਾਂਜੀ, ਅਤੇ ਪੰਡਿਤ ਨੇ ਕਥਾ ਕੀਤੀ, ਪੰਡਿਤ ਨਿਤਿਆਨੰਦ ਕਰ ਰਿਹਾ ਆ, ਹੀ ਇਜ਼ ਡੂਇੰਗ ਕਥਾ। ਇਹ ਮਹਾਰਾਜ ਦਾ ਇੱਕ ਜੋੜਨ ਦਾ ਤਰੀਕਾ ਹੀ ਹੁੰਦਾ। ਉਹਨਾਂ ਨੇ ਕਥਾ ਕੀਤੀ ਅਤੇ ਕਿੰਨੇ ਦਿਨ ਕਥਾ ਚੱਲਦੀ। ਇੱਕ ਦਿਨ ਨਾ ਕਥਾ ਦੇ ਵਿੱਚ ਪ੍ਰਸੰਗ ਆਇਆ ਕਿ ਇੱਥੋਂ ਦਰਗਾਹ ਤੱਕ ਧਰਮਰਾਜ ਦੀ ਕਚਹਿਰੀ ਤੱਕ ਪਹੁੰਚਣ ਵਾਸਤੇ 1 ਸਾਲ ਦਾ ਰਸਤਾ ਆ। ਕਹਿੰਦੇ 1 ਸਾਲ ਦਾ ਰਸਤਾ ਆ।
ਕਹਿੰਦੇ ਰਸਤੇ ਦੇ ਵਿੱਚ ਜਮਦੂਤਾਂ ਨੇ ਇੱਦਾਂ ਕੇਸਾਂ ਤੋਂ ਖਿੱਚ ਕੇ ਫਿਰ ਕੁੱਟਣਾ ਹੁੰਦਾ, ਮੋਟੇ ਸੋਟੇ ਹੁੰਦੇ, ਬਾਂਹ ਮੁੜਦੀ ਹੁੰਦੀ, ਮੂੰਹ ਜਿਹਾ ਇੰਨਾ ਪਤਲਾ ਜਿਹਾ ਮੂੰਹ ਹੁੰਦਾ, ਦੇ ਸਖਤ ਬਲੱਡ, ਇੱਦਾਂ ਦਾ ਸਿਰ ਘੋੜੇ ਵਰਗਾ ਹੁੰਦਾ, ਲੱਤਾਂ ਇਹੋ ਜਿਹੀਆਂ ਹੁੰਦੀਆਂ, ਡਿਸਕ੍ਰਾਈਬਡ ਇਟ ਆਲ ਸਾਰਾ ਐਂ, ਚਲੋ ਜਿੱਦਾਂ ਉਹਨਾਂ ਨੇ ਪੁਰਾਣਾ ਵਿੱਚ ਲਿਖਿਆ ਸਾਰਾ ਕੁਝ ਕਹਿ ਦਿੱਤਾ ਹੈ ਨਾ, ਐਕਸਪਲੇਨ ਕਰ ਦਿੱਤਾ। ਇੱਦਾਂ ਕੁੱਟਦੇ ਆ, ਫਿਰ ਊਠਾਂ ਦੇ ਪਿੱਛੇ ਜਾ ਕੇ ਬੰਨ੍ਹ ਕੇ ਫਿਰ ਰੇਤੇ ਵਿੱਚ ਦੀ ਖਿੱਚ ਕੇ ਲੈ ਕੇ ਜਾਂਦੇ ਆ। ਫਿਰ ਇਟਸ ਲਾਈਕ ਅ ਲੌਂਗ ਡਿਸਟੈਂਸ। ਜਿਨ੍ਹਾਂ ਨੇ ਜ਼ਿਆਦਾ ਪਾਪ ਕੀਤੇ ਆ, ਠੀਕ ਆ, ਉਹਨਾਂ ਦਾ ਜ਼ਿਆਦਾ ਦੰਡ ਆ, ਅਤੇ ਜਿਨ੍ਹਾਂ ਨੇ ਪੁੰਨ ਵੀ ਕੀਤੇ ਆ, ਜਿਹੜੇ ਜਮਦੂਤ ਆ ਨਾ, ਉਹਨਾਂ ਦਾ ਰਸਤਾ ਸੌਖਾ ਕਰਨ ਵਾਸਤੇ ਉਹਨਾਂ ਦੇ ਪੁੰਨ ਮਤਲਬ ਟਰੇਡ ਕਰ ਲੈਂਦੇ ਆ, ਉਹ ਪੁੰਨ ਲੁੱਟ ਲੈਂਦੇ ਆ। ਪਰ ਜਿਹੜਾ ਰਾਮ ਦਾ ਨਾਮ ਆ ਉਹ ਲੁੱਟਿਆ ਨਹੀਂ ਜਾ ਸਕਦਾ, ਇਹ ਇੱਕ ਨੁਕਤਾ ਆ। ਸੋ ਗੋਡਸ ਨੇਮ ਕੈਨ ਨਾਟ ਬੀ ਲੂਟਡ। ਪਰ ਜਿਹੜੇ ਬਾਕੀ ਚਲੋ ਪਾਪ ਪੁੰਨ ਕੀਤੇ, ਆਪਾਂ ਥੋੜ੍ਹਾ ਦਇਆ ਦਾ ਕੰਮ ਕੀਤਾ, ਨਾਈਸ ਕੰਮ ਕੀਤੇ, ਆਪਾਂ ਕਿਸ ਨੂੰ ਮਿੱਠਾ ਬੋਲੇ ਆ, ਉਹ ਇਹੋ ਜਿਹੇ ਜਿਹੜੇ ਕੰਮ ਆ ਨਾ, ਇਹ ਲੁੱਟੇ ਜਾ ਸਕਦੇ ਆ। ਸੋ ਉਹ ਲੁੱਟਦੇ ਆ, ਉੱਥੇ ਜਾ ਕੇ ਕਹਿੰਦੇ 1 ਸਾਲ ਦਾ ਰਸਤਾ, ਚਲੋ ਠੀਕ ਹੈ। ਉਹ ਕਹਿੰਦੇ ਇੰਨਾ ਰਸਤਾ ਆ, ਸਾਲ ਪਹੁੰਚਦਾ ਉੱਥੇ ਜਾ ਕੇ ਇੱਦਾਂ। ਅਤੇ ਜਦੋਂ ਆਪਾਂ ਬਾਅਦ 'ਚ ਨਹੀਂ ਸਿੰਘ ਕਥਾ ਹੋ ਗਈ, ਬਾਅਦ 'ਚ ਤੁਸੀਂ ਵੀ ਬਾਅਦ 'ਚੋਂ ਵਿਚਾਰਾਂ ਕਰਨੀਆਂ, ਇੱਦਾਂ ਸਿੰਘ ਬੈਠ ਕੇ ਨਾ ਆਪਸ ਵਿੱਚ ਵਿਚਾਰਾਂ ਕਰ ਰਹੇ ਸੀਗੇ। ਅਤੇ ਸਿੱਖ ਬੈਠ ਕੇ ਇੱਕ ਸਿੱਖ ਕਹਿੰਦਾ ਲੈ ਯਾਰ ਪੰਡਿਤ ਕਿਹੜਾ ਸਾਲ ਲੱਗਦਾ, ਯਾਰ ਸਾਲ ਕਿੰਨਾ ਲੰਬਾ ਸਮਾਂ। ਮਹਾਰਾਜ ਦੇ ਸਿੱਖ ਮਸਤਾਨੇ ਸੀਗੇ ਨਾ, ਉਹਨੇ ਕਹਿਣਾ ਯਾਰ ਸਾਲ ਲੱਗਦਾ, ਮੈਂ ਯਾਰ ਮਹੀਨੇ 'ਚ ਜਾ ਕੇ ਆ ਜਾਊਂਗਾ, ਹਾਂ ਸਿੱਖ ਕਹਿੰਦਾ। ਦੂਸਰਾ ਕਹਿੰਦਾ ਮਹੀਨਾ ਕੀ, ਮੈਂ ਦਿਹਾੜੀ 'ਚ ਜਾ ਕੇ ਆ ਜਾਊਂਗਾ, ਲੋ ਦਿਹਾੜੀ ਮੈਂ 1 ਪੈਰ 'ਚ ਆ ਜਾਊਂਗਾ। ਅਗਲਾ ਕਹਿੰਦਾ, ਅਗਲਾ ਫਿਰ ਕੰਪੀਟੀਸ਼ਨ ਹੋ ਜਾਏ ਨਾ ਸਿੰਘਾਂ 'ਚ। ਸਿੰਘ ਕਹਿੰਦਾ 1 ਪੈਰ 'ਚ ਕੀ, ਮੈਂ ਅੱਖ ਝਮਕਣ ਦੇ ਵੇਲੇ ਦੇ ਵਿੱਚ ਉੱਥੇ ਜਾ ਕੇ ਹੱਥ ਲਾ ਕੇ ਅਤੇ ਮੈਂ ਕੁੱਟ ਕੇ ਵੀ ਆ ਕੇ ਸਾਰਿਆਂ ਨੂੰ ਆ ਜਾਊਂਗਾ। ਮਸਤਾਨੇ ਸਿੰਘ ਆ, ਜੋ ਮਰਜ਼ੀ ਬੋਲਣ, ਠੀਕ ਹੈ, ਮਹਾਰਾਜ ਦੀਆਂ ਫੌਜਾਂ ਆ। ਕਹਿੰਦੇ 1 ਅੱਖ ਝਮਕਣ ਦੇ ਵੇਲੇ ਦਾ ਟਾਈਮ ਇਟ ਟੇਕਸ ਫॉर ਯੂ ਟੂ ਬਲਿੰਕ ਐਨ ਆਈ ਵਿਲ ਗੋ ਟੂ ਜੰਪੁਰੀ ਐਂਡ ਕਮ ਬੈਕ ਰਾਈਟ ਅਵੇ। ਹਾਂਜੀ, ਅਤੇ ਪੰਡਿਤ ਓਵਰਹਰਡ ਥੀਸ ਥਿੰਗਸ। ਉਹ ਕਹਿੰਦੇ ਹੀ ਵੈਂਟ ਟੂ ਗੁਰੂ ਹਰਗੋਬਿੰਦ ਮਹਾਰਾਜ, ਕਿ ਮਹਾਰਾਜ ਇਹ ਵੇਖੋ ਤੁਹਾਡੇ ਸਿੱਖ ਕਿਹੋ ਜਿਹੀਆਂ ਗੱਲਾਂ ਕਰਦੇ ਆ, ਇਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਕਿ ਮੇਰੇ ਵੇਦ ਪੁਰਾਣ ਇਹ ਕਹਿ ਰਹੇ ਸਾਲ ਲੱਗਦਾ ਆ, ਜਾਂ ਤਾਂ ਮੇਰੇ ਗ੍ਰੰਥ ਝੂਠ ਬੋਲ ਰਹੇ ਆ ਜਾਂ ਤੁਹਾਡੇ ਸਿੱਖ ਝੂਠ ਬੋਲ ਰਹੇ ਆ। ਇਟ ਕੈਨ ਓਨਲੀ ਬੀ ਵਨ ਔਰ ਦੀ ਅਦਰ। ਮਹਾਰਾਜ ਨੂੰ ਸਵਾਲ ਪੁੱਛਿਆ ਅਤੇ ਮਹਾਰਾਜ ਹੱਸ ਕੇ ਬੋਲੇ, ਉਹ ਕਹਿੰਦੇ ਦੋਨੇ ਸਹੀ ਆ, ਦੋਨੇ ਸਹੀ ਆ। ਉਹ ਕਿਵੇਂ? ਉਹ ਪੰਡਿਤ ਦੁਬਦਾ 'ਚ ਪੈ ਗਿਆ। ਉਹ ਕਹਿੰਦੇ ਮਹਾਰਾਜ ਜੀ ਕਿਵੇਂ ਹੋ ਸਕਦਾ? ਕਹਿੰਦੇ ਤੇਰੇ ਪੁਰਾਣ ਇੱਕ ਸਿਸਟਮ ਦੱਸ ਰਹੇ ਆ ਜ਼ਰੂਰ, ਹਾਂਜੀ, ਕਿ ਇੱਕ ਦੱਸ ਰਹੇ ਆ ਕਿ ਇੱਦਾਂ ਇੱਦਾਂ, ਪਰ ਤੂੰ ਭੁੱਲ ਗਿਆ ਪੁਰਾਣਾਂ ਨੂੰ। ਇਹ ਨਹੀਂ ਪਤਾ ਇਹਨਾਂ ਦੇ ਸਿਰ ਦੇ ਉੱਪਰ ਗੁਰੂ ਦਾ ਹੱਥ ਆ, ਇਹਨਾਂ ਦੇ ਸਿਰ ਵਿੱਚ ਗੁਰੂ ਵਰਤ ਰਿਹਾ ਆ। ਇਹ ਉਹ ਸਿਸਟਮ ਵਿੱਚੋਂ ਜਿਵੇਂ ਨਿਕਲਣ, ਜਿਵੇਂ ਮਰਜ਼ੀ ਮੌਜਾਂ ਕਰਨ, ਇਹ ਗੁਰੂ ਦੀ ਥਾਪੜਾ ਆ, ਇਹ ਗੁਰੂ ਦੀ ਕਲਾ ਆ। ਦੇਰ ਇਜ਼ ਅ ਵੇ ਦ ਵਰਲਡ ਇਜ਼ ਕ੍ਰੀਏਟਡ, ਦੇਰ ਇਜ਼ ਦ ਵੇ। ਵੀ ਆਪਾਂ ਸਿੱਖ ਦੇ ਤੌਰ 'ਤੇ ਮਹਾਰਾਜ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਤੁਸੀਂ ਨੋਟ ਕੀਤਾ ਹੋਊਗਾ, ਗੁਰਬਾਣੀ ਪੜ੍ਹਦੇ ਹਾਂ, ਮਹਾਰਾਜ ਦਾ ਕਦੇ ਵੀ ਇਹ ਵਿਸ਼ਾ ਨਹੀਂ ਹੈ ਕਿ ਆ ਤੈਨੂੰ ਐਨਾਲਾਈਜ਼ ਕਰਕੇ ਐਕਸਪਲੇਨ ਕਰਾਂ, ਤੈਨੂੰ ਪ੍ਰੂਵ ਕਰਾਂ। ਮਹਾਰਾਜ ਨੇ ਕਦੇ ਦੱਸਿਆ ਕਿ ਦੁਨੀਆ ਕਿਵੇਂ ਬਣੀ ਹੈ, ਸਟੈਪ 1, ਸਟੈਪ 2, ਸਟੈਪ 3। ਜੇ ਕੋਈ ਤਰਕ ਕਰੇ ਨੇ ਇੱਦਾਂ ਵੀ ਹੋਇਆ ਸੀਗਾ, ਯੂ ਨੋ, ਇੱਦਾਂ। ਇਟਸ ਨਾਟ ਲਾਈਕ ਔਨ ਦ 7th day then God rested, ਠੀਕ ਹੈ। ਦੇਰ ਇਜ਼ ਨੋ ਸਿਸਟਮੈਟਿਕ। ਮਹਾਰਾਜ ਨੂੰ ਕੀ ਪਰਵਾਹ ਕਿਵੇਂ ਬਣਿਆ, ਕਿਵੇਂ ਨਹੀਂ, ਸਰੀਰ ਕਿਵੇਂ ਬਣਿਆ, ਮਹਾਰਾਜ ਦੀ ਕਲਾ ਆ, ਹਾਂਜੀ। ਕਿਉਂਕਿ ਮਹਾਰਾਜ ਦੀ ਕਲਾ ਕੈਨ ਡਿਸਟਰੋਏ ਐਵਰੀਥਿੰਗ। ਮਹਾਰਾਜ ਕੋਲ ਕਲਾ ਇੱਕ ਖਿਣ ਵਿੱਚ ਸਾਰਾ ਕੁਝ ਨਾਸ਼ ਵੀ ਕਰ ਸਕਦੇ ਆ, ਇੱਕ ਖਿਣ ਵਿੱਚ ਸਾਰਾ ਬਣਾ ਵੀ ਸਕਦੇ ਆ। ਕੌਣ ਰੋਕਣ ਵਾਲਾ ਆ? ਸਿਸਟਮ ਮਹਾਰਾਜ ਨੇ ਬਣਾਇਆ, ਮਹਾਰਾਜ ਸਿਸਟਮ ਨੂੰ ਆਪ ਹੀ ਤੋੜ ਸਕਦੇ। ਜਿੱਦਾਂ ਕਹਿ ਲਓ ਇੱਥੇ ਸਾਡੇ ਕੈਂਪ ਦੇ ਮਾਲਕ ਭਾਈ ਜਸਪਾਲ ਸਿੰਘ ਜੀ, ਉਹਨਾਂ ਨੇ ਰੂਟੀਨ ਬਣਾਈ ਹੈ, ਸਕੈਜੂਲ ਬਣਾਇਆ। ਹੁਣ ਭਾਈ ਜਸਪਾਲ ਸਿੰਘ ਹੀ ਸਾਨੂੰ ਆ ਕੇ ਕਹਿ ਦੇਣ ਸਕੈਜੂਲ ਚੇਂਜ ਹੋ ਗਿਆ, ਆਪਾਂ ਕੋਈ ਤਰਕ ਕਰਨੀ ਆ? ਆਪਾਂ ਕਹਿਣਾ ਤੁਸੀਂ ਕਰਤੇ ਧਰਤੇ ਆ, ਤੁਸੀਂ ਬਦਲ ਦਿੱਤਾ ਤੁਸੀਂ ਆ, ਹਾਂਜੀ। ਜੇ ਤਾਂ ਕੋਈ ਹੋਰ ਆ ਕੇ ਭਾਈ ਜਸਪਾਲ ਸਿੰਘ ਜੀ ਨੂੰ ਕਹੇ ਕਿ ਸਕੈਜੂਲ ਹੁਣ ਬਦਲ ਗਿਆ, ਭਾਈ ਜਸਪਾਲ ਨੇ ਕਹਿਣਾ ਮੈਂ ਬਣਾਇਆ ਤੂੰ ਮੇਰੀ ਬਿੱਲੀ ਮੈਨੂੰ ਮਿਆਉ, ਹੈਂ, ਕਿ ਮੇਰਾ ਅਸੀਂ ਕੈਂਪ ਸਾਜਿਆ, ਅਸੀਂ ਸੇਵਾਦਾਰ ਹਾਂ, ਤੁਸੀਂ ਕੌਣ ਹੋਣ ਵਾਲੇ ਆ? ਚਲੋ ਭਾਈ ਜਸਪਾਲ ਸਿੰਘ ਵੁੱਡ ਨੈਵਰ ਸੇ ਦੈਟ ਫਰਸਟ ਆਫ ਆਲ, ਉਹਨਾਂ ਨੇ ਕਦੇ ਕਹਿਣਾ ਨਹੀਂ ਮੈਂ ਤਾਂ ਉੱਦਾਂ ਹੀ ਆਪਣੇ ਵੱਲੋਂ ਗੱਲਾਂ ਬਣਾ ਰਿਹਾ ਹਾਂ। ਪਰ ਕਹਿਣ ਦਾ ਮਤਲਬ ਹੈ ਗੁਰੂ ਦੀ ਕਲਾ ਵਰਤਦੀ ਆ। ਹਾਂ, ਹੁਣ ਵਾਪਸ ਉੱਥੇ ਸਾਖੀ 'ਤੇ ਆਈਏ, ਟੂਵਰਡਸ ਜਿਹੜਾ ਖੇਤਾਂ ਵਿੱਚ ਇੱਕ ਸਿੱਖ ਆ ਅਤੇ ਉੱਧਰ ਇੱਕ ਸਿੱਖ ਆ, ਸੌਰੀ ਜਟਾਧਾਰੀ ਜੋਗੀ ਬੈਠਾ। ਉਹਨੇ ਕਿਹਾ ਮੈਨੂੰ ਨਿਆਂ ਚਾਹੀਦਾ ਆ, ਉਹਨੇ ਕਿਹਾ ਮੈਨੂੰ ਮਰਦ ਮੇਰੇ 'ਤੇ ਬਖਸ਼ਿਸ਼ ਕਰੋ। ਗੁਰਮੁਖਾਂ ਨੇ ਉਹ ਦਰਗਾਹ ਵਿੱਚ ਜੋ ਦੇਖਿਆ ਉਹ ਸਾਹਮਣੇ ਆ ਕੇ ਪ੍ਰਗਟ ਕਰਕੇ ਸੁਣਾ ਦਿੱਤਾ, ਕਿਉਂਕਿ ਸਹਿਜੇ ਆਵੋ ਜਾਓ ਆ ਕੇ ਆ ਜਾ ਸਕਦੇ ਆ ਜੋ ਮਰਜ਼ੀ, ਮਹਾਰਾਜ ਦੀ ਕਲਾ ਆ। ਉਹਨਾਂ ਨੇ ਜਿੱਦਾਂ ਉੱਥੇ ਹੋਇਆ, ਉਹਨਾਂ ਨੇ ਉਹ ਘਟਨਾ ਵਾਪਰੀ ਉਹ ਦੱਸੇ। ਉਹ ਲਿਖਦੇ ਆ ਦੈਟ ਜਿਹੜਾ ਸਿੱਖ ਸੀ, ਮਹਾਰਾਜ ਦੀ ਕਿਰਪਾ ਕਲਾ ਉਹਦੀ, ਹਾਂ ਠੀਕ ਹੈ, ਕਰਮ ਥੋੜ੍ਹੇ ਉੱਪਰ ਨੀਵੇਂ ਹੋਣਗੇ, ਜਿੰਨੇ ਮਾੜੇ ਬਚੇ ਹੋਏ ਮਹਾਰਾਜ ਦੀ ਕਿਰਪਾ ਸਦਕਾ ਮਹਾਰਾਜ ਨੇ ਕਿਹਾ ਸਾਰਾ ਪਾਰ ਤੈਨੂੰ ਮੁਕਤ ਕੀਤਾ ਹੈ, ਜਾ ਸਿੱਖਾ, ਹਜੇ ਤੂੰ ਨਾਮ ਜਪਿਆ, ਤੂੰ ਇਹ ਨਹੀਂ ਬਖਸ਼ਿਆ ਕਿ ਮੇਰਾ ਲੇਖਾ ਜੋਖਾ ਹੋਵੇ, ਤੂੰ ਬਖਸ਼ਿਸ਼ ਮੰਗੀ ਆ, ਠੀਕ ਹੈ। ਜਾਪ ਦਾ ਫਲ ਥੋੜ੍ਹਾ ਉੱਪਰ ਥੱਲੇ ਰਹਿ ਗਿਆ ਹੋਊਗਾ, ਪਰ ਕਿਉਂਕਿ ਤੂੰ ਬਖਸ਼ਿਸ਼ ਮੰਗੀ ਹੈ ਤੈਨੂੰ ਬਖਸ਼ਿਸ਼ ਦੇ ਦਿੰਦੇ ਆ, ਠੀਕ ਹੈ। ਹੁਣ ਜਿਹੜਾ ਦੂਸਰਾ ਪਾਸਾ ਮੰਗ ਰਿਹਾ ਸੀਗਾ, ਉਹ ਕਹਿੰਦਾ ਸੀ ਨਿਆਂ ਚਾਹੀਦਾ। ਉਹ ਕਹਿੰਦੇ ਠੀਕ ਆ, ਤੂੰ ਜਪ ਬਹੁਤ ਕੀਤਾ,
ਤੇਰਾ ਜਪ ਦਾ ਫਲ ਵੀ ਬਹੁਤ ਆ, ਪਰ ਇੱਕ ਘਾਟਾ ਰਹਿ ਗਿਆ, ਤੂੰ ਨਿਆਂ ਮੰਗ ਲਿਆ। ਹੁਣ ਤੈਨੂੰ ਨਿਆਂ ਹੀ ਮਿਲੂਗਾ। ਜਿਹੜੇ ਪੱਥਰ ਦੇ ਉੱਪਰ ਤੂੰ ਬੈਠ ਕੇ ਇੰਨੇ ਸਾਲ ਜਪ ਕੀਤਾ, ਹੁਣ ਤੂੰ ਪੱਥਰ ਬਣ ਤੇ ਤੇਰੇ ਉੱਪਰ ਸਿਰ ਤੇ ਉੱਪਰ ਜੋਗੀ ਬੈਠੂਗਾ। ਤੂੰ ਨਿਆਂ ਮੰਗਿਆ। ਸਾਨੂੰ ਨਹੀਂ ਪਤਾ, ਅਣਜਾਪਕ ਹੀ ਇਹ ਤਪ ਕਰਦੇ ਹਾਂ। ਆਪਾਂ ਬੈਂਚ ਤੇ ਬੈਠੇ ਹਾਂ, ਆਪਾਂ ਕੀ ਪਤਾ ਥੱਲੇ ਕਿਹੜੇ ਜੀਵਾਂ ਨੂੰ ਮਾਰਦੇ ਜਾਂਦੇ ਹਾਂ। ਵੀ ਡੋਂਟ ਨੋ ਕਿ ਆਪਾਂ ਤੁਰਦੇ ਹਾਂ ਫਿਰਦੇ ਹਾਂ, ਸਾਨੂੰ ਨਹੀਂ ਪਤਾ। ਅਣਜਾਣੇ ਵਿੱਚ ਵੀ ਕਿਸੇ ਸਿੱਖ ਦਾ ਆਪਾਂ ਹਿਰਦਾ ਦਿਖਾ ਦਈਏ। ਇਹੋ ਜਿਹੀ ਕਈ ਵਾਰੀ ਗੱਲਾਂ ਹੋ ਜਾਂਦੀਆਂ। ਕਈ ਵਾਰੀ ਦਾਸ ਚਲੋ ਬੁਲਾਰੇ ਦੀ ਸੇਵਾ ਮਹਾਰਾਜ ਨੇ ਦਿੱਤੀ ਆ, ਥੋੜ੍ਹੀ ਬਹੁਤੀ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰੀਦੀ ਆ। ਵੈਸੇ ਪਤਾ ਕੁਛ ਨਹੀਂ ਹੈ ਸਾਨੂੰ, ਬਟ ਜਿੱਦਾਂ ਸਿਆਣਿਆਂ ਤੋਂ ਸਿੱਖਿਆ ਆਪਾਂ, ਇੱਕ ਸਪੀਕਰ ਵਾਂਗੂ ਨਾ, ਇੱਧਰੋਂ ਆਵਾਜ਼ ਆਈ ਉੱਧਰੋਂ ਨਿਕਲ ਗਈ, ਜੋ ਸਿਆਣਿਆਂ ਦੇ ਕੰਨੋਂ ਸੁਣਿਆ ਉਹੀ ਫਿਰ ਰਿਪੀਟ ਕਰ ਦਿੱਤਾ। ਅਤੇ ਕਈ ਵਾਰੀ ਫਿਰ ਵੀ ਅਣਜਾਣੇ ਵਿੱਚ ਬੋਲਦਿਆਂ ਨਾ ਪਤਾ ਨਹੀਂ ਹੁੰਦਾ ਕਿ ਕਿਸੇ ਦਾ ਦਿਲ ਨਾ ਦਿਖਾ ਦਈਏ, ਕਿਸੇ ਦਾ ਆਪਾਂ ਕੋਈ ਗਲਤ ਨਾ ਕਹਿ ਦਈਏ। ਇਹ ਵੀ ਲਿਖੇ ਦੇਣੇ ਹੁੰਦੇ ਆ। ਕਈ ਵਾਰੀ ਡਰ ਲੱਗਦਾ ਭਾਈ ਮਨੀ ਸਿੰਘ ਜੀ ਦਾ ਪ੍ਰਸੰਗ ਸੁਣਾਈਏ, ਹਾਂ ਕੀ ਪਤਾ ਇੱਕ ਦਿਨ ਜਾ ਕੇ ਭਾਈ ਮਨੀ ਸਿੰਘ ਜੀ ਨੂੰ ਮੂੰਹ ਦਿਖਾਉਣਾ ਪਵੇ। ਭਾਈ ਮਨੀ ਸਿੰਘ ਨੇ ਕਹਿਣਾ, ਓਏ ਹਰਮਨ ਸਿੰਘਾ ਮੇਰਾ ਪ੍ਰਸੰਗ ਗਲਤ ਸੁਣਾ ਕੇ ਆ ਗਿਆ। ਮੈਂ ਕਹਿਣਾ ਕੀ ਦਿਖਾਈਏ ਆਪਾਂ, what face do we show then? ਸੋ ਸਾਨੂੰ ਨਹੀਂ ਪਤਾ that what ਲਿਖਾ ਕੀ ਆ, ਕਿੱਦਾਂ ਹੋਣਾ ਆ। ਉਹ ਮਹਾਰਾਜ ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਗੁਰਸਿੱਖ ਦਾ that's all you have to ask is ਮਹਾਰਾਜ ਬਖਸ਼ਿਸ਼ ਕਰ ਦਿਓ। you're doing your job, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਈ ਗੁਰਮੁਖ ਇਹੋ ਜਿਹੇ ਹੋਏ ਆ ਨਾ, ਉਹ ਦੁਨੀਆ ਵਿੱਚ ਰਹਿੰਦੇ ਹੀ ਮਸਤਾਨੇ। ਸਾਡੇ ਇੱਕ ਪਿਤਾ ਜੀ ਦੇ ਮਤਲਬ ਦੋਸਤ ਲੱਗਦੇ ਆ, ਉਹਨਾਂ ਦੇ ਪਿਤਾ ਜੀ ਦੀ ਇਹ ਗੱਲ ਆ। ਉਹਨਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਵੱਡੇ ਮਾਂ, ਉਹਨਾਂ ਦੇ ਵੀ ਦਰਸ਼ਨ ਕੀਤੇ ਆ। ਅਤੇ ਆਪਣੇ ਸੰਤ ਆਨੰਦ ਸਿੰਘ ਜੀ ਆਪਣੇ ਨਾਨਕਸਰ ਵਾਲੇ, ਉਹਨਾਂ ਦੇ ਵੀ ਦਰਸ਼ਨ ਕੀਤੇ ਆ। ਬਾਬਾ ਈਸ਼ਰ ਸਿੰਘ ਰਾੜਾ, ਉਹਨਾਂ ਦੇ ਵੀ ਦਰਸ਼ਨ ਕੀਤੇ ਆ। ਅਤੇ ਆਪਣੇ ਸੰਤ ਕਰਤਾਰ ਸਿੰਘ ਜੀ, ਉਹਨਾਂ ਦੇ ਵੀ ਦਰਸ਼ਨ ਕੀਤੇ ਆ। ਬੜੇ ਗੁਰਮੁਖਾਂ ਦੇ ਇੱਦਾਂ ਦਰਸ਼ਨ ਕੀਤੇ। ਭਾਈ ਜੀਵਨ ਸਿੰਘ ਜੀ ਹੋਣਾ ਨੇ, ਭਾਈ ਸ਼ਾਇਦ ਪਤਾ ਨਹੀਂ ਭਾਈ ਰਣਧੀਰ ਸਿੰਘ ਜੀ ਦੇ ਕੀਤੇ ਕਿ ਨਹੀਂ। ਉਹਨਾਂ ਦੀ ਮੈਂ ਕਿਵੇਂ ਉਹਨਾਂ ਨੇ ਸਰੀਰ ਛੱਡੇ, ਕਿਉਂਕਿ ਉਹ ਪਿੱਛੇ ਦੀ ਜਿਹੜੀ ਗੰਗਾ ਵਗਦੀ ਆ, ਆਪਾਂ ਉਹੀ ਅੱਗੇ ਥੋੜ੍ਹੇ ਤੋਰ ਲਈਏ। ਗੱਲ ਆਪਾਂ ਕਰਦੇ ਹਾਂ ਗ੍ਰਸਤ ਵਿੱਚ ਰਹਿਣਾ, ਠੀਕ ਹੈ। ਹੁਣ ਉਹੀ ਮੈਂ ਗੱਲ ਕਰ ਰਿਹਾ ਸੀ ਕਿ ਆਪਾਂ ਜਦੋਂ ਦਰਗਾਹ ਦੇ ਆਪਾਂ ਸੱਚਖੰਡ ਦੇ ਕਰਮਖੰਡ ਦੀਆਂ ਗੱਲਾਂ, ਫਿਰ ਆਪਾਂ ਦੁਨੀਆ ਦੇ ਵਿੱਚ ਠੀਕ ਆ, ਆਪਾਂ ਗੱਲਾਂ ਕਰਨ ਦਾ ਜੀਅ ਨਹੀਂ ਕਰਦਾ, ਪਰ ਦੁਨੀਆ ਨੇ ਫਿਰ ਵੀ ਖਿੱਚ ਲੈਣਾ ਆ। ਹਾਂਜੀ, ਗੱਲਾਂ ਆਪਾਂ ਸੁਣਦੇ ਸੱਚਖੰਡ ਜਾਂ ਨਿਆਣੇ ਨੇ ਕਹਿਣਾ ਡੈਡੀ ਮੈਂ ਉਹ ਲੈਣਾ, ਠੀਕ ਹੈ। ਆਪਾਂ ਮੈਨੂੰ ਪੁੱਤ ਨਹੀਂ, ਮੈਂ ਸੱਚਖੰਡ ਵਿੱਚ ਧਿਆਨ ਲਾ ਰਿਹਾ ਆ। ਨਿਆਣੇ ਨੇ ਥੋੜ੍ਹਾ ਕਹਿਣਾ ਯਾਰ ਹੁਣ ਖੇਡ ਬਸ ਸੱਚਖੰਡ। ਹਾਂ, ਉਹਨਾਂ ਦੀ ਗੱਲ ਇੱਦਾਂ ਹੈ ਨਾ, ਉਹ ਬੜੇ ਗੁਰਮੁਖ ਸੀਗੇ, ਅਤੇ ਪਰ ਉਹ ਵਿਚਰਦੇ ਕਿਵੇਂ ਸੀਗੇ, ਜਿੱਦਾਂ ਬਹੁਤ ਮਜ਼ਾਕੀਆ ਸੁਭਾਅ ਸੀਗਾ ਉਹਨਾਂ ਦਾ। ਅਤੇ ਉਹ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ ਬਜ਼ੁਰਗੀ ਵਿੱਚ, ਮੈਂ ਨਾ ਬਸ ਹੁਣ 6 ਮਹੀਨਿਆਂ 'ਚ ਮੈਂ ਨਾ ਚੱਲ ਜਾਣਾ ਆ। ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਪਰਿਵਾਰ ਵਿੱਚ ਕਿ ਇਹ ਪਿੰਡ ਜਾਣ ਦੀ ਗੱਲ ਕਰਦੇ ਆ ਕਿ ਇਹਨਾਂ ਨੇ ਜਾ ਕੇ ਦਿੱਲੀ ਜਾਣਾ ਆ ਜਾਂ ਅੰਮ੍ਰਿਤਸਰ ਜਾਣਾ। ਕਈ ਵਾਰੀ ਕਹਿ ਦਿੰਦੇ ਸੀ ਹਾਂ ਮੈਂ ਚੱਲਿਆ, ਮੈਂ ਅੰਮ੍ਰਿਤਸਰ ਚੱਲਿਆ, ਮੈਂ ਉੱਧਰ ਚੱਲਿਆ। ਗੱਲਾਂ ਹੀ ਇੱਦਾਂ ਕਰਦੇ ਸੀ, ਸਾਰਿਆਂ ਨੂੰ ਲੱਗਦਾ ਇਹਨਾਂ ਨੂੰ ਪਤਾ ਨਹੀਂ ਪਿੰਡ ਜਾਣਾ ਜਾਂ ਕਿਤੇ ਹੋਰ ਜਾਣਾ ਆ। ਉਹਨਾਂ ਘਰੇ ਬੈਠੇ ਹੁਣ ਇਸ ਉਮਰ ਤੱਕ ਹੀ ਵਿਲ ਪ੍ਰੋਬਬਲੀ ਲਾਈਕ 70 80 80 ਸਾਲ ਦੇ ਹੋ ਗਏ ਹੋਣੇ ਆ। 80 ਸਾਲ ਦੀ ਉਮਰ ਵਿੱਚ ਵੀ ਕਹਿੰਦੇ ਆਹ ਯਾਰ ਮੈਂ 6 ਮਹੀਨੇ ਮੈਂ ਚੱਲ ਜਾਣਾ ਆ। ਸਾਰੇ ਕਹਿੰਦੇ ਠੀਕ ਹੈ ਬਾਪੂ ਬਹਿ ਜਾ, ਠੀਕ ਆ। ਕਿਸੇ ਨੇ ਧਿਆਨ ਨਹੀਂ ਦਿੱਤਾ ਉਹਦੀਆਂ ਗੱਲਾਂ ਵੱਲ। ਚਲੋ 5 ਮਹੀਨੇ ਨਿਕਲੇ, ਬਸ ਠੀਕ ਆ। ਚੋਲੇ ਕਿਸੇ ਨੇ ਪੁੱਛਿਆ ਕੋਈ ਕੁੜਤੇ ਨਵੇਂ ਸੋਹਣੇ ਆ? ਲੋੜ ਨਹੀਂ ਹੈਗੇ ਆ ਮੇਰੇ ਕੋਲ, ਮਹੀਨਾ ਕੁ ਰਹਿ ਗਿਆ ਮੇਰਾ, ਮੈਂ ਚੱਲ ਜਾਣਾ ਮੈਂ। ਹਾਂਜੀ, ਕਿਸੇ ਨੇ ਧਿਆਨ ਨਹੀਂ ਦਿੱਤਾ ਕਿਹੜੀਆਂ ਗੱਲਾਂ ਕਰ ਰਹੇ ਆ। ਹਾਂ, ਅਤੇ ਉਹ ਕਹਿੰਦੇ ਮੇਰੇ ਕੋਲ ਇੱਕ ਨਵਾਂ ਹੈਗਾ ਜਿਹੜਾ ਮੈਂ ਪਾਉਣਾ ਆ ਜਾਣ ਵੇਲੇ, ਉਹ ਮੇਰੇ ਕੋਲ ਹੈਗਾ ਆ। ਹਾਂਜੀ, ਉਹ ਮੈਂ ਤਿਆਰ ਰੱਖਿਆ ਆ। ਅਤੇ ਇੱਦਾਂ ਜਿੱਦਾਂ ਬਾਪੂ ਦੀਆਂ ਗੱਲਾਂ ਸਾਨੂੰ ਕਹਿਣਾ, ਬਾਪੂ ਐਵੇਂ ਗੱਲਾਂ ਛੱਡਦਾ ਰਹਿੰਦਾ। ਲਾਈਕ ਦ ਬੋਏ ਹੂ ਕ੍ਰਾਈਡ ਵੋਲਫ। ਸਟੋਰੀ ਸੁਣੀ ਹੈ ਨਾ ਕਿ ਮੁੰਡਾ ਕਹਿ ਰਿਹਾ ਹੈ ਕਿ ਉਹ ਜਾਨਵਰ ਆ ਗਿਆ, ਪਰ ਅਸਲ ਵਿੱਚ ਆਇਆ ਨਹੀਂ ਹੁੰਦਾ ਨਾ। ਫਿਰ ਜਦੋਂ 5ਵੀਂ ਚੌਥੀ ਵਾਰੀ ਕਹਿੰਦਾ ਕੋਈ ਉਹਦੇ 'ਤੇ ਯਕੀਨ ਨਹੀਂ ਕਰਦਾ ਹੈ ਨਾ। ਸੋ ਉਹ ਸਟੋਰੀ ਉਹ ਸਾਰੇ ਨਾਲ ਬਾਪੂ ਐਵੇਂ ਗੱਲਾਂ ਛੱਡਦਾ ਰਹਿੰਦਾ, ਇਹਦਾ ਕੋਈ ਮਤਲਬ ਨਹੀਂ ਹੈ। ਚਲੋ ਦਿਨ ਅੱਛਾ ਰਾਤ ਹੋਈ, ਪ੍ਰਸ਼ਾਦੇ ਛਕੇ, ਅਤੇ ਫਿਰ ਜਾ ਕੇ ਪਰਿਵਾਰ ਨੂੰ ਚਲੋ ਠੀਕ ਆ ਆਪਾਂ, ਠੀਕ ਆ ਬੜਾ ਵਧੀਆ ਆਪਾਂ ਮਿਲ ਗਏ ਲਿਆ। ਅਤੇ ਫਿਰ ਆਪਾਂ ਚਲੋ ਮਹਾਰਾਜ ਕਿਰਪਾ ਕਰਨਗੇ, ਚਲੋ ਇੰਨਾ ਕਿ ਜਿੰਨਾ ਕੁ ਆਪਾਂ ਮਿਲ ਸਕਿਆ ਇੰਨੀ ਫਤਿਹ ਪ੍ਰਵਾਨ ਕਰਨੀ। ਮਤਲਬ ਕੋਈ ਦੋਸਤ ਰਿਸ਼ਤੇਦਾਰ ਆਏ ਸੀ, ਉਹਨਾਂ ਨੂੰ ਇਹ ਨੋਰਮਲੀ ਆਪਾਂ ਕਹਿੰਦੇ ਫਿਰ ਮਿਲਾਂਗੇ, ਉਹਨਾਂ ਨੇ ਇਹ ਨਹੀਂ ਕਿਹਾ ਫਿਰ ਮਿਲਾਂਗੇ। ਉਹਨਾਂ ਨੇ ਇਹ ਕਿਹਾ ਕਿ ਚਲੋ ਠੀਕ ਆ ਵਧੀਆ, ਆਪਾਂ ਇੱਥੇ ਸੰਸਾਰ 'ਚ ਮੇਲੇ ਗੇਲੇ ਕਰ ਲਏ ਆ, ਵਧੀਆ, ਵਾਹਿਗੁਰੂ ਜੀ ਕਾ ਖਾਲਸਾ। ਇੰਨਾ ਗੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਫਿਰ ਵੀ। ਹਾਂ, ਸਵੇਰ ਹੋਈ, ਸਵੇਰੇ ਉਹਨਾਂ ਨੇ ਆਰਾਮ ਦੇ ਨਾਲ ਨਾ ਦੁੱਧ ਛਕਿਆ, ਪਹਿਲਾਂ ਪ੍ਰਸ਼ਾਦੇ ਛਕੇ, ਜਿੱਦਾਂ ਐ ਰੱਜ ਰੁੱਝ ਕੇ ਗਏ, ਇੱਦਾਂ ਦੀ ਕੋਈ ਗੱਲ ਨਹੀਂ ਸੀਗੀ। ਆਨੰਦ ਵਿੱਚ ਕਹਿੰਦਾ ਠੀਕ ਹੈ ਨਾ, ਮੈਂ ਨਾ ਦੁਪਹਿਰੇ ਚੱਲ ਜਾਣਾ ਆ, ਅਤੇ ਤੁਸੀਂ ਮੇਰਾ ਸ਼ਾਮ ਦਾ ਪ੍ਰਸ਼ਾਦਾ ਨਾ ਲਾਇਓ। ਇੱਦਾਂ ਦੀਆਂ ਗੱਲਾਂ, ਸਿੱਧੀਆਂ ਗੱਲਾਂ।
ਬੈਠੇ ਤੇ ਮੰਜੇ ਤੇ ਆਪ ਕਿਸੇ ਨੇ ਚਲੋ ਦੁੱਧ ਛਕ ਛੁਕ ਕੇ ਬੈਠ ਕੇ ਪਾਠ ਕਰਕੇ ਨਵਾਂ ਕੁੜਤਾ ਪਜਾਮਾ ਪਾ ਕੇ ਗਾਤਰਾ ਪਾ ਕੇ ਕੇਸੀ ਇਸ਼ਨਾਨ ਕਰਕੇ ਦਸਤਾਰ ਸਜਾ ਕੇ ਬਾਹਰ ਵਿਹੜੇ ਦੇ ਵਿੱਚ ਮੰਜਾ ਡਾਇਆ, ਮੰਜੇ ਦੇ ਉੱਪਰ ਪੈ ਕੇ ਨਾ ਤੇ ਬਾਣੀ ਪੜ੍ਹ ਕੇ ਤੇ ਫਿਰ ਆਪਣੇ ਸਰੀਰ ਦੇ ਉੱਪਰ ਆਪ ਹੀ ਚਾਦਰ ਲੈ ਲਈ, ਆਪ ਹੀ ਚਾਦਰ ਲੈ ਕੇ ਨਾ ਤੇ ਉੱਥੇ ਬਸ ਇੱਦਾਂ ਬਸ ਪੈ ਗਏ। ਜਦੋਂ ਬਾਅਦ ਚੋਂ ਸ਼ਾਮ ਹੋਈ ਨਾ ਬਾਪੂ ਹਲੇ ਉੱਠਿਆ ਨਹੀਂ, 2 ਘੰਟੇ ਬਾਅਦ ਉੱਠ ਜਾਂਦਾ ਆ। ਉਹ ਬਾਪੂ ਨੂੰ ਉਠਾਓ ਯਾਰ ਪ੍ਰਸ਼ਾਦਾ ਛਕਣਾ, ਜਾ ਕੇ ਦੇਖਿਆ ਬਾਪੂ ਦੇ ਉੱਪਰ ਚਾਦਰ ਲਾਈ ਤੇ ਬਾਪੂ ਹੱਥ ਜੋੜੇ ਐ ਤੇ ਹੱਸਮੁਖ ਹੈ, ਹਾਂ ਹੱਥ ਜੋੜੇ ਹੋਏ। ਠੀਕ ਹੈ, ਕਹਿਣ ਦਾ ਮਤਲਬ ਇਹ ਆ ਕਿ ਹੱਥ ਪਾਉਂ ਕਰ ਕੰਮ। ਉਹ ਬਾਪੂ ਕੀ ਖੇਤੀਬਾੜੀ ਅਖੀਰਲੇ ਦਿਨ ਤਾਂ ਕਰਦਾ ਰਿਹਾ, ਕਹਿੰਦੇ ਮੈਂ ਖੇਤਾਂ 'ਚ ਇੱਕ ਵਾਰੀ ਅਖੀਰਲੀ ਵਾਰੀ ਮੈਂ ਜਾਣ ਤੋਂ ਪਹਿਲਾਂ ਗੇੜਾ ਮਾਰ ਆਵਾਂ। ਇਹੋ ਜਿਹੀਆਂ ਗੱਲਾਂ ਹੁਣ ਸਾਰੀਆਂ ਗੱਲਾਂ ਮੈਨੂੰ ਚੇਤੇ ਨਹੀਂ ਆ ਰਹੀ, ਪਰ ਆਮ ਜਿੱਦਾਂ ਨਹੀਂ ਉਹ ਗੁੱਪ ਘਰ 'ਚ ਬਾਪੂ ਬੋਲਦਾ ਰਹਿੰਦਾ, ਬਾਪੂ ਇੱਦਾਂ ਕਰਦਾ ਰਹਿੰਦਾ। ਬਾਅਦ 'ਚ ਸਾਰਿਆਂ ਨੇ ਫਿਰ ਸੋਚਿਆ ਉਹ ਬਾਪੂ ਤਾਂ 6 ਮਹੀਨਿਆਂ ਦਾ ਕਹਿ ਰਿਹਾ ਸਾਨੂੰ। ਤਿਆਰ ਬਰ ਹੋ ਕੇ ਉਹਨੇ ਕੁੜਤਾ ਜਿਹੜਾ ਨਵਾਂ ਸਵਾਇਆ ਸੀ ਉਹੀ ਪਾ ਕੇ ਗਿਆ, ਉਹੀ ਨਵੀਂ ਦਸਤਾਰ ਸਜਾਈ ਆ ਪੂਰੀ ਤਿਆਰੀ ਵਿੱਚ। So that's why we don't know the ability to attain the greatest levels of spirituality can be done in this householder lifestyle that Guru Sahib has blessed us with. ਠੀਕ ਹੈ, ਸੋ ਤਾਂ ਕਰਕੇ ਇਹ ਚੀਜ਼ ਬੜੇ ਧਿਆਨ ਨਾਲ ਦੇਖਣੀ ਕਿ ਵੇਖੋ ਮਹਾਰਾਜ ਅਸੀਂ ਕਿਵੇਂ ਨਾਮ ਜਪ ਸਕਦੇ ਹਾਂ, ਕਿਵੇਂ ਗ੍ਰਸਥ ਕਰ ਸਕਦੇ ਹਾਂ, ਕਿਵੇਂ ਕਰ ਸਕਦੇ ਹਾਂ। And while living within ਗ੍ਰਸਥ there are many difficulties as well. There is ਇੱਕ ਨਾ ਬੀਬੀ ਸੀਗੀ ਇੰਗਲੈਂਡ ਵਿੱਚ, ਸ਼ਾਇਦ ਪਤਾ ਨਹੀਂ ਆਪ ਜੀ ਨੇ ਨਾਮ ਸੁਣਿਆ ਕਿ ਨਹੀਂ, ਬਾਬਾ ਗੱਜਣ ਸਿੰਘ, ਨਾਨਕਸਰ ਦੇ ਮਹਾਂਪੁਰਖ ਸੀਗੇ ਬਾਬਾ ਗੱਜਣ ਸਿੰਘ ਜੀ। ਨਾਨਕਸਰ ਇੰਗਲੈਂਡ ਉੱਥੇ ਬਰਮਿੰਘਮ ਹੀ ਰਹਿੰਦੇ ਸੀਗੇ ਤੇ ਉੱਥੇ ਉਹਨਾਂ ਨੇ ਮਤਲਬ ਉਹਨਾਂ ਦੀ ਸੰਗਤ ਬੀਬੀ ਕਰ ਰਹੀ ਸੀਗੀ। ਬੀਬੀ ਪਹਿਲਾਂ ਜਦੋਂ ਛੋਟੀ ਉਮਰ ਸੀ, ਵਿਆਹ ਵੀ ਹੋਇਆ ਸੀਗਾ, ਹਸਬੈਂਡ ਵਾਈਫ ਨੇ ਦੋਨਾਂ ਨੇ ਜਾ ਕੇ ਜਿਹੜੀ ਰਹਿਣ ਸਬਾਈ ਹੋਣੀ ਉੱਥੇ ਪਹੁੰਚਣਾ, ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਜਿੱਥੇ ਜਿੱਥੇ ਜਾਣਾ ਹੈ ਨਾ, ਜਿੱਥੇ ਸੰਗਤ ਹੋ ਸਕਦੀ ਭੱਜ ਭੱਜ ਕੇ ਕਰਨੀ। ਹਾਂਜੀ, ਫਿਰ ਜਦੋਂ ਉਹਨਾਂ ਦੇ ਭਚੰਗੀ ਹੋਏ ਦੋ, ਬੀਬੀ ਚਲੋ ਸਿੰਘ ਤਾਂ ਫਿਰ ਵੀ ਨਿਕਲ ਜਾ ਕੇ ਸੰਗਤ ਕਰ ਆਉਂਦਾ ਸੀਗਾ, ਬੀਬੀ ਕਹਿੰਦੀ ਸੀਗੀ ਮੇਰੀ ਤਾਂ ਸਾਰੀ ਜ਼ਿੰਦਗੀ ਮੇਰੀ ਤਾਂ ਸੰਗਤ ਹੀ ਬੰਦ ਹੋ ਗਈ, ਰਾਈਟ, ਆਈ ਕੈਨਟ ਡੂ ਸੰਗਤ ਐਨੀਮੋਰ। ਕਿ ਮੈਂ ਘਰੇ ਹੀ ਰਾਤ ਨੂੰ ਜਦੋਂ ਪਹਿਲੇ 3 ਮਹੀਨੇ ਹੁੰਦੇ ਬੱਚੇ ਦੇ ਨਾਲ, ਆਈ ਕੈਨ ਸਪੀਕ ਦੀਸ ਥਿੰਗਸ ਫਰੋਮ ਐਕਸਪੀਰੀਅੰਸ ਨਾਓ, ਤਜਰਬਾ ਆ। ਹਾਂਜੀ, ਅਤੇ ਜਿਹੜੇ ਪਹਿਲੇ 3 ਮਹੀਨੇ ਹੁੰਦੇ ਨਾ, ਉਹ ਰਾਤ ਵੀ ਇੱਕ ਅਤੇ ਦਿਨ ਵੀ ਇੱਕ ਹੋ ਜਾਂਦਾ, ਕੋਈ ਨਹੀਂ ਪਤਾ ਲੱਗਦਾ ਕਿ ਕਿਹੜਾ ਵੇਲਾ ਕਿਹੜਾ ਨਹੀਂ, ਅੰਮ੍ਰਿਤ ਵੇਲਾ ਕਿਹੜਾ ਪੈਰ, ਦੂਸਰਾ ਪੈਰ, ਤੀਸਰਾ ਪੈਰ, ਚੌਥਾ ਪੈਰ, ਕੋਈ ਹੋ ਜਾਂਦੇ ਆ। ਠੀਕ ਹੈ, ਕਿ ਡਾਈਪਰ ਚੇਂਜ ਕਰਨੇ, ਰੋਣਾ ਆ ਕਿੰਨੇ ਵਜੇ, ਯੂ ਹੈਵ ਟੂ ਵੇਕ ਅਪ। ਬੱਚੇ ਨੇ 2 ਘੰਟੇ ਸੌਣਾ, 2 ਘੰਟੇ ਉੱਠਣਾ, 2 ਘੰਟੇ ਸੌਣਾ, 2 ਘੰਟੇ ਉੱਠਣਾ, ਭਾਵੇਂ ਦਿਨ ਆ ਕਿ ਰਾਤ ਹੈ, ਦਿਨ ਆ ਕਿ ਰਾਤ ਆ, ਤੁਹਾਨੂੰ ਵੀ ਨਾਲ ਹੀ ਉੱਠਣਾ ਪੈਂਦਾ, ਤੁਹਾਨੂੰ ਵੀ ਨਾਲ ਹੀ, ਅਤੇ ਉਨੇ ਸਮੇਂ ਦੇ ਵਿੱਚ ਆਪ ਵੀ ਖਵਾਉਣਾ, ਆਪ ਵੀ ਆਪਣੇ ਆਪ ਨੂੰ ਵੀ ਛਕਾਉਣਾ। ਅਤੇ ਚਲੋ ਆਈ ਵਾਜ਼ ਅਲੋਨ ਡੂਰਿੰਗ ਦੈਟ ਟਾਈਮ, ਜਿਹੜੇ ਪਹਿਲੇ 3 ਮਹੀਨੇ ਸੀਗੇ ਹੈ ਨਾ, ਅਤੇ ਸਿੰਘਣੀ ਵੀ ਕੰਮ 'ਤੇ ਚਲੋ ਵਿੱਚੋਂ ਮਾਤਾ ਜੀ ਨੂੰ ਮੈਂ ਕਿਹਾ ਮਾਤਾ ਜੀ ਆ ਜਾਓ ਥੋੜ੍ਹੀ ਹੈਲਪ ਕਰਦੇ, ਹੈਲਪ ਦੀ ਲੋੜ ਚਾਹੀਦੀ ਆ। ਇੱਦਾਂ ਹੀ ਉਹ ਜਿਹੜੀ ਬੀਬੀ ਦੇ ਉਹਦੇ 2 ਭਜੰਗੀ ਸੀਗੇ ਵਿਥਿਨ ਅ ਈਅਰ, ਹਾਂ, ਅਤੇ ਦਿਨ ਰਾਤ ਇੱਕ ਹੋ ਗਈ। ਉਹਨਾਂ ਨੇ ਜਾ ਕੇ ਬਹੁਤ ਰੋਈ ਕਿ ਮੇਰੀ ਸਿੱਖੀ ਖਤਮ ਹੋ ਜੀ, ਮੇਰੇ ਕੋਲ ਨਿਤਨੇਮ ਟਾਈਮ 'ਤੇ ਨਹੀਂ ਹੋ ਰਿਹਾ। ਇਹ ਉਹਨਾਂ ਦਾ ਸੀਗਾ ਕਿ ਮੇਰੇ ਕੋਲੋਂ ਹੁਣ ਜਿਹੜੀਆਂ ਵੱਡੀਆਂ ਰਹਿਣ ਸਬਾਈਆਂ ਮੇਰੇ ਕੋਲ ਅਟੈਂਡ ਨਹੀਂ ਹੁੰਦੀਆਂ, ਮੇਰੇ ਕੋਲ ਇਹ ਸੰਗਤ ਨਹੀਂ ਅਟੈਂਡ ਹੁੰਦੀ। ਉਹਨਾਂ ਨੇ ਜਾ ਕੇ ਗੁਰਮੁਖਾਂ ਨੂੰ ਜਾ ਕੇ ਪੁੱਛਿਆ, ਅਤੇ ਜਿਹੜੇ ਗੁਰਮੁਖ ਸੀ ਉਹ ਬਹੁਤ ਘੱਟ ਬੋਲਦੇ ਸੀ, ਵਿੱਚੋਂ ਕਈ ਵਾਰੀ ਜਿਹੜਾ ਬਚਨ ਕਰਦੇ ਸੀ ਨਾ ਉਹ ਢੁਕਵਾਂ ਹੀ ਕਰਦੇ ਸੀਗੇ। ਜਦੋਂ ਉਹਨਾਂ ਨੇ ਜਾ ਕੇ ਬੇਨਤੀ ਕੀਤੀ, ਰੋ ਕੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੋਈ ਸੰਗਤ ਨਹੀਂ, ਮੇਰਾ ਕਿਵੇਂ ਪਾਰ ਉਤਾਰਾ ਹੋਊਗਾ, ਮੈਂ ਤਾਂ ਮਾਇਆ 'ਚ ਹੀ ਉਲਝ ਗਈ, ਮੇਰੇ ਕੋਲੋਂ ਭਗਤੀ ਨਹੀਂ ਹੁੰਦੀ, ਭਗਤੀ ਮੇਰੇ ਹੱਥੋਂ ਛੁੱਟ ਗਈ ਆ, ਭਗਤੀ ਮੈਂ ਕਰਨ ਆਈ ਸੀਗੀ, ਭਗਤੀ ਮੇਰੇ ਕੋਲੋਂ ਨਿਕਲ ਗਈ, ਮੈਂ ਕਿੱਥੇ ਫਸ ਗਈ। You might need to explain these things to yourself, maybe to your wife, to your family, you have to understand how the form and the roop of your bhakti might change. ਜਦੋਂ ਮਹਾਂਪੁਰਖਾਂ ਨੇ ਗੱਲ ਸੁਣੀ, ਉਹਨਾਂ ਨੇ ਨਾਲ ਹੀ ਕਿਹਾ ਬੀਬੀ ਇਸ ਸਮੇਂ ਇਹੀ ਤੇਰੀ ਭਗਤੀ ਆ, ਆਹੀ ਤੇਰੀ ਭਗਤੀ, ਇਹੀ ਤੇਰੀ ਘਾਲਣਾ ਆ। ਬੱਚਿਆਂ ਨੂੰ ਤੂੰ ਕੰਨਾਂ ਵਿੱਚ ਗੁਰਮੰਤਰ ਸੁਣਾਇਆ ਕਰ, ਮੂਲ ਮੰਤਰ ਸੁਣਾਇਆ ਕਰ, ਉਹਨਾਂ ਦਾ ਨਿਤਨੇਮ ਉਹਨਾਂ ਦੇ ਕੰਨਾਂ 'ਚ ਪਾਇਆ ਕਰ, ਤੇਰਾ ਨਿਤਨੇਮ ਵੀ ਹੋ ਜਾਇਆ ਕਰੂਗਾ। ਤੁਰ ਫਿਰ ਕੇ ਠੀਕ ਹੈ, ਹੱਥ ਵਿੱਚ ਠੀਕ ਹੈ, ਜਪਜੀ ਸਾਹਿਬ ਕਰਕੇ ਡਾਈਪਰ ਵੀ ਚੇਂਜ ਕਰਨਾ ਪੈਂਦਾ, ਕੋਈ ਗੱਲ ਨਹੀਂ, ਇਹੀ ਤੇਰੀ ਭਗਤੀ, ਇਹੀ ਤੇਰਾ ਤਪ ਆ। ਅਵੇਲੇ ਤਾਂ 2 ਮਹੀਨੇ ਹੁੰਦੇ ਆ, 4 ਮਹੀਨੇ ਹੁੰਦੇ ਆ। ਸੋ ਡੋਂਟ ਫੀਲ ਬੈਡ ਅਪਨ yourself that oh I wanted to attend that but I couldn't, ਮੇਰਾ ਹੋਰ ਪਾਸੇ there is a ਜ਼ਿੰਮੇਵਾਰੀ in life that switches। ਉਹ ਭਗਤੀ ਦਾ ਰੂਪ ਬਦਲ ਜਾਂਦਾ ਆ। ਹਾਂ, ਇਟਸ ਨਾਟ ਆਲਵੇਜ਼ that you can grab a needle and ਨਿਸ਼ਾਨ ਸਾਹਿਬ run, ਉਹ ਵੀ ਕਿਸੇ ਦੀ ਮਹਾਰਾਜ ਨੇ ਜ਼ਿੰਮੇਵਾਰੀ ਲਾਈ ਆ। ਤਾਂ ਹੀ ਜਿੱਦਾਂ ਆਪਾਂ ਸਵੇਰੇ ਗੱਲ ਕਰ ਰਹੇ ਸੀਗੇ, ਬਾਬਾ ਅਮਰ ਸਿੰਘ ਜੀ ਇਹ ਬਹੰਗ ਬਣਾਏ ਆ ਸਾਰੀ ਉਮਰ,
ਹਾਂਜੀ ਉਹਨਾਂ ਨੇ ਕਿਵੇਂ ਕਿਵੇਂ ਜਿਹਨੇ ਘਾਲਣਾ ਕੀਤੀ ਹੈ, ਜਿਨ੍ਹਾਂ ਦੀ ਸੇਵਾ ਲਾਈ ਹੈ, ਕਿਸੇ ਦੀ ਗ੍ਰਸਤੀ ਵਿੱਚ ਸੇਵਾ ਲਾਈ ਆ, ਕਿਸੇ ਬਹੰਗਮ ਵਿੱਚ, ਕਿਸੇ ਦੀ ਫੌਜ ਵਿੱਚ ਲਾਈ ਆ, ਕਿਸੇ ਦੀ ਕਲਮਾਂ ਦੇ ਨਾਲ ਲਾਈ ਆ, ਕਿਸੇ ਨੇ ਮਾਰਨ ਦੀ, ਹਰੇਕ ਦੀ ਕਿਸੇ ਸੇਵਾ ਕਿਤੇ ਲਾਈ ਆ। You have to be able to find where your seva is. And the form of your bhakti may change. It's not to say let go of your Nitnem. Mahampurਖ ਨੇ ਇਹ ਨਹੀਂ ਕਿਹਾ ਕਿ ਨਿਤਨੇਮ ਛੱਡ ਦੇ, ਅੰਮ੍ਰਿਤ ਵੇਲਾ ਛੱਡ ਦੇ, ਇਹ ਵੀ ਨਹੀਂ ਕਿਹਾ। ਇਹ ਕਿਹਾ ਕਿ ਉਹਦਾ ਰੂਪ ਬਦਲ ਗਿਆ ਹੋਊਗਾ। ਹੁਣ ਤਾਂ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਆਪ ਅਲਾਰਮ ਨਾਲ ਉੱਠਣਾ ਪੈਂਦਾ ਸੀ 2 ਵਜੇ, ਹੁਣ ਮਹਾਂਪੁਰਖ ਤੇਰੇ ਘਰ ਵਿੱਚ ਆਇਆ, ਉਹਨਾਂ ਨੇ 2 ਵਜੇ ਅਲਾਰਮ ਲਾ ਕੇ ਤੈਨੂੰ ਜਗਾ ਦੇਣਾ ਆ। ਅਰੇ 12 ਵਜੇ ਵੀ ਜਗਾਉਣਗੇ, 2 ਵਜੇ ਵੀ ਜਗਾਉਣਗੇ, ਫਿਰ 4 ਵਜੇ ਵੀ ਜਗਾਉਣਗੇ। They don't wake you up every 2 hours. ਵਾਰ-ਵਾਰ ਕਹਿਣਗੇ, ਜਿਵੇਂ ਉਹ look at that as a reminder ਕਿ ਉਹ ਪਰਮਾਤਮਾ ਦੀ ਭਗਤੀ ਵਿੱਚ, ਕੁੱਖ ਵਿੱਚ ਕਿਵੇਂ ਲੀਨ ਸੀ ਅਤੇ ਵਿਛੋੜੇ ਦੇ ਦੁੱਖ ਵਿੱਚ ਕਿਵੇਂ ਰੋ ਰਹੀ ਆ। ਤੂੰ ਵੀ ਪੁਕਾਰ ਆਪਣੇ ਗੁਰੂ ਨੂੰ, ਤੂੰ ਵੀ ਅਕਾਲ ਪੁਰਖ ਨੂੰ ਪੁਕਾਰ। ਰੈਕਗਨਾਈਜ਼, ਸਾਨੂੰ 2 ਘੰਟੇ ਬਾਅਦ ਚੇਤਾ ਆ ਜਾਂਦਾ ਕਿਤੇ ਕਿ ਸਾਨੂੰ ਫਿਰ ਦੁੱਧ ਦੀ ਲੋੜ ਆ, ਸਾਨੂੰ ਅੰਮ੍ਰਿਤ ਦੀ ਲੋੜ ਆ। ਆਪਾਂ ਕਹੇ ਠੀਕ ਆ, ਉਹ 16 ਸਾਲ ਪਹਿਲਾਂ ਮਾੜਾ ਜਿਹਾ ਛਕ ਲਿਆ ਸੀ, ਰੋਜ਼ ਕੀ ਛਕਣਾ। ਹਾਂ, ਪਰ ਅੰਦਰ ਆਪਾਂ ਰੋਜ਼ ਛਕਣਾ ਹੁੰਦਾ। You want to drink it every single day. That ਪਿਆਸ needs to be there. So it's serve that as a reminder. So ਜਿਹੜੀ ਆਪਾਂ ਗੱਲ ਜਿੱਥੇ ਸ਼ੁਰੂ ਕੀਤੀ ਆ, ਅਕਾਲ ਪੁਰਖ ਸੱਚੇ ਪਾਤਸ਼ਾਹ ਕਿਵੇਂ ਸਾਡੇ ਜ਼ਿੰਦਗੀ ਵਿੱਚ ਆ ਕੇ ਕਿਵੇਂ ਸਾਨੂੰ ਉਪਦੇਸ਼ ਦਿੰਦੇ ਆ। ਤੁਸੀਂ ਬੱਚੇ ਦੀ ਆਵਾਜ਼ ਵਿੱਚੋਂ ਸੁਣ ਸਕਦੇ ਆ, ਤੁਸੀਂ ਕਿਤੇ ਕੀਰਤਨ ਕਥਾ ਉਹਦੀ ਆਵਾਜ਼ ਵਿੱਚ, ਠੀਕ ਹੈ, ਸੌਕਰ ਖੇਡਦੇ ਆ, ਉਹਦੇ ਵਿੱਚ ਕਿਸੇ ਨੇ ਕਿਹਾ ਬਸ ਤੇਰਾ ਇੱਕ ਨਿਸ਼ਾਨਾ, ਬਸ ਇੱਧਰ ਨੂੰ ਹੀ ਜਾਣਾ ਆ, ਤੂੰ ਇੱਧਰ ਨੂੰ ਦੇਖਣਾ ਤੱਕ ਨਹੀਂ। ਬੰਦਾ ਕਵੇ ਆਹ ਬਸ ਇੱਥੇ ਹੀ ਬਸ ਆਨੰਦ ਹੋ ਗਿਆ, ਬੰਦਾ ਉੱਥੇ ਹੀ ਲੋਟ-ਪੋਟ ਹੋ ਜਾਵੇ। ਹਾਂ, ਬਸ ਹੋਰ ਨਹੀਂ ਮੈਨੂੰ ਕੁਛ ਸੁਣਨ ਦੀ ਲੋੜ ਸੀਗੀ। ਟੇਕ ਦੈਟ ਉਪਦੇਸ਼ wherever you can, ਬਸ ਸੁਣਨਾ ਜ਼ਰੂਰੀ ਆ। ਓਪਨ ਯੂਰ ਈਅਰਸ। ਇਹ ਕੰਨਾਂ ਰਾਹੀਂ ਹੋ ਸਕਦਾ ਆ। ਜੇ ਬੰਦਾ ਕਹੂਗਾ ਆਪਣੇ ਆਪ ਨੂੰ ਸਮਝਾਉਣਾ, ਆਪਾਂ ਗੱਲ ਕਈ ਵਾਰੀ ਆਖਦੇ ਹੁੰਦੇ ਆ ਨਾ, like my heart needs to be clean, but clean according to who? According to yourself. ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਈ। ਸਾਰੇ ਤੇ ਸਿੰਘਾਂ ਦੇ ਵਿੱਚ ਜਿਹੜਾ ਸ਼ੀਸ਼ਾ ਵੀ ਹੁੰਦਾ ਨਾ, ਮਿਰਰ, ਇਹਨੂੰ ਚੁਗਲ ਕੌਰ ਕਿਹਾ ਜਾਂਦਾ। because when you tie ਦਸਤਾਰ ਨਾ, ਦਸਤਾਰ ਜਾ ਕੇ ਫਿਰ ਹੁੰਦਾ ਆ ਸੋਹਣੀ ਲੱਗਦੀ ਹੈ, ਇੱਕ ਇੱਧਰੋਂ ਵੀ ਸੋਹਣੀ ਲੱਗਦੀ ਹੈ, ਇੱਕ ਮਿੰਟ ਇੱਧਰੋਂ ਫਿਰ ਨਾ ਕਈ ਸੰਗੀ ਕਰਦੇ ਫੋਨ ਇੱਧਰੋਂ ਦੀ ਲੈ ਜਾ ਕੇ ਪਿੱਛੋਂ ਦੇਖਦੇ ਆ, ਇੱਧਰੋਂ ਵੀ ਸਹੀ ਆ। ਸੋ ਮਤਲਬ ਇੱਕ ਪਾਸਿਓਂ ਚੁਗਲੀ ਨਹੀਂ ਹੁੰਦੀ, 4-5 ਪਾਸਿਆਂ ਤੋਂ ਚੁਗਲੀ ਹੋ ਰਹੀ ਆ। ਠੀਕ, ਫਿਰ ਜਾ ਕੇ ਕਿਸੇ ਹੋਰ ਨੂੰ ਪੁੱਛਣਗੇ ਮੇਰੀ ਪਿੱਛੋਂ ਸਹੀ ਆ। ਹਾਂਜੀ, ਸਾਡੇ ਨਾਲ ਇੱਕ ਸਿੰਘ ਹੁੰਦਾ ਸੀਗਾ, ਉਹਨੇ ਬਹੁਤ ਸੋਹਣਾ ਦਮਾਲਾ ਸਜਾ ਕੇ ਨਾ, ਦਮਾਲਾ ਸਜਾ ਕੇ ਫਿਰ ਬਹੁਤ ਆਈ ਵਾਸ ਲਾਈਕ ਬਾਬਾ ਜੀ ਤੁਸੀਂ, ਮੈਂ ਛੋਟਾ ਹੁੰਦਾ ਸੀ, ਮੈਂ ਤੁਸੀਂ ਬਹੁਤ ਕਮਾਲ ਦਾ ਦਮਾਲਾ ਸਜਾ। ਫਿਰ ਉਹਨਾਂ ਨੇ ਐਂ ਮਾਰ ਲੈਣੀ, ਫਿਰ ਐਂ ਖਿੱਚ ਲੈਣੀ। ਮੈਂ ਕਿਹਾ ਬਾਬਾ ਜੀ ਕੀ ਕਹਿੰਦਾ, ਕਹਿੰਦੇ ਨਿਮਰਤਾ ਰਹਿੰਦੀ। ਮਸਤਾਨੇ ਰੰਗ ਸੀਗੇ। ਮੈਂ ਨਹੀਂ ਕਹਿ ਰਿਹਾ ਤੁਸੀਂ ਦਮਾਲੇ ਨਾਲ ਇਹ ਕਰੋ, ਠੀਕ ਹੈ, ਪਰ ਮੈਂ ਕਹਿ ਰਿਹਾ ਮਸਤਾਨੇ ਰੰਗ ਹੁੰਦੇ ਸੀਗੇ। ਹਾਂ, ਗੱਲ ਆ ਰਹੀ ਹੈ ਕਿ ਗੁਰੂ ਸਾਹਿਬ ਤੁਹਾਨੂੰ ਕਿਵੇਂ ਉਪਦੇਸ਼ ਦੇ ਰਹੇ ਆ। ਆਰ ਯੂ ਏਬਲ ਟੂ ਓਪਨ ਯੂਰ ਈਅਰ। ਸਰਵਣ ਰਾਹੀਂ ਹੋਣਾ ਆ, ਕਿਉਂਕਿ ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਈ। ਆਪਣੇ ਆਪ ਨੂੰ ਕਹਿਣਾ ਹੋਵੇ ਸ਼ੀਸ਼ੇ ਸਾਹਮਣੇ ਕਰਕੇ ਤੂੰ ਤਾਂ ਬਹੁਤ ਚੰਗਾ ਆ, ਉਹ ਤਾਂ ਕਹਿਣਾ ਹੀ ਆਪਾਂ ਨੇ। ਇਨ ਫੈਕਟ ਵੀ ਗੈਟ ਡਿਪਰੈਸਡ ਇਨ ਦਿਸ ਵਰਲਡ। ਕਿਸੇ ਨੇ ਇਹ ਮੈਨੂੰ ਕੁਐਸਚਨ ਕੀਤਾ ਸੀ ਪਿਛਲੀ ਟਾਕ ਤੋਂ ਬਾਅਦ, ਐਂਡ ਆਲ ਆਨਸਰ ਇਟ ਹੇਅਰ ਨਾਓ, ਕਿ ਵਾਟ ਇਜ਼ ਦ ਡਿਫਰੈਂਸ ਬਿਟਵੀਨ ਸੈਡਨੈਸ ਐਂਡ ਡਿਟੈਚਮੈਂਟ। ਹੈ ਨਾ, ਆਪਾਂ ਕਹੀਏ ਲਾਈਕ ਵੀਰ ਡਿਪਰੈਸਡ, ਔਰ ਲਾਈਕ we're like I don't want to have to anything to do with the world, and the fact that I want to kill myself, or I don't want to have to do, I don't want, I can't deal with the world anymore. Is that the sort of virag, or is it detachment in the sense, in a positive way? हाँ, संग we I'll touch on that as well, है ना। So we ਗੱਲ ਉਹੀ ਆ ਜਾਂਦੀ ਆ, if you want to look at yourself in the mirror, everybody is going to tell themselves I'm the greatest, okay। ਇੱਕ ਨਿਊਯਾਰਕ ਦੇ ਵਿੱਚ ਇਤਿਹਾਸ ਵਿੱਚ ਇਹ ਗੱਲ ਆ, there was a criminal, ਉਹਦਾ ਨਾਮ ਸੀ ਕੌਪ ਕਿਲਰ, ਮਤਲਬ ਪੁਲਿਸ ਨੂੰ ਮਾਰਨ ਵਾਲਾ, ਕੌਪ ਕਿਲਰ, ਹੈ ਨਾ। ਉਹਨੇ ਕੀ ਕੀਤਾ, ਉਹਨੇ ਆਪਣੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੇ 100,000 ਪੁਲਿਸਮੈਨ ਮਾਰੇ। ਉਹ ਫੜਿਆ ਵੀ ਕਿਵੇਂ ਗਿਆ, ਇਹ ਆਈ ਥਿੰਕ 1980s, no, yeah, 1960s or 40s, something early 1900s ਉਦੋਂ ਦੀ ਗੱਲ ਆ ਨਾ। ਅਤੇ ਉਹ ਜਾ ਕੇ ਜਦੋਂ ਫੜਿਆ ਵੀ ਕਿਵੇਂ ਗਿਆ, ਗੱਡੀ 'ਚ ਸੀਗਾ, ਪੁਲਿਸਮੈਨ ਨੇ ਆ ਕੇ ਕਿਹਾ ਕਿ ਤੇਰੀ ਜਿਹੜੀ ਪਲੇਟ ਜਿਹੜੀ ਆ ਗੱਡੀ ਦੀ ਉਹ ਐਕਸਪਾਇਰ ਹੋਈ ਵੀ ਆ। ਪਿੱਛੋਂ ਦੀ ਆਇਆ ਅਤੇ ਜਦੋਂ ਵਿੰਡੋ ਥੱਲੇ ਦੀ ਕੀਤੀ, ਉਹਨੇ ਬਿਨਾਂ ਸੁਣਿਆ ਗਨ ਕੱਢ ਕੇ ਉਹਦੇ ਸਿਰ 'ਚ ਗੋਲੀ ਮਾਰਤੀ ਪੁਲਿਸ ਵਾਲੇ ਦੇ ਵਿੱਚ। ਇਹੋ ਜਿਹਾ ਬੰਦਾ ਸੀਗਾ, ਨਿਰਦਈ ਬੰਦਾ, ਠੀਕ ਆ। ਇਹ ਇਤਿਹਾਸ, ਨਿਊਯਾਰਕ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸ਼ੂਟਿੰਗ ਆ। The biggest firefight that happened in the history of New York is this guy, I forgot his name now. He was sitting in the building, अपने skyscraper apartment building ਵਿੱਚ, ਆਲੇ ਦੁਆਲੇ ਸਾਰੇ ਬਿਲਡਿੰਗਾਂ ਵਿੱਚ ਹੈਲੀਕਾਪਟਰ ਵੀ ਆ, ਸਨਾਈਪਰ ਰਾਈਫਲ ਵੀ ਆ, ਥੱਲੇ ਟੀਮ ਵੀ ਜਾ ਰਹੀ ਆ, ਸਵਾਟ ਟੀਮ ਵੀ, ਸਾਰੇ ਪਾਸੇ ਘੇਰਾ ਪਿਆ ਆ ਉਹ ਇੱਕ ਬੰਦੇ ਨੂੰ ਫੜਨ ਵਾਸਤੇ।
ਤੇ ਉਹ ਜਦੋਂ ਸਨਾਈਪਰ ਗੋਲੀਆਂ ਵੀ ਮਾਰ ਰਿਹਾ, ਸਾਰੇ ਪਾਸੇ ਗੋਲੀਆਂ ਵੱਜੀਆਂ, ਉਹਦੇ ਕਿਤੇ ਗੋਲੀ ਲੱਗ ਗਈ ਤੇ ਮਰਨ ਵੇਲੇ ਅਖੀਰ ਤੇ ਉਹਨੇ ਪੇਪਰ ਤੇ ਇੱਕ ਗੱਲ ਲਿਖੀ, ਪੇਪਰ ਤੇ ਇਹ ਗੱਲ ਲਿਖੀ ਕਿ ਲੋਕੀ ਕਹਿੰਦੇ ਮੈਂ ਬੜਾ ਮਾੜਾ ਬੰਦਾ ਆ, ਲੋਕੀ ਕਹਿੰਦੇ ਆ ਕਿ ਮੇਰੇ ਵਿੱਚ ਕੋਈ ਦਇਆ ਨਹੀਂ ਹੈ, ਆਈ ਹੈਵ ਨੋ ਕੰਪੈਸ਼ਨ, ਬਟ ਮੈਂ ਦੁਨੀਆ ਨੂੰ ਇਹ ਦੱਸ ਕੇ ਜਾਵਾਂ, he's writing this down, that ਮੈਂ ਤਾਂ ਕਿਤੇ ਮੱਖੀ ਨੂੰ ਵੀ ਨਹੀਂ ਚੋਟ ਪਹੁੰਚਾ ਸਕਦਾ, ਕਾਗਜ਼ ਤੇ ਲਿਖਦਾ, I wouldn't even hurt a fly, he says. People say I'm really bad and I have no compassion, but I wouldn't even hurt a fly. That's how compassionate I am. This is the guy that just kills people for fun. ਹੈ ਨਾ? ਕਹਿਣ ਦਾ ਮਤਲਬ we are an illusion, ਅਸੀਂ ਭਰਮ ਵਿੱਚ ਹਾਂ ਕਿ ਅਸੀਂ ਸਾਡੀ ਸ਼ਖਸੀਅਤ ਕਿਹੋ ਜਿਹੀ ਆ। ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ। ਸਾਰੇ ਤਾਂ ਕਹਿੰਦੇ ਮੈਂ ਤਾਂ ਬਹੁਤ ਚੰਗਾ ਆ, ਮੇਰੇ ਵਰਗਾ ਤਾਂ ਦਇਆਵਾਨ ਦਾਨੀ ਤਾਂ ਹੈ ਹੀ ਨਹੀਂ, ਨਾ ਜੰਮਿਆ ਨਾ ਕਿਤੇ ਜੰਮਣਾ ਹੈ, ਮੇਰੇ ਵਰਗਾ ਗੁਰਮੁਖ, ਮੇਰੇ ਵਰਗਾ ਸੋਨਾ ਦੁਮਾਲਾ, ਮੇਰੇ ਵਰਗਾ ਲੰਬਾ ਸੋਹਣਾ ਸੁਨੱਖਾ, ਮੇਰੇ ਵਰਗੇ ਚੋਲੇ ਨਾ ਕਿਸੇ ਨੇ ਨਹੀਂ ਪਾਏ ਹੋਣੇ ਅੱਜ ਤੱਕ ਹੈ। ਬੰਦਾ ਇਹ ਕਹਿੰਦਾ ਆ ਮੇਰੇ ਵਰਗੀ ਸ਼ੁੱਧ ਬਣੀ। ਮੈਂ ਗਲਤ ਬਾਣੀ ਤਾਂ ਪੜ੍ਹ ਹੀ ਨਹੀਂ ਸਕਦਾ। ਜਿਹੜੇ ਮੈਨੂੰ ਸ਼ੁੱਧ ਵੀ ਕਰ ਰਹੇ ਨਾ ਉਹਨਾਂ ਨੂੰ ਨਹੀਂ ਪਤਾ ਕਿੱਦਾਂ ਪੜ੍ਹੀਦੀ ਆ, ਠੀਕ ਹੈ। ਬੰਦਾ ਕਹਿੰਦਾ ਮੈਂ ਸਹੀ ਹਾਂ, ਆਈ ਐਮ ਦ ਮੋਸਟ ਗੁਰਮੁਖ। ਜੇ ਆਪਾਂ ਇਹ ਕਹੀਏ ਨਾ ਸਾਡਾ ਦਿਲ ਸਾਫ਼ ਆ ਪਿਆਰਿਓ, ਆਪਣੇ ਆਪ ਨੂੰ ਹੀ ਆਪਾਂ ਆਪ ਦੀ ਮੁਕਤੀ ਨਹੀਂ ਕਰਾ ਸਕਦੇ। ਜੇ ਆਪਾਂ ਆਪ ਦੀ ਮੁਕਤੀ ਕਰਾ ਸਕੀਏ ਫਿਰ ਗੁਰੂ ਦੀ ਕੀ ਲੋੜ ਆ? Does this answer the question now? ਕਿ ਗੁਰੂ ਦੀ ਕੀ ਲੋੜ ਆ? ਕਿ ਗੁਰੂ ਦੀ ਤਾਂ ਲੋੜ ਹੈ ਕਿਉਂਕਿ ਆਪਾਂ ਆਪਣੇ ਆਪ ਨੂੰ ਮੁਕਤ ਕਰਾ ਨਹੀਂ ਸਕਦੇ, ਠੀਕ ਹੈ। Without the Guru, nobody has become ਮੁਕਤ in this way. You need the Guru. ਗੁਰੂ ਇੱਕ ਦਰਪਣ ਆ। ਗੁਰੂ ਇਹ ਕਹਿ ਰਿਹਾ ਸ਼ੀਸ਼ਾ ਆ ਕਿ ਆਹ ਤੇਰਾ ਅਸਲ ਸਰੂਪ ਆ, ਤੇਰੇ ਅੰਦਰ ਕਰੂਪਤਾ ਆ, ਆਹ ਤੇਰੇ ਅੰਦਰ ਭੈੜੀ ਮੈਲ ਆ, ਆਹ ਤੇਰੇ ਅੰਦਰ ਜੰਗਾਲ ਲੱਗਿਆ ਆ। ਐਂਡ ਜਦੋਂ ਤੁਸੀਂ ਉਹ ਚੀਜ਼ ਦੇਖਣਾ ਨਾ ਚਾਹੋ, guess what you do? What do you do? ਜੇ ਅੰਦਰ ਆਪਣਾ ਦੇਖਣਾ ਨਾ ਚਾਹਵੇ ਕਿ ਮੇਰੇ ਅੰਦਰ ਆਹ ਮੇਰਾ ਕਰੂਪ ਚਿਹਰਾ ਨਹੀਂ, ਆਹ ਨਹੀਂ ਦੇਖਣਾ ਮੈਂ ਚਾਹੁੰਦਾ, I want to see a beautiful form of myself. When you're not accepting of your true form, when you know that is but you're not accepting of it, ਪਿਆਰਿਓ, ਉਦੋਂ ਬੰਦਾ ਕਹਿੰਦਾ ਮੈਂ ਸ਼ੀਸ਼ੇ ਵੱਲ ਦੇਖਣਾ ਤੱਕ ਨਹੀਂ। ਗੁਰੂ ਦਾ ਮੈਂ ਗੁਰਬਾਣੀ ਨਹੀਂ ਪੜ੍ਹਨੀ ਕਿਉਂਕਿ ਮੇਰੇ ਅੰਦਰ ਉਹ ਕਰੂਪ ਚਿਹਰਾ ਮੈਨੂੰ ਨਜ਼ਰ ਆ ਰਿਹਾ। ਮੈਂ ਸੰਗਤ 'ਚੋਂ ਕਿਉਂ ਜਾਵਾਂ, ਉੱਥੇ ਮੇਰੇ ਔਗਣ ਸਾਹਮਣੇ ਆ ਰਹੇ ਆ। You come here, you feel like a puppy. I'm not like them because they all read Gurbani. I can't be like them. Take that in the positive to say, that's the reality. Don't try to say, oh, I just need to find a Sangha that's at my level then. Right? Just the Shrabbi Kwabi, just maybe do like, we do say Onkar in the morning. No, you want to become, you want to go and become like those Guru Sikhs you can't even think you can become like and get their dust to their feet. Don't, you want to become the greatest businessman. You don't go to like, the guy that just, works at Papa John's or something, or like, hone kite Tim Hortons job labhi, ye business kiਵੇਂ ਚਲਾਈਦਾ ਆ? You don't ask them, right? The person that has like 5 failed businesses, ਠੀਕ ਹੈ, ਜਿਹੜੀ ਘਰ ਵਾਲੀ ਵੀ ਕਹਿੰਦੀ ਕਿ ਜੇ ਤੂੰ ਫੇਰ ਕੋਈ ਬਿਜ਼ਨਸ ਮਤਲਬ ਚਲਾਇਆ ਨਾ ਮੈਂ ਘਰ ਛੱਡ ਕੇ ਚੱਲ ਜਾਣਾ, ਠੀਕ ਹੈ। ਤੇ ਬੰਦਾ ਕਹਿੰਦਾ ਇਹ ਘਰ ਵਾਲੀ ਕਰੀ ਜੋਬ ਹੀ ਕਰ ਲਾ, ਤੇਰੇ ਕੋਲ ਬਿਜ਼ਨਸ ਨਹੀਂ ਹੁੰਦਾ, ਠੀਕ ਹੈ। You go to that person ਕਿ ਮੈਨੂੰ ਕੋਈ ਐਡਵਾਈਸ ਦਿਓ ਬਿਜ਼ਨਸ, ਤੁਹਾਨੂੰ you're not going to get it, right? You want to go towards the billionaires. ਜੇ ਬਿਲੀਅਨੇਅਰਾਂ ਦੀ ਸੰਗਤ ਕਰੋਗੇ ਸ਼ਾਇਦ $1 ਮਿਲੀਅਨ ਬਣ ਜਾਣਗੇ, ਸਮਝੇ। ਇੱਕ ਬਿਜ਼ਨਸ ਵਿੱਚ ਕਿਹਾ ਜਾਂਦਾ ਨਾ, ਜੇ $1 ਮਿਲੀਅਨ ਬਣਾਉਣੇ ਆ ਤੁਸੀਂ $1 ਮਿਲੀਅਨ ਵਾਲੇ ਨਾਲ ਨਹੀਂ ਸੰਗਤ ਕਰ ਸਕਦੇ। ਜੇ $1 ਮਿਲੀਅਨ ਦੀ ਸੰਗਤ ਕਰੋਗੇ ਤੁਹਾਨੂੰ ਲੱਖ ਕੁ ਮਿਲ ਜੂਗਾ, ਜੇ $1 ਬਿਲੀਅਨ ਦੀ ਸੰਗਤ ਕਰੋਗੇ ਮਿਲੀਅਨ ਮਿਲ ਜੂਗਾ। ਅਤੇ ਜੇ ਤੁਸੀਂ ਇਹੋ ਜਿਹੇ ਗੁਰਮੁਖਾਂ ਸਾਧੂਆਂ ਦੀ ਸ਼ਹੀਦਾਂ ਦੀ ਸੰਗਤ ਕਰੋਗੇ ਸ਼ਾਇਦ ਕਿਤੇ ਮਾੜੀ ਜਿਹੀ ਧੂੜੀ ਮਿਲ ਕੇ ਤੁਹਾਡਾ ਜੀਵਨ ਸਵਰ ਜੂਗਾ, ਹਾਂ। So you want to become just like that. So set your standards high. But ਹੁਣ ਮੈਂ ਗੱਲ ਦੂਸਰੀ ਜਗ੍ਹਾ 'ਤੇ ਆਵਾਂ, you're living in this world. ਹਾਂਜੀ ਹਾਂਜੀ। Go to the guy with 5 failed businesses and ask him for advice, but he know how not to run a business. Yeah, oh, there we go. ਹਾਂ, there you go. ਬੰਦਾ ਤੇਜ਼ ਆ, ਇਹ ਬਿਜ਼ਨਸਮੈਨ ਬਣੂਗਾ। ਹਾਂ, ਗੱਲ ਆਪਾਂ ਕਰ ਰਹੇ ਸੀਗੇ ਜਿਹੜਾ ਦੀ ਸ਼ੀਸ਼ਾ, ਜਿਹੜਾ ਦਰਪਣ ਆ ਨਾ, we're not accepting of ਅਸੀਂ ਕਿੱਦਾਂ ਦੇ ਹਾਂ, ਇਹ ਹਕੀਕਤ ਆ। ਇੱਥੋਂ ਫਿਰ ਉਦਾਸੀ ਪੈਦਾ ਹੁੰਦੀ ਹੈ ਜਦੋਂ ਆਪਾਂ ਅਗਿਆਨ ਦੇ ਘੇਰੇ ਵਿੱਚ ਪਏ ਹਾਂ, ਠੀਕ ਹੈ। we're in ਅਗਿਆਨ ਦੇ ਵਿੱਚ ਸਾਨੂੰ ਪਤਾ ਨਹੀਂ ਅਸੀਂ ਕਿਵੇਂ ਨਿਕਲਣਾ, and in there you feel stuck and you take the ਬੋਝ ਕਿ ਦੁਨੀਆ ਨੂੰ ਕੀ ਕਹਿ ਰਿਹਾ, ਉਹਦੇ ਵਿੱਚ ਤੁਸੀਂ ਦੁਨੀਆ ਨੂੰ ਸੱਚਾ ਮੰਨ ਰਹੇ ਆ। ਇਹ ਫਰਕ ਆ। ਜੇ ਦੁਨੀਆ ਨੂੰ ਸੱਚਾ ਮੰਨ ਕੇ ਉਦਾਸ ਹੋ ਰਹੇ ਹਾਂ, then you will go into depression. You will go into depressed states because you think this is the reality, this is who I am, and there's nothing more of this, and my only escape is maybe death. You see no other option. ਇਹ ਹਕੀਕਤ ਆ। ਪਰ ਗੁਰੂ ਕਹਿ ਰਿਹਾ ਆ even that is not an escape. ਜਿਹੜਾ ਬੰਦਾ ਕਹਿ ਰਿਹਾ ਬਹੁਤ ਦੁਖੀ ਆ ਮੈਂ ਨਾ, ਉਹ ਕੀ ਕਹਿ ਰਿਹਾ, escape ਲੱਭ ਰਿਹਾ।
ਕਿਸੇ ਤਰ੍ਹਾਂ ਦੀ ਮੁਕਤੀ ਲੱਭ ਰਿਹਾ। ਉਹ ਕਹਿੰਦਾ ਕਿ ਮੈਨੂੰ ਆਪਣੇ ਮਨ ਦੇ ਦੁੱਖ ਨਹੀਂ ਚੱਲੇ ਜਾਂਦੇ। ਆਮ ਬੰਦਾ ਕੀ ਕਹਿੰਦਾ, ਚਲੋ ਠੀਕ ਹੈ ਮੈਂ ਸਵੇਰੇ ਡੀਲ ਕਰਾਂ, ਮੈਂ ਸੌਣ ਚੱਲਿਆ, ਆਮ ਗੋਇੰਗ ਟੂ ਸਲੀਪ ਸੋ ਆਈ ਕੈਨ ਫੋਰਗੇਟ ਦ ਪੇਨਸ ਆਫ ਮਾਈ ਲਾਈਫ, ਆਮ ਗੋਇੰਗ ਟੂ ਗੋ ਇਨ ਮਾਈ ਡ੍ਰੀਮਸ। ਕਈ ਵਾਰੀ ਨੀਂਦ ਵਿੱਚ ਵੀ ਦੁੱਖ ਮਿਲਦੇ ਆ। that person can't sleep, gets insomnia। ਜਦੋਂ ਇਹੋ ਜਿਹੀਆਂ ਸਟੇਜਾਂ ਫਿਰ then you find more escapes। ਫਿਰ ਕਹਿੰਦੇ ਸ਼ਰਾਬ ਤੇ ਲੱਗ ਜਾਂਦੇ ਆ। ਫਿਰ ਕਹਿੰਦੇ ਸ਼ਰਾਬ ਪੀ ਕੇ ਐਟਲੀਸਟ ਮੇਰੇ ਕੁਝ ਸਮੇਂ ਵਾਸਤੇ ਦੁੱਖ ਭੁੱਲ ਜਾਂਦੇ। ਕਿ ਦੁਨੀਆ ਦੀ ਹਾਲਾਤ ਕੀ ਆ, ਮੰਡੇ ਟੂ ਫਰਾਈਡੇ ਕੰਮ ਕਰਨਾ, ਠੀਕ ਹੈ, ਇਹ ਇਹਨਾਂ ਦਾ ਹਫਤਾਵਾਰੀ, ਇਹ ਰੋਜ਼ਾਨਾ ਨਿਤਨੇਮ ਹੈ ਇਹਨਾਂ ਦਾ ਗੁਰਸਿੱਖ ਇੱਥੇ ਗੁਰਸਿੱਖ ਸੌਰੀ ਦੇ ਜਿਹੜੇ ਕੈਨੇਡਾ ਅਮਰੀਕਾ ਕਲਚਰ, ਦਿਸ ਇਜ਼ ਵਾਟ ਇਟ ਇਜ਼। ਮੰਡੇ ਟੂ ਫਰਾਈਡੇ ਕੰਮ ਕਰਨਾ, ਫਰਾਈਡੇ ਨੂੰ ਰੱਜ ਕੇ ਸ਼ਰਾਬ ਪੀਣੀ, ਠੀਕ ਹੈ। ਦੈਨ ਯੂ ਫਰਾਈਡੇ ਸੈਟਰਡੇ ਫਿਰ ਰਿਗਰੈਟ ਇਟ ਬਟ ਸਟਿਲ ਡਰਿੰਕ ਇਨ ਦ ਈਵਨਿੰਗ, ਠੀਕ ਹੈ। ਫਿਰ ਸ਼ਰਾਬ ਪੀ ਲਈ, ਸੰਡੇ ਹੈਂਗਓਵਰ ਵਿੱਚ ਰਹਿਣਾ। ਫਿਰ ਉਹ ਬ੍ਰੈਡ ਛਕਦੇ ਹੁੰਦੇ ਆ, ਜਸਟ ਡਰਾਈ ਬ੍ਰੈਡ, just so hangover ਘੱਟ ਹੋਵੇ, absorbs the liquor, ਹੈ ਨਾ। Don't ask me how I know this. ਮੈਂ ਫੌਜ ਵਿੱਚ ਰਿਹਾ ਆ, I know how it works, ਠੀਕ ਹੈ। In the army, this is literally what the guys with me would do, ਹੈ ਨਾ। ਐਂਡ ਸੰਡੇ ਫਿਰ ਉਹਨਾਂ ਨੇ ਜੋ ਬਚਿਆ ਕੁਚਿਆ ਥੋੜ੍ਹਾ ਬਹੁਤਾ ਘਰ ਦਾ ਕੰਮ ਕਰ ਲੈਣਾ, ਫਿਰ ਮੰਡੇ ਫਿਰ ਕੰਮ 'ਤੇ। ਕਈ ਵਾਰੀ ਕੰਮ 'ਤੇ ਵੀ ਦੁੱਖ ਇੰਨਾ ਹੁੰਦਾ, ਉਹ ਪਾਣੀ ਦੀ ਬਹੁਤ, ਕਈ ਸ਼ਰਾਬ ਵੀ ਮਿਲਦੀ ਪਾਣੀ ਵਰਗੀ ਲੱਗਦੀ ਆ, ਉਹ ਕੰਮ 'ਤੇ ਵੀ ਉਹ ਲੈ ਕੇ ਜਾਂਦੇ ਆ ਥੋੜ੍ਹੀ ਬਹੁਤੀ ਲੰਚ ਟਾਈਮ ਪੀਣ ਵਾਸਤੇ, ਰਾਈਟ। ਔਰ ਦੇ ਡਰਿੰਕ ਆਫਟਰ ਲਾਈਕ ਇਨ ਦ 3 o'clock ਜ਼ਿਆਦਾ ਵੀ ਪੀਤਾ ਗਿਆ, ਵੀ ਕੈਨ ਸਟਿਲ ਗੋ ਹੋਮ। ਅਮਲੀ ਅਮਲ ਲੁਭਾਵੇ, ਉਹ ਬਸ ਅਮਲ ਦੇ ਵਿੱਚ ਲੱਗੇ ਕਿ ਦੈਟਸ ਦੇਅਰ ਐਸਕੇਪ। ਉਹਨੂੰ ਲੱਗਦਾ ਉਹਦੇ ਵਿੱਚ ਹੀ ਸੁੱਖ ਆ। ਜਿਹੜਾ ਬੰਦਾ ਪਹਿਲਾਂ ਗੁਰਸਿੱਖੀ ਦੇ ਵਿੱਚ ਆਉਣ ਤੋਂ ਪਹਿਲਾਂ ਡਰੱਗਸ ਦੇ ਵਿੱਚ ਜਾਂ ਸ਼ਰਾਬ ਦੇ ਵਿੱਚ ਲੱਗਾ ਹੋਵੇ, ਇਹ ਹਕੀਕਤ ਆ, ਕਈਆਂ ਨਾਲ ਮੈਂ ਦੇਖਿਆ। ਯੂ ਗੋ ਆਫਟਰ ਡਰੱਗਸ ਐਂਡ ਐਲਕੋਹਲ, ਐਂਡ ਜਦੋਂ ਬਾਅਦ ਚੋਂ ਉਹਦੇ ਵਿੱਚੋਂ ਤੁਸੀਂ ਨਿਕਲੋਗੇ ਨਾ, ਐਂਡ ਯੂ ਕਮ ਇਨਟੂ ਗੁਰਸਿੱਖੀ, ਯੂ ਮਾਈਟ ਹੈਵ ਲੈਫਟ ਡਰੱਗਸ ਐਂਡ ਐਲਕੋਹਲ ਫॉर 5-10 years। ਪਰ ਜਦੋਂ ਜ਼ਿੰਦਗੀ ਦੇ ਦੁੱਖ ਤਾਂ ਆਉਣੇ ਹੀ ਆ, ਫਿਰ ਵੀ ਗੁਰਸਿੱਖੀ ਵਿੱਚ ਵੀ ਕਿਹੜੇ ਦੁੱਖ ਨਹੀਂ ਆਉਣੇ, ਠੀਕ ਹੈ। ਜਸਟ ਬਿਕਾਜ਼ ਯੂ ਟੇਕ ਅੰਮ੍ਰਿਤ, ਇਟ ਡਜ਼ਨਟ ਮੀਨ ਲਾਈਕ ਔਨ ਮੋਰਗੇਜ ਮਾਫ ਹੋ ਜਾਂਦੀ ਹੈ, ਠੀਕ ਹੈ। ਇਟਸ ਲਾਈਕ you call your city council, oh no ਮਾਰਸ ਇਸ ਕਰਮਨਾਸ ਐਂਡ ਸਰਮਨਾਸ ਐਂਡ ਸਾਰਾ ਕੁਝ ਮੋਰਗੇਜ ਨਾਸ ਵੀ ਹੋ ਜਾਵੇ ਨਾਲ, ਪਰ unfortunately that's not the case, right? ਆਹੋ ਸੱਚੀ ਹੋ ਗਈ, ਹੋ ਵੀ ਸਕਦੀ ਹੈ। ਹਾਂ, ਮਹਾਰਾਜ ਖਜ਼ਾਨੇ ਬਖਸ਼ੀ ਦਿੰਦੇ in various ways। ਹਾਂ, ਜਿਹੜਾ ਗੱਲ ਮੈਂ ਕਰ ਰਿਹਾ ਸੀਗਾ ਭੁੱਲ ਗਿਆ, ਜਿਹੜੀ ਹਾਂ ਸ਼ਰਾਬੀ ਜੇ ਸ਼ਰਾਬ ਛੱਡ ਦੇਵੇ, ਅੰਮ੍ਰਿਤ ਛਕ ਲਵੇ, ਐਂਡ ਇਟ ਗੋਜ਼ ਐਂਡ ਅੰਮ੍ਰਿਤ ਛਕ ਲਵੇ, ਐਂਡ ਇਟਸ ਬਿਨ ਮੇਬੀ 10-15 years ਛੱਡੀ ਨੂੰ, ਐਂਡ ਤੁਸੀਂ ਸੋਚੋ ਇਹ ਤਾਂ ਤੇਰੀ ਪਿਛਲੀ ਜ਼ਿੰਦਗੀ ਸੀਗੀ, ਹੁਣ ਤੇਰੇ ਮਨ 'ਤੇ ਕੋਈ ਪ੍ਰਭਾਵ ਨਹੀਂ ਆ। ਹੀਅਰਸ ਦ ਰਿਐਲਿਟੀ ਆਫ ਦ ਮਾਈਂਡ। ਮਨ ਨੇ ਪਹਿਲਾਂ ਹੀ ਉਹ ਸਿੱਖਿਆ ਆ ਕਿ ਜਦੋਂ ਜ਼ਿੰਦਗੀ 'ਚ ਦੁੱਖ ਆਵੇ ਤਾਂ ਉਹ ਤਰੀਕਾ ਮਿਲਿਆ ਨਿਕਲਣ ਦਾ ਆ। ਜਦੋਂ ਫਿਰ ਦੁੱਖ ਆਊਗਾ, ਮੇਰੇ ਨਾਲ ਗੁਰਸਿੱਖ ਮੈਨੂੰ ਬੈਠ ਕੇ ਆ ਕੇ ਕਹਿੰਦੇ ਹੁੰਦੇ ਸੀਗੇ ਕਿ ਵੀਰ ਮੈਂ ਤੇਰੇ ਕੋਲ ਤਾਂ ਆਇਆ ਆ ਕਿ ਮੇਰੇ ਕੋਲ ਹੋਰ ਕੋਈ, ਕਿ ਮੈਨੂੰ ਰਸਤਾ ਨਹੀਂ ਲੱਭਦਾ ਸੀਗਾ। ਮੇਰਾ ਮਨ ਵਾਰ-ਵਾਰ ਕਹਿ ਰਿਹਾ, ਘਰ ਵਾਲੀ ਵੀ ਤੰਗ ਕਰ ਰਹੀ ਆ, ਮਾਂ ਪਿਓ ਵੀ ਤੰਗ ਕਰ ਰਹੇ ਆ, ਕੰਮ ਵਾਲੇ ਵੀ ਤੰਗ ਕਰ ਰਹੇ ਆ, ਸਾਰੇ ਪਾਸੇ ਦੁੱਖ ਹੀ ਦੁੱਖ ਆ। ਮੇਰਾ ਮਨ ਨਾ ਚਾਹੁੰਦਿਆਂ ਹੋਇਆ ਇਹ ਕਹਿ ਰਿਹਾ ਕਿ ਨਿਕਲ ਇੱਥੋਂ ਸ਼ਰਾਬ ਵੱਲ ਜਾ। ਐਂਡ ਯੂ ਲੁੱਕ ਐਟ ਦਿਸ ਪਰਸਨ ਹੈਜ਼ ਲਾਈਕ ਬਾਣੀ ਮੈਮੋਰਾਈਜ਼ਡ, ਗੁਰਸਿੱਖ ਆ, ਗੁਰਦੁਆਰੇ ਦੇ ਪ੍ਰਧਾਨ ਤੱਕ ਰਹੇ ਆ, ਸੇਵਾਦਾਰ, ਦੇ ਲੀਡਰਸ ਆਫ ਆਰਗੇਨਾਈਜੇਸ਼ਨਸ, ਆ ਕੇ ਕਹਿ ਰਹੀ ਆ ਕਿਉਂਕਿ ਮਾਈ ਮਾਈਂਡ ਥਿੰਕਸ ਦੈਟ ਦੈਟਸ ਦੀ ਓਨਲੀ ਐਸਕੇਪ ਆਈ ਹੈਵ। ਸੋ ਅਗਿਆਨ ਦੇ ਵਿੱਚ ਕਈ ਵਾਰੀ ਇੰਨਾ ਘੋਰ ਅੰਧਾਰ ਹੋ ਜਾਂਦਾ ਆ, ਤੁਸੀਂ ਦੁਨੀਆ ਨੂੰ ਸੱਚੀ ਸਮਝੀ ਬੈਠੇ ਆ ਅਤੇ ਤੁਸੀਂ ਆਪਣੀ ਦੇਹ ਨੂੰ ਵੀ ਸੱਚੀ ਸਮਝੀ ਬੈਠੇ ਆ। ਤੁਹਾਨੂੰ ਲੱਗਦਾ ਇਹ ਦੁੱਖ ਤੋਂ ਨਿਕਲਣ ਵਾਸਤੇ ਸਿਰਫ ਮੇਰੀ ਜਾਨ ਦਾ ਖਾਤਮਾ ਹੀ ਆ, ਪਰ ਇਹ ਗੁਰੂ ਸਾਹਿਬ ਕਹਿ ਰਹੇ ਆ ਕਿ ਇਹ ਵੀ ਖਾਤਮਾ ਨਹੀਂ ਹੈ। ਆਤਮਘਾਤੀ ਜਗਤ ਕਾ ਸਾਈ। The reality is that's another ਕਰਮ then। ਇਹ ਹੋਰ ਕਰਮ ਚਾੜ ਲਿਆ। ਬੰਦਾ ਕਹਿ ਰਿਹਾ ਮੈਂ ਦੁੱਖ ਤੋਂ ਨਿਕਲਾਂ, ਮੈਂ ਕਰਮਾਂ 'ਚੋਂ ਨਿਕਲਾਂ, ਇੱਕ ਹੋਰ ਵੱਡਾ ਕਰਮ ਚਾੜ ਕੇ ਫਿਰ ਕਰਮਾਂ ਵਿੱਚ ਹੀ ਆਉਣਾ ਪੈਣਾ। ਫਿਰ ਨਿਕਲਣ ਦਾ ਇੱਕ ਹੀ ਰਸਤਾ ਆ, ਉਹ ਹੈ ਨਾਮ ਜਪਣਾ। That is through the ਭਗਤੀ, that is through ਸਿਮਰਨ, that is through detaching। ਹਾਂ, what is the difference between that level of ਉਦਾਸੀ, when you're sadness in a state of sadness within the world, ਇੱਦਾਂ ਚੇਤਾ ਕਰੋ ਜੇ ਪਹਾੜ ਤੋਂ ਥੱਲੇ ਵੀ ਆ ਰਹੇ ਆ, ਨਵਾਂ ਪਹਾੜ ਵੀ ਆਊਗਾ। You're coming down a mountain, there will be another mountain to climb up again. And when you reach that difficult mountain to climb up, you will go down another mountain as an easy slope. So this is dukh sukh doy dar kapde pehra jaye manukh। We are surrounded in this, ਠੀਕ ਹੈ। ਇਹ ਦੁਨੀਆ ਕੀ ਹੈ, 2 for 1 ਪੈਕੇਜ ਆ। ਪਤਾ ਨਹੀਂ ਤੁਹਾਡੇ ਇੱਥੇ 2 for 1 ਪੀਜ਼ਾ ਸਟੋਰ ਹੁੰਦੇ ਕਿ ਨਹੀਂ, ਠੀਕ ਹੈ। ਸੋ ਉਹ ਕੀ ਕਰਦੇ ਆ, ਫਿਰ ਇੱਕ ਪੀਜ਼ੇ ਦੀ ਪ੍ਰਾਈਸ ਤੇ ਤੁਹਾਨੂੰ 2 ਦੇਣਗੇ, ਹਾਂਜੀ, 2 for 1। ਇਹ ਮਾਇਆ ਕੀ ਆ, ਤੁਸੀਂ ਸੁੱਖ ਦੇ ਪਿੱਛੇ ਲੱਗੇ ਆ, 2 for 1 ਪੈਕੇਜ, ਦੁੱਖ ਵੀ ਨਾਲ ਆਊਗਾ। ਹਾਂ, 2 for 1 ਪੈਕੇਜ, ਹਾਂਜੀ, ਭਾਵੇਂ ਮੰਗੋ ਹੈ ਕਿ ਉਹਨਾਂ ਦੇਣੇ 2 ਹੀ ਆ। ਹਾਂ, ਸੋ ਦੈਟਸ ਵਾਟ ਇਟ ਮੀਨਸ। ਤੁਸੀਂ ਕਹਿੰਦੇ ਆ ਉਹ ਸੁੱਖ ਮੈਨੂੰ ਚਾਹੀਦਾ, ਪਰ ਹਰੇਕ ਸੁੱਖ ਦੇ ਪਿੱਛੇ ਦੁੱਖ ਆ। ਯੂ ਵਾਂਟ ਪੀਜ਼ਾ ਛਕਿਆ, ਬਾਅਦ ਚੋਂ ਕੀ ਲੱਗੀ, ਪਿਆਸ।
ਪਿਆਸ ਦੁੱਖ ਆ, ਪਿਆਸ ਲੱਗ ਗਈ, ਹੁਣ ਬਾਅਦ ਚੋਂ ਫਿਰ ਦੁੱਖ ਆਇਆ, ਆਲੇ ਦੁਆਲੇ ਵਾਸ਼ਰੂਮ ਨਹੀਂ ਆ, ਵਾਸ਼ਰੂਮ ਭੱਜਣ ਚਲੇ ਗਏ, ਠੀਕ ਹੈ, ਵਾਸ਼ਰੂਮ ਚਲੇ ਗਏ ਤੇ ਉਧਰੋਂ ਪਿੱਛੋਂ ਕੋਈ ਗੱਲ ਮਿਸ ਹੋ ਗਈ, ਯੂ ਮਿਸ ਸਮਥਿੰਗ, ਸੋ ਇਟਸ ਜਸਟ ਅ ਸਾਈਕਲ ਔਨ ਐਂਡ ਔਨ। ਚਲੋ ਨਮਕੀਨ ਖਾ ਲਿਆ, ਫਿਰ ਮਿੱਠਾ ਚਾਹੀਦਾ, ਮਿੱਠਾ ਛਕ ਲਿਆ, ਫਿਰ ਸਪਾਈਸੀ ਚਾਹੀਦਾ, ਫਿਰ ਸਪਾਈਸੀ ਛਕ ਲਿਆ, ਫਿਰ ਨਮਕੀਨ ਚਾਹੀਦਾ, ਫਿਰ ਪਿਆਜ਼ ਕੋਈ ਗਿੱਲਾ ਚਾਹੀਦਾ, ਫਿਰ ਸੁੱਕਾ ਚਾਹੀਦਾ, ਠੀਕ ਹੈ। ਸੋ ਯੂ ਕੀਪ ਔਨ ਗੋਇੰਗ ਅਗੇਨ ਐਂਡ ਅਗੇਨ, ਸਾਈਕਲ ਵਿੱਚ ਲੱਗੇ ਰਹਿੰਦੇ ਆ। ਸੋ ਇਹ ਹਰੇਕ ਸੁੱਖ ਦੇ ਪਿੱਛੇ ਕੋਈ ਨਾ ਕੋਈ ਦੁੱਖ ਰੂਪ ਹੈ ਆ, ਦੇयर ਆਲਵੇਜ਼ ਅ ਦੁੱਖ ਬਿਹਾਈਂਡ ਇਟ ਐਜ਼ ਵੈਲ। ਜਿਹੜਾ ਸਿਰਫ ਇੱਕ ਹੀ ਸੁੱਖ ਆ ਜਿਹਦੇ ਪਿੱਛੇ ਕੋਈ ਵੀ ਕਲੇਸ਼ ਨਹੀਂ ਹੈ, ਉਹ ਇੱਕ ਹੀ ਆਨੰਦ ਆ ਜਿਹਦੇ ਪਿੱਛੇ ਕੋਈ ਕਲੇਸ਼ ਨਹੀਂ ਹੈ, ਉਹ ਹੈ ਨਾਮ ਦਾ ਸੁੱਖ, ਉਹ ਹੈ ਰੱਬ ਦਾ ਸੁੱਖ। ਹੁਣ ਜਿਹੜੀ ਆਪਾਂ ਉਦਾਸੀ ਦੀ ਉਹ ਗੱਲ ਕਰ ਰਹੇ ਹਾਂ, ਉਦਾਸੀ ਵੀ ਚੰਗੀ ਆ, ਠੀਕ ਇਨ ਦਾ ਪੋਜ਼ਿਟਿਵ ਐਜ਼ ਵੈਲ। ਮਹਾਰਾਜ ਨੇ ਬਹੁਤ ਸ਼ਬਦ ਇਹੋ ਜਿਹੇ ਉਚਾਰਨ, ਗੁਰੂ ਨਾਨਕ ਦੇਵ ਜੀ ਦੀ ਜੀਵਨ ਦੇ ਵਿੱਚ ਵੀ ਆਪਾਂ, ਚਲੋ ਇੱਕ ਤਾਂ ਦੁਨਿਆਵੀ ਸੰਸਾਰ ਤੋਂ ਮਹਾਰਾਜ ਤੋਂ ਪਹਿਲਾਂ ਹੀ ਉਪਰਾਮ ਨੇ, ਦੇਰ ਆਲਵੇਜ਼ ਉਦਾਸ, ਪਰ ਮਹਾਰਾਜ ਨੇ ਛੋਟੀ ਉਮਰ ਵਿੱਚ ਆਪਣੀ ਜ਼ਿੰਦਗੀ ਵਿੱਚ ਵੀ ਉਦਾਸੀ ਪ੍ਰਗਟ ਕੀਤੀ। ਕਿਵੇਂ? ਵੈਸੇ not in the sadness or like depression or anything, I don't take it that way, but in the sense ਕਿ ਮਹਾਰਾਜ ਆਪ ਹੀ ਜਾ ਕੇ ਦਰਖਤ ਦੇ ਆਲੇ ਦੁਆਲੇ ਬੈਠ ਕੇ ਉਹ ਆਪ ਕਹਿੰਦੇ ਸੀ ਕਿ ਮੈਂ ਯਾਰ ਇਹ ਕਿਹੜੀਆਂ ਗੱਲਾਂ ਕਰਦੇ, ਮੈਂ ਕੀ ਲੈਣਾ ਦੇਣਾ ਇਹਨਾਂ ਨਾਲ। There was that, it was a sense of udasi as well, but withdrawal, in the sense there was sadness। ਮਹਾਰਾਜ ਨੇ ਜਿਹੜੇ ਬਚਨ ਕੁਝ ਉਚਾਰਨ ਕੀਤੇ, there were a form of sadness as well, ਉਦਾਸੀ ਵਿੱਚ ਪ੍ਰਗਟ ਕੀਤੇ। ਹਾਂ, but as that eventually ਮਹਾਰਾਜ ਨੇ ਉਹ ਰੂਪ ਬਦਲ ਦਿੱਤਾ, that went into the state of bairag, that went into a state of detachment। First is recognizing ਕਿ ਇਹ ਦੁੱਖ ਰੂਪ ਹੈ, ਸੱਚੀ ਦੁੱਖ ਰੂਪ ਹੈ, ਇੰਨਾ ਦੁੱਖ ਦੁਨੀਆ ਦੇ ਰਹੀ ਹੈ, you get sad as that, there's sadness there। ਜਦੋਂ sadness there, when you look at that sadness and ਜਦੋਂ ਦੇਖ ਲੈਂਦੇ ਆ ਕਿ ਆਹ ਦੁੱਖ ਰੂਪ ਹੈ, and then you say what other options are there, then you explore। If you see that you want to become a seeker, then you will become a jigyasu, you will want to seek something, what else is there? There are Gursikhs that I look at them, ਗੁਰਸਿੱਖ ਬੈਠਾ ਆ, ਚੌਂਕੜਾ ਮਾਰ ਕੇ ਨਾਮ ਜਪ ਰਿਹਾ ਆ, ਮੁਖ ਤੇ ਇੰਨੀ ਲਾਲੀ ਆ, ਇੰਨਾ ਹੱਸ ਰਿਹਾ, ਇੰਨਾ ਖੇਡ ਰਿਹਾ, ਇੰਨੇ ਆਨੰਦ ਵਿੱਚ ਆ, ਤੇ ਕਿਵੇਂ ਉਹਦੇ ਮਤਲਬ ਉਹ ਕਿਵੇਂ ਅਵਸਥਾ ਪਾਈ ਜਾ ਸਕਦੀ ਆ? ਤੇ ਨਾ ਦੇਖ ਮਨ ਚਾਓ ਉਠਣ ਦਾ, ਉਹਨਾਂ ਨੂੰ ਦੇਖ ਕੇ। ਕਈ ਵਾਰੀ ਜਿੱਦਾਂ ਆਪਾਂ ਕੱਲ੍ਹ ਨਹੀਂ ਕਮਰੇ 'ਚ ਬੈਠੇ ਨਾ, ਆਪਾਂ ਵਿਚਾਰ ਕਰ ਰਹੇ ਸੀਗੇ, ਭਾਈ ਵਿਕਰਮ ਸਿੰਘ ਜੀ ਆਪਣੀ ਰਿੱਧੀਆਂ ਸਿੱਧੀਆਂ ਪ੍ਰਗਟ ਕਰ ਰਹੇ ਸੀਗੇ ਮੈਜਿਕ ਟ੍ਰਿਕਸ ਦੇ ਹਿਸਾਬ ਨਾਲ, ਅਤੇ ਨਾਲ ਸਿੰਘ ਸੀਗਾ, ਅਤੇ ਉਹ ਬੜਾ ਹੈਰਾਨ ਹੋ ਗਿਆ। ਹਾਂਜੀ, ਅਤੇ ਨਾਲ ਭਾਈ ਸਾਹਿਬ ਨੇ ਕਿਹਾ ਕਿ ਮੈਂ ਤਾਂ ਉਹਨਾਂ ਦੇ ਚਮਤਕਾਰ ਦੇਖ ਕੇ ਨਹੀਂ ਮੈਂ ਹੈਰਾਨ ਹੋ ਰਿਹਾ, ਮੈਂ ਇਹਦੀ ਸ਼ਰਧਾ ਦੇਖ ਕੇ ਮੈਂ ਪ੍ਰਭਾਵਿਤ ਹੋ ਰਿਹਾ ਹਾਂ, ਕਿ ਮੈਨੂੰ ਇਹਦੀ ਸ਼ਰਧਾ ਦੇਖ ਕੇ ਮੈਨੂੰ ਵੀ ਲੱਗਦਾ ਇਹਦੇ ਵਿੱਚ ਕੁਛ ਹੈ। ਕਈ ਵਾਰੀ ਗੁਰੂ ਨੂੰ ਆਪ ਆਪਾਂ ਭਾਵੇਂ ਯੂ ਕੈਨ ਐਕਸਪੀਰੀਅੰਸ ਕਰ, ਪਰ ਗੁਰਸਿੱਖ ਨੂੰ ਦੇਖ ਕੇ ਯਾਰ ਇਹ ਕੋਈ ਆਨੰਦ ਤਾਂ ਹੈ ਜਿਹੜਾ ਇਹਦੀ ਜ਼ਿੰਦਗੀ ਵਿੱਚ ਇੰਨੀ ਖੁਸ਼ੀ ਹੈ, ਇਹਦੀ ਜ਼ਿੰਦਗੀ ਵਿੱਚ ਇੰਨਾ ਬੈਰਾਗ ਹੈ, ਇਹ ਕੰਮ ਵੀ ਕਰਦਾ, ਹੀ ਇਜ਼ ਐਨ ਅਕਾਊਂਟੈਂਟ, ਹੀ ਇਜ਼ ਐਨ ਇੰਜੀਨੀਅਰ, ਹੀ ਗੋਜ਼ ਟੂ ਵਰਕ, ਹੀ ਇਜ਼ ਲਿਵਿੰਗ ਹਿਜ਼ ਲਾਈਫ ਜਸਟ ਲਾਈਕ ਭਗਤ ਨਾਮਦੇਵ ਜੀ, ਭਗਤ ਤਰਲੋਚਨ ਦੀ ਆਪਾਂ ਗੱਲ ਕੀਤੀ ਆ, they're living, they're working their life, they're cutting the crops or whatever job that they do, and yet they're in anand and they're indifferent। ਇਹ ਸਵਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਸਿੱਖਾਂ ਨੇ ਪੁੱਛਿਆ ਸੀ। ਉਹ ਕਿਵੇਂ ਪੁੱਛਿਆ ਸੀ? ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆਏ, ਕਹਿੰਦੇ ਮਹਾਰਾਜ ਤੁਸੀਂ ਬਾਣੀ ਵਿੱਚ ਇਹ ਕਹਿ ਰਹੇ ਆ ਕਿ ਬ੍ਰਹਮ ਗਿਆਨੀ ਸਦਾ ਨਿਰਲੇਪ, ਇਹ ਅੱਜ ਵੀ ਹੈ ਨੇ? ਆਪਾਂ ਕਹਿੰਦੇ ਨਾ ਅੱਜ ਕੱਲ੍ਹ ਉਹ ਪੁਰਾਣੇ ਗੁਰਮੁਖ ਹੋਣਗੇ, ਸ਼ਾਇਦ 84 ਵੇਲੇ ਹੋਣਗੇ, ਜਾਂ ਮਤਲਬ ਗੁਰੂ ਅਰਜਨ ਦੇਵ ਜੀ ਦੇ ਵੇਲੇ ਹੋਣਗੇ, ਜਾਂ ਆਪਾਂ ਕਈ ਵਾਰੀ ਸੋਚਦੇ ਨਾ ਸਾਡੇ ਮਨ ਦੇ ਵਿੱਚ, ਓ ਮੈਨ ਇਫ ਆਈ ਵਾਜ਼ ਦੇਅਰ ਡੂਰਿੰਗ ਦ ਟਾਈਮ ਚਮਕੌਰ ਦੀ ਗੜੀ, ਮੈਨ ਆਈ ਵੁੱਡ ਹੈਵ ਗਿਵਨ ਸ਼ਹੀਦੀ ਐਜ਼ ਵੈਲ, ਰਾਈਟ? ਪਰ ਹੀਅਰਸ ਦ ਰਿਐਲਿਟੀ, ਉੱਥੇ ਵੀ ਕਈ ਭੱਜੇ ਸੀਗੇ, there's a lot that ran away, 40 ਸਿੰਘ ਸੀਗੇ, ਠੀਕ ਹੈ, there's only a handful left, ਥੋੜ੍ਹੇ ਹੀ ਰਹਿ ਗਏ ਸੀਗੇ। ਅੱਜ ਵੀ ਗੁਰੂ ਪ੍ਰਤੱਖ ਹੈ ਆ, they're here today as well। If you can't do it today, probably thinking, man, if I was there during 1699, I would have been like, if ਜੇ ਉਦੋਂ ਭਾਈ ਦਇਆ ਸਿੰਘ ਜੀ ਖੜੇ, ਮੈਂ ਵੀ ਨਾਲ ਖੜ ਜਾਣਾ ਸੀਗਾ ਯਾਰ, ਕਿੰਨੇ ਜੇ, ਪਰ ਮੇਰੀ ਬਦਕਿਸਮਤੀ, ਮੈਂ ਉਦੋਂ ਹੈ ਨਹੀਂ ਸੀ, ਕੀ ਪਤਾ ਆਪਾਂ ਉਦੋਂ ਸੀਗੇ, ਕੀ ਪਤਾ ਆਪਾਂ ਉਦੋਂ ਭੱਜਣ ਵਾਲਿਆਂ 'ਚ ਸੀਗੇ, we don't know, ਠੀਕ ਹੈ। ਬਾਅਦ 'ਚ ਭੱਜ ਕੇ ਆਪਾਂ ਕਿਸੇ ਜਨਮ 'ਚ ਅਹਿਸਾਸ ਕੀਤਾ ਹੋਣਾ ਯਾਰ ਕਿ ਮਹਾਰਾਜ ਆਪਾਂ ਕਿੱਥੋਂ ਮੌਕਾ ਗਵਾ ਲਏ, ਹੁਣ ਸਾਨੂੰ ਗੁਰਸਿੱਖੀ ਮਿਲੀ ਹੈ, we don't know, ਸਾਨੂੰ ਨਹੀਂ ਪਤਾ ਨਾ ਕਿ ਕਿੱਥੇ ਆਪਾਂ ਨਿਕਲ ਕੇ ਆਏ ਹਾਂ। ਪਰ ਕਹਿਣ ਦਾ ਮਤਲਬ ਸਿੱਖ ਉਸ ਟਾਈਮ 'ਤੇ ਵੀ ਪੁੱਛਦੇ ਸੀਗੇ, ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਮਣੇ ਬੈਠੇ ਆ, ਅਤੇ ਆਖ ਰਹੇ ਆ ਕਿ ਮਹਾਰਾਜ ਅੱਜ ਵੀ ਇਹੋ ਜਿਹੇ ਸਿੱਖ ਹੈ ਨੇ ਜਿਹੜੇ ਬ੍ਰਹਮ ਗਿਆਨੀ ਸਦਾ ਨਿਰਲੇਪ ਵਾਲੇ। ਮਹਾਰਾਜ ਨੇ ਕਿਹਾ ਕਿ ਤੁਸੀਂ ਉਹ ਪਿੰਡ ਜਾਓ, ਅਤੇ ਉੱਥੇ ਗੁਰਸਿੱਖ ਆ, ਮੈਂ ਬੱਬੇ ਨਾਲ ਸ਼ੁਰੂ ਹੁੰਦਾ, ਮੈਨੂੰ ਚੇਤਾ ਭੁੱਲ ਗਿਆ, ਹਾਂ ਭਾਈ ਭਿਖਾਰੀ ਜੀ, ਹਾਂਜੀ ਭਾਈ ਭਿਖਾਰੀ ਜੀ, ਉਹਨਾਂ ਦੇ ਜਾ ਕੇ ਦਰਸ਼ਨ ਕਰੋ, ਰਾਜਸਥਾਨ ਦੇ ਰਹਿਣ ਵਾਲੇ ਸੀਗੇ, ਅਤੇ go there, and when they went there, ਸਿੱਖ ਨੇ ਭਾਈ ਗੋਪਾਲ ਜੀ ਸੀਗੇ ਉਹਨਾਂ ਦਾ ਨਾਮ,
they went there and they sat down and they tried to witness what's going on around their family. ਜਦੋਂ ਉਹਨਾਂ ਨੇ ਜਾ ਕੇ ਦੇਖਿਆ ਨਾ, ਉਹਨਾਂ ਦੇ ਪਰਿਵਾਰ ਵਿੱਚ ਆਨੰਦ ਕਾਰਜ ਵਿਆਹ ਹੋ ਰਿਹਾ ਸੀਗਾ ਪਰਿਵਾਰ ਦਾ, ਉਹਨਾਂ ਦੇ ਬੇਟੇ ਦਾ। ਸੋ ਵਿਆਹ ਵੇਲੇ ਕੀ ਹੁੰਦਾ ਤੁਸੀਂ ਸਾਰੇ ਜਾਣਦੇ ਹੀ ਆ। You all know what happens during ਆਨੰਦ ਕਾਰਜ or wedding time. ਮਠਿਆਈਆਂ ਵੰਡੀਆਂ ਜਾ ਰਹੀਆਂ ਆ, ਇਕੱਠੇ ਸਾਰੀਆਂ ਜਿੰਨੀਆਂ ਇਸਤਰੀਆਂ ਆ ਉਹਨਾਂ ਨੇ ਸੋਹਣੇ ਕੱਪੜੇ ਪਾਏ ਆ, ਠੀਕ ਆ, ਕਿਸੇ ਨੇ ਫੁਲਕਾਰੀਆਂ ਪਾਈਆਂ ਆ, ਕੋਈ ਰੰਗ ਪਾਏ ਆ, ਕੋਈ ਹੱਸਦੇ ਖੇਡਦੇ ਆ, ਮਠਿਆਈਆਂ ਖੁਸ਼ੀ ਮਿਲ ਰਹੇ ਆ, ਕੋਈ ਚਾਚੀ ਮਾਸੀ ਪਿੰਡੋਂ ਆਈ ਆ, ਦੂਰੋਂ ਨੇੜੋਂ ਚੱਲ ਕੇ ਮਿਲਦੇ ਗਿਲਦੇ ਆ, ਬੈਠਦੇ ਆ, ਸੁੱਖ ਦੁੱਖ ਸਾਂਝ ਕਰਦੇ। ਦੇ ਆਲ ਸਪੀਕਿੰਗ। ਭਾਈ ਭਿਖਾਰੀ ਜੀ ਅਲੱਗ ਬੈਠ ਕੇ ਨਾ ਤੇ ਲੱਕੜਾਂ ਦੇ ਨਾਲ ਬਸ ਲੱਕੜਾਂ ਕੱਟੀ ਜਾਣ, ਤੇ ਜਸਟ ਖਰਿੰਗ ਲੱਕੜ ਲਿਆਉਣ, ਲੱਕੜ ਕੱਟੀ ਜਾਣ, ਲੱਕੜ ਨੂੰ ਉਹਨਾਂ ਦਾ ਕੰਮ ਕਰੀ ਜਾਵੇ। ਐਂਡ ਕਫਨ ਬਣਾ ਰਹੇ ਸੀਗੇ, ਮੇਕਿੰਗ ਅ coffin basically। ਜਦੋਂ ਉਹ ਬਣਾਈ ਜਾਣ ਤੇ ਬਾਅਦ 'ਚੋਂ ਸ਼ਾਮ ਹੋਈ ਤੇ ਉਹਨਾਂ ਨੇ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ, ਕਿ ਸਾਰਾ ਦਿਨ ਸੁੱਖਾਂ ਵਿੱਚ ਬਤੀਤ ਹੋਇਆ ਹੈ, ਸੁੱਖ ਵਿੱਚ ਬਤੀਤ ਕਰਨੀ, ਤੁਸੀਂ ਕਿਰਪਾ ਕਰਨੀ, ਹੁਕਮ ਮਨਾਉਣ ਦੀ ਆਪ ਜੀ ਸਮਰੱਥਾ ਬਖਸ਼ਣੀ। ਜਿੱਦਾਂ ਸੁੱਖ ਦੀ ਸ਼ੁਕਰਾਨੇ ਦੀ ਅਰਦਾਸ ਕਰਨੀ, ਉਸੇ ਵੇਲੇ ਸੁੱਖ ਦੀ ਸ਼ੁਕਰਾਨੇ ਦੀ ਅਰਦਾਸ ਕੀਤੀ ਉਹਨਾਂ ਨੇ। ਇਹ ਮਹਾਰਾਜ ਸ਼ੁਕਰਾਨੇ ਦੀ ਅਰਦਾਸ ਆ ਤੇ ਹੁਕਮ ਦੇ ਵਿੱਚ ਰਜ਼ਾ ਵਿੱਚ ਤੁਸੀਂ ਰਹਿਣਾ। ਹਾਂਜੀ, ਨੋਰਮਲੀ ਇਟਸ ਲਾਈਕ, ਬਟ ਇਟ ਵਾਜ਼ਨਟ ਲਾਈਕ ਓਵਰ ਹੈਪੀਨੈਸ ਆਈਦਰ, ਇਟ ਵਾਜ਼ ਜਸਟ ਆਨੰਦ, ਬਲਿਸ, ਸੁੱਖ ਵਿੱਚ ਸੀਗੇ। ਪਰ ਇਹ ਵੀ ਨਹੀਂ ਕਿ ਮਹਾਰਾਜ ਬਹੁਤ ਕਿਰਪਾ ਕੀਤੀ, ਤੁਸੀਂ ਮੇਰੇ ਮੁੰਡੇ ਦਾ ਵਿਆਹ ਕਰਤਾ, ਇਹਨੂੰ ਵਾਸਤੇ ਕੁੜੀ ਨਹੀਂ ਲੱਭਦੀ ਸੀਗੀ, ਮਸਾਂ ਕੁੜੀ ਲੱਭਾਈ। ਤੇ ਇਟ ਵਾਜ਼ਨਟ ਲਾਈਕ ਓਵਰ ਗਲੀ ਇਨ ਦੈਟ ਸੈਂਸ ਆਈਦਰ, ਇਟ ਵਾਜ਼ ਜਸਟ ਕਿ ਮਹਾਰਾਜ ਤੁਹਾਡਾ ਆਨੰਦ ਆ, ਮਹਾਰਾਜ ਤੁਹਾਡੀ ਹੁਕਮ, ਤੁਹਾਡੀ ਰਜ਼ਾ ਵਿੱਚ ਅਸੀਂ ਰਹਿ ਰਹੇ ਹਾਂ, ਰਜ਼ਾ ਵਿੱਚ ਰਹਿਣ ਦੀ ਤੁਸੀਂ ਸਮਰੱਥਾ ਬਖਸ਼ਣੀ। ਅਗਲੇ ਦਿਨ ਆਨੰਦ ਕਾਰਜ ਹੋਇਆ, ਵਿਆਹ ਹੋਇਆ, wedding time happened, all of that took place. When the wedding happened, the boy came home, long story, chalo, he got sick and he passed away, ਚੜਾਈ ਕਰ ਗਿਆ। The boy that just got married, ਨੌਵੀਂ ਲੈ ਆਂਦੀ ਆ, the girl that was married, she came home as well, and that same ਲੱਕੜ that was used, ਉਹਨੂੰ ਇਕੱਠਿਆਂ ਕਰਕੇ ਉਸਨੂੰ ਲੱਕੜ ਬਣਾ ਕੇ ਉਹਦੇ ਵਿੱਚ ਉਹਦਾ ਸਰੀਰ, ਬੇਟੇ ਦਾ ਸਰੀਰ ਪਾ ਕੇ ਤੇ ਸਰੀਰ ਦਾ ਸੰਸਕਾਰ ਕੀਤਾ ਗਿਆ। ਤੇ ਅਰਦਾਸ ਕਰਕੇ ਪਿਤਾ ਨੇ ਅਰਦਾਸ ਕੀਤੀ, ਭਾਈ ਭਿਖਾਰੀ ਜੀ ਨੇ, ਕਿ ਸੱਚੇ ਪਾਤਸ਼ਾਹ, ਕਿ ਇਹ ਵੀ ਤੇਰਾ ਭਾਣਾ ਆ, ਇਹ ਵੀ ਤੁਹਾਡਾ ਸੁੱਖ ਆ। ਸ਼ੁਕਰਾਨੇ ਵੇਲੇ ਵੀ ਇਹ ਕਿਹਾ ਸੀ, ਇਹ ਤੁਹਾਡਾ ਭਾਣਾ ਆ। ਨੋਰਮਲੀ ਆਪਾਂ ਕੋਈ ਮਾੜਾ ਕੰਮ ਹੋਵੇ ਉਦੋਂ ਹੀ ਕਹਿੰਦੇ ਕਿ ਭਾਣਾ ਵਾਪਰਿਆ, ਪਰ ਜਦੋਂ ਸੁੱਖ ਦਾ ਵੇਲਾ ਵੈਸੇ ਹੀ ਭਾਣੇ ਵਿੱਚ ਉਹ ਵੀ ਆ। ਹਾਂਜੀ, ਤੇ ਜਦੋਂ ਦੁੱਖ ਦਾ ਵੇਲਾ ਆ ਉਦੋਂ ਆਪਾਂ ਕਹਿੰਦੇ ਭਾਣਾ ਆ, ਠੀਕ ਆ। ਉਹਨਾਂ ਨੇ ਦੋਨੇ ਵੇਲੇ ਸ਼ੁਕਰਾਨੇ ਦੀ ਅਰਦਾਸ ਕੀਤੀ, ਬਟ ਦੇ ਰਿਮੇਨਡ ਇਨਡਿਫਰੈਂਟ। ਉਹਨਾਂ ਨੂੰ ਕੋਈ ਫਰਕ ਨਹੀਂ ਸੀ ਕਿ ਸੁੱਖ ਆ ਕਿ ਦੁੱਖ ਆ। ਪਰ ਹੁਣ ਰਿਸ਼ਤੇਦਾਰ ਕੀ ਕਰ ਰਹੇ ਆ? ਹੋਏ ਧੂਣੀਆਂ ਕਰ ਰਹੇ ਆ, ਰੋ ਰਹੇ ਆ, ਛਾਤੀਆਂ ਮਾਰ ਰਹੀਆਂ ਬੀਬੀਆਂ। ਹੁਣ ਜਿੰਨੇ ਸਾਰੇ ਰੰਗ ਬਰੰਗੇ ਫੁਲਕਾਰੀਆਂ ਸੀ, ਸਾਰੇ ਚਿੱਟੇ ਕਾਲੇ ਕੱਪੜੇ ਬਣ ਗਏ, ਠੀਕ ਆ। ਹੁਣ ਜਿਹੜੇ ਰਿਸ਼ਤੇਦਾਰ ਮਿਲ ਰਹੇ ਸੀਗੇ, ਹੁਣ ਅਫਸੋਸ ਕਰਨ ਆ ਰਹੇ ਆ। ਹੁਣ ਜਿਹੜੀਆਂ ਮਠਿਆਈਆਂ ਵੰਡੀਆਂ ਜਾ ਰਹੀਆਂ ਸੀ, ਹੁਣ ਉਹ ਨਹੀਂ ਮਠਿਆਈਆਂ ਨਹੀਂ ਵੰਡੀਆਂ ਜਾ ਰਹੀਆਂ। ਹੁਣ ਉਹੀ ਰਿਸ਼ਤੇਦਾਰ ਜਿਹੜੇ 1-2 ਦਿਨ ਪਹਿਲਾਂ ਸੁੱਖ ਮਨਾ ਰਹੇ ਸੀ, ਅੱਜ ਦੁੱਖ ਮਨਾ ਰਹੇ ਆ। They're facing ਦੁੱਖ in this way. ਪਰ ਭਾਈ ਭਿਖਾਰੀ ਜੀ they're in ਆਨੰਦ। ਹੁਣ ਜਿਹੜੇ ਗੁਰਸਿੱਖ ਆਏ ਆ, ਮਹਾਰਾਜ ਨੇ ਭੇਜੇ ਆ, ਉਹਨਾਂ ਨੇ ਜਾ ਕੇ ਪੁੱਛਿਆ ਕਿ ਬਾਬਾ ਜੀ, ਸਾਨੂੰ ਇੰਝ ਜਾਪ ਰਿਹਾ ਜਿਵੇਂ ਤੁਹਾਨੂੰ ਕੁਛ ਪਤਾ ਹੁੰਦਾ ਕਿ ਤੁਹਾਡੇ ਬੇਟੇ ਨੇ ਚੜ੍ਹਾਈ ਕਰਨਾ ਸੀਗਾ। It feels like, ਕਿਉਂਕਿ ਤੁਸੀਂ ਪਹਿਲਾਂ ਕਦੋਂ ਲੱਕੜਾਂ ਦਾ ਕੰਮ ਕਰ ਰਹੇ ਸੀਗੇ? ਕਹਿੰਦੇ ਮਹਾਰਾਜ ਨੇ ਦ੍ਰਿਸ਼ਟੀ ਰਾਹੀਂ ਦਿਖਾ ਦਿੱਤਾ ਸੀਗਾ। ਹਾਂਜੀ, ਮਹਾਰਾਜ ਨੇ ਦਿਖਾ ਦਿੱਤਾ ਸੀਗਾ ਬੇਟੇ ਨੇ ਚੜ੍ਹਾਈ ਕਰ ਜਾਣਾ। ਫਿਰ ਉਹਨਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ ਕਿ ਬਾਬਾ ਜੀ, ਤੁਸੀਂ ਤਾਂ ਗੁਰਸਿੱਖ ਆ, ਤੁਸੀਂ ਨਾਮ ਜਪਣ ਵਾਲੇ ਆ, ਤੁਸੀਂ ਇਹੀ ਅਰਦਾਸ ਕਰ ਦਿੰਦੇ, ਸ਼ੁਕਰਾਨੇ ਦੀ ਬਜਾਏ, ਭਾਣੇ ਮੰਨਣ ਦੀ ਬਜਾਏ ਇਹ ਅਰਦਾਸ ਕਰ ਦਿੰਦੇ ਕਿ ਮਹਾਰਾਜ, ਕਿ ਤੁਹਾਡੇ ਹੱਥ ਵਿੱਚ ਕਲਾ, ਤੁਸੀਂ ਮੇਰੀ ਬੇਟੀ ਦੀ ਉਮਰ ਵਧਾ ਦਿਓ। ਇਹ ਵੀ ਤੁਸੀਂ ਕਰ ਸਕਦੇ ਸੀਗੇ। ਵਾਈ ਜਸਟ ਐਕਸੈਪਟ ਇਟ? ਬਿਕਾਜ਼ ਯੂ ਆਰ ਅ ਗੁਰਸਿੱਖ, ਤੁਸੀਂ ਨਾਮ ਜਪੀ ਤਪੀ ਆ, ਤੁਸੀਂ ਬੇਨਤੀ, ਯੂ ਕੁਡ ਹੈਵ ਆਸਕਡ ਗੁਰੂ ਅਰਜਨ ਦੇਵ ਜੀ ਮਹਾਰਾਜ, ਇਨਕਰੀਜ਼ ਦ ਲਾਈਫ ਆਫ ਮਾਈ ਸਨ, ਬਿਕਾਜ਼ ਦੈਟਸ ਮਾਈ ਹਾਰਟਸ ਡਿਜ਼ਾਇਰ। ਭਾਈ ਭਿਖਾਰੀ ਜੀ ਕਹਿ ਰਹੇ ਆ ਕਿ ਪਰ ਇਹ ਗੁਰੂ ਦੀ ਰਜ਼ਾ ਨਹੀਂ ਆ, ਉਹ ਤਾਂ ਮੇਰੀ ਮਨ ਦੀ ਇੱਛਾ ਆ। ਇਹ ਗੁਰੂ ਦਾ ਭਾਣਾ ਨਹੀਂ ਹੋਇਆ, ਮੇਰਾ ਭਾਣਾ ਹੋ ਗਿਆ। ਸਮਝੀ? ਇਹ ਮੇਰੀ ਰਜ਼ਾ ਸੀਗੀ ਕਿ ਮੇਰੀ ਮੁੰਡੇ ਦੀ ਜ਼ਿੰਦਗੀ ਵਧੇ, ਪਰ ਗੁਰੂ ਦੀ ਰਜ਼ਾ ਹੈ ਕਿ ਉਹਦੀ ਇੱਥੇ ਤੱਕ ਉਹਦੇ ਸਵਾਸ ਪੂਰੇ ਆ। ਸੋ ਮੈਂ ਆਪਣਾ ਭਾਣਾ ਮਨਾਉਣਾ ਕਿ ਉਹਦਾ ਭਾਣਾ ਮੰਨਣਾ ਆ। there's a difference as well. ਸੋ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਇਹ ਬਸ ਦੁੱਖ ਤੇ ਸੁੱਖ ਹੈ, ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਕੱਲ੍ਹ ਬੈਰਾਗ ਦੇ ਆਪਾਂ ਅਰਥ ਕੀਤੇ ਸੀਗੇ ਕਿ ਜਿਹੜੇ ਇਹ ਸਾਰੇ ਦੁੱਖ ਰੂਪ ਸੰਸਾਰ, ਜਿੰਨੇ ਸੁੱਖ ਆਪਾਂ ਭਰਮ ਰੂਪ ਆਪਾਂ ਮੰਨਦੇ ਆ ਨਾ,
ਸਾਰੇ ਦੁਨੀਆ ਦੇ ਸੁੱਖ, ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ, ਖੰਡ ਬ੍ਰਹਮੰਡ, ਜਿੱਥੇ ਦੂਰ ਦੂਰ ਧਰਤੀ ਹੋਰ ਪ੍ਰੈ ਹੋਰ ਦੂਰ ਦੂਰ ਤੱਕ ਜਿੰਨੇ ਖੰਡ ਬ੍ਰਹਮੰਡ ਨੇ, ਸਾਰੇ ਸੁੱਖ, ਸੂਖਸ਼ਮ ਮੰਡਲਾਂ ਦੇ ਵੀ ਜਿੰਨੇ ਸੁੱਖ ਨੇ, ਜਿੰਨੇ ਯੋਗੀਆਂ ਦੇ ਸੁੱਖ ਨੇ, ਜਿੰਨੇ ਸਾਰੇ ਸੁੱਖ ਸੰਸਾਰ ਵਿੱਚ ਮੰਨੇ ਜਾਂਦੇ, ਸਾਰਿਆਂ ਨੂੰ ਬਿਖ ਰੂਪ ਜਾਣਨਾ, ਸਾਰਿਆਂ ਨੂੰ ਝੂਠਾ ਜਾਣਨਾ। ਜਦੋਂ ਸਾਰਿਆਂ ਨੂੰ ਝੂਠ ਜਾਣ ਲਿਆ, ਇਹਦਾ ਮਤਲਬ ਕੀ ਰਹਿ ਗਿਆ? ਪੁੱਤ ਮਹਾਰਾਜ ਤੂੰ ਹੀ ਰਹਿ ਗਏ ਆ, ਤੁਸੀਂ ਆ। ਇੱਕ ਕਹਿੰਦੇ ਨਾ ਕਿ ਬਸ ਸੱਚੇ ਪਾਤਸ਼ਾਹ ਲੱਕੜ ਵੀ ਤੂੰ ਹੀ ਆ, ਧਰਤੀ ਵੀ ਤੂੰ ਹੀ ਆ, ਥਲਸ ਤੂੰ ਹੀ, ਜਤਸ ਤੂੰ ਹੀ, ਬ੍ਰਤਸ ਤੂੰ ਹੀ, ਯੂ ਨੋ ਹੀਅਰ ਯੂ ਆਰ, ਉੱਥੇ ਵੀ ਹਰੀ ਹੈ, ਇੱਥੇ ਵੀ ਹਰੀ ਹੈ, ਐਵਰੀਵੇਅਰ ਸੱਚੇ ਪਾਤਸ਼ਾਹ ਯੂ ਐਜ਼ ਵੈਲ। ਫਿਰ ਜਦੋਂ ਸਾਰਾ ਕੁਛ ਹੀ ਉਹ ਅਕਾਲ ਪੁਰਖ ਦਾ ਰੂਪ ਬਣ ਗਿਆ, ਫਿਰ ਰਹਿ ਕੀ ਗਿਆ? ਵਾਟ ਇਜ਼ ਲੈਫਟ? ਮਹਾਰਾਜ ਤੂੰ ਹੀ ਰਹਿ ਗਿਆ। ਇੱਕ ਦੂਸਰੇ ਮਹਾਰਾਜ ਨੇ ਨੇਤੀ ਦੀ ਯੋਗਤੀ ਦੱਸੀ ਆ। ਉਹ ਇਹ ਕਹਿ ਰਿਹਾ ਕਿ ਅੱਛਾ ਆ ਇਹ ਲੱਕੜ ਆ, ਇਹ ਅੱਜ ਹੈ ਆ, ਕੱਲ ਨਹੀਂ ਸੀ, ਇਹਦਾ ਮਤਲਬ ਝੂਠੀ। ਕੱਲ ਨੂੰ ਰਹੇਗੀ ਨਹੀਂ, ਇਹ ਵੀ ਝੂਠੀ ਆ। ਜੋ ਹਮੇਸ਼ਾ ਵਾਸਤੇ ਨਹੀਂ ਸੀ ਜਾਂ ਹਮੇਸ਼ਾ ਨਵੇਂ ਨਹੀਂ ਰਹੇਗੀ, ਇਹ ਮਤਲਬ ਝੂਠ ਆ। ਸਾਡਾ ਸਰੀਰ ਹਮੇਸ਼ਾ ਸੀ ਨਹੀਂ ਸੀ, ਹਮੇਸ਼ਾ ਰਹੇਗਾ ਨਹੀਂ ਰਹੇਗਾ। ਇਹ ਧਰਤੀ ਕੱਲ ਸ਼ੁਰੂ ਤੋਂ ਹੈ ਸੀ ਨਹੀਂ, ਹਮੇਸ਼ਾ ਰਹੇਗੀ ਨਹੀਂ। ਠੀਕ ਹੈ, ਜਿਹੜੀਆਂ ਗਾਲਾਂ ਤੁਹਾਡੇ ਮਾਸੀ ਨੇ ਤੁਹਾਡੇ ਤਾਈ ਨੂੰ ਕੱਢੀਆਂ, ਉਹ ਪਰਸੋਂ ਹੈ ਸੀ ਨਹੀਂ, ਹਮੇਸ਼ਾ ਰਹੇਗੀਆਂ ਨਹੀਂ, ਉਹ ਵੀ ਝੂਠੀਆਂ ਆ। ਮਨ ਦੇ ਖਿਆਲ ਜਿਹੜੇ ਤੁਹਾਡੇ ਅੱਜ ਫੁਰਨੇ ਪੈਦਾ ਹੋਏ ਆ, ਜਿਹੜੇ ਵਿਕਾਰ ਤੁਹਾਡੇ ਮਨ ਵਿੱਚ ਅੱਜ ਚੱਲ ਰਹੇ ਆ, ਉਹ ਕੱਲ ਹੈ ਸੀ ਨਹੀਂ, ਕੱਲ ਨੂੰ ਰਹੇਗੇ ਨਹੀਂ, ਉਹ ਵੀ ਝੂਠੇ ਨੇ। ਔਰ ਹੋਂਦ ਔਰ ਹਉਮੈ, ਇਹ ਹਮੇਸ਼ਾ ਰਹੇਗੀ, ਹਮੇਸ਼ਾ ਦੀ ਸੀ ਨਹੀਂ, ਹਮੇਸ਼ਾ ਦੀ ਰਹੇਗੀ ਨਹੀਂ। ਬਸ ਕੀ ਆ ਸੱਚ? ਜਿਹੜਾ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀਸ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸੋ ਇਹ ਵੀ ਇੱਕ ਨਾ ਰੇਨੇ ਡੈਕਾਰਟਸ ਫਿਲਾਸਫਰ ਹੋਇਆ ਗ੍ਰੀਕ ਦਾ, ਉਹਨੇ ਇਹ ਗੱਲ ਕੀਤੀ ਆ ਕਿ ਕੱਲੀ ਕੱਲੀ ਚੀਜ਼ ਮੈਂ ਦੇਖੀ, ਜਿਹੜੀ ਚੀਜ਼ ਤੇ ਮੈਂ ਸ਼ੰਕਾ ਕਰ ਸਕਦਾ ਨਾ, ਇਹਦਾ ਮਤਲਬ ਉਹ ਨਹੀਂ ਹੈ, ਝੂਠ ਆ। ਸਾਰੀ ਗੱਲਾਂ ਦੀ ਉਹਨੇ ਤਰਕ ਕੀਤੀ। ਉਹ ਕਹਿੰਦੇ ਕਿ ਇਹ ਤੇ ਮੈਂ ਤਰਕ ਇਹ ਹੈ ਆ, ਪਰ ਮੈਂ ਸ਼ੱਕ ਕਰ ਸਕਦਾ ਕਿ ਮੈਨੂੰ ਨਹੀਂ ਦਿਖਦਾ, ਝੂਠਾ ਦਿਖ ਸਕਦਾ ਨਹੀਂ ਵੀ। ਜਿੱਦਾਂ ਆਪਣਾ ਮ੍ਰਿਗ ਤ੍ਰਿਸ਼ਨਾ ਨਹੀਂ ਹੁੰਦੀ, ਜਿੱਦਾਂ ਦਿਖਦੀ ਵੀ ਆ, ਹਿਰਨ ਚੱਲ ਰਹੀ ਹੈ ਰੋਡ 'ਤੇ ਤੁਸੀਂ ਜਾ ਰਹੇ ਆ, ਗੱਡੀ ਚਲਾਣੇ, ਕਈ ਵਾਰੀ ਰੋਡ 'ਤੇ ਇੱਦਾਂ ਦਿਖਦਾ ਪਾਣੀ ਆ, ਪਰ ਹੈ ਸੂਰਜ ਦੀ ਕਿਰਨ ਹੀ ਆ। ਉਹਨੂੰ ਮਿਰਾਜ, ਮ੍ਰਿਗ ਤ੍ਰਿਸ਼ਨਾ ਕਹਿ ਦਿੰਦੇ। ਹਿਰਨ ਕੀ ਕਰਦੀ? ਉਹਦੇ ਪਿੱਛੇ ਭੱਜਦੀ ਭੱਜਦੀ ਕਹਿੰਦੀ ਬੜੀ ਪਿਆਸੀ ਆ, ਕਹਿੰਦੀ ਮੈਨੂੰ ਪਾਣੀ ਚਾਹੀਦਾ, ਪਾਣੀ ਚਾਹੀਦਾ, ਪਾਣੀ ਚਾਹੀਦਾ, ਭੱਜਦੀ ਪਾਣੀ ਮਿਲਦਾ ਹੀ ਨਹੀਂ, ਉੱਥੇ ਹਲਕ ਕੇ ਮਰ ਜਾਂਦੀ ਆ। ਇੱਦਾਂ ਹੀ ਆਪਾਂ ਮਾਇਆ ਜੋ ਰੂਪ ਆ ਨਾ ਝੂਠਾ ਆ, ਉਹਦੇ ਪਿੱਛੇ ਭੱਜ ਕੇ ਉੱਥੇ ਹੀ ਆਪਾਂ ਮਰ ਜਾਂਦੇ ਮਾਇਆ ਦੇ ਵਿੱਚ, ਪਰ ਕਦੇ ਪਾਣੀ ਨਹੀਂ ਪੀ ਸਕਦੇ, ਕਦੇ ਅੰਮ੍ਰਿਤ ਨਹੀਂ ਪੀ ਸਕਦੇ ਹਾਂ। ਸੋ ਦੈਟ ਇਜ਼ ਵਾਈ ਦਿਸ ਵਰਲਡ ਇਜ਼ ਫਾਲਸ ਇਨ ਦੈਟ ਸੈਂਸ। ਹਾਂਜੀ 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 ਯੈਸ ਹਾਂਜੀ ਹਾਂਜੀ ਯਾ ਨੋ ਥੈਂਕ ਯੂ ਫॉर दैट। ਹਾਂਜੀ, ਕਈ ਵਾਰੀ ਇੱਦਾਂ ਹੁੰਦਾ ਮਾਰਾ ਲੜੀ ਕਿਸੇ ਨੂੰ ਕਿੱਧਰ ਨੂੰ ਪਾਸੇ ਆਪ ਹੀ ਬੁਲਾ ਲੈਂਦੇ ਆ ਨਾ। ਜਿਹੜੀ ਗੱਲ ਆਪਾਂ ਕਰ ਰਹੇ ਸੀਗੇ, ਸੌਰੀ ਗੋਇੰਗ ਬੈਕ ਟੂ ਦ ਮ੍ਰਿਗ ਤ੍ਰਿਸ਼ਨਾ, ਹੈ ਨਾ। ਮ੍ਰਿਗ ਤ੍ਰਿਸ਼ਨਾ ਇਹ ਆ ਕਿ ਸੰਸਾਰ ਝੂਠਾ ਆ, ਉਹਨੂੰ ਦੁੱਖ ਰੂਪ ਜਾਣ ਲੈਣਾ। ਐਂਡ ਟੂ ਅਟੇਨ ਸੁੱਖ ਥਰੂ ਦੈਟ, ਵੈਨ ਯੂ ਸੀ ਦ ਇਹ ਵੀ ਝੂਠਾ, ਉਹ ਵੀ ਝੂਠਾ। ਉਹਨੇ ਸਾਰੇ ਗ੍ਰੀਕ ਫਿਲਾਸਫਰ ਸੀ, ਉਹਨੇ ਸਾਰੀ ਚੀਜ਼ਾਂ 'ਤੇ ਤਰਕ ਕੀਤੀ, ਪਰ ਉਹ ਇੱਕ ਚੀਜ਼ 'ਤੇ ਤਰਕ ਨਹੀਂ ਕਰ ਸਕਿਆ। ਉਹ ਕਹਿੰਦੇ ਤਰਕ ਇਸ ਚੀਜ਼ 'ਤੇ ਮੈਂ ਕਰ ਨਹੀਂ ਸਕਿਆ ਕਿ ਮੈਂ ਸ਼ੰਕਾ ਕਰਨ ਵਾਲਾ ਹਾਂ। ਉਹਨੇ ਇਹ ਕੀਤਾ ਕਿ ਮੈਂ ਸੋਚ ਰਿਹਾ ਹਾਂ। ਸੋਨੇ ਇੱਕ ਸਟੇਟਮੈਂਟ ਕੱਢੀ, ਆਈ ਥਿੰਕ ਦੇਅਰਫੋਰ ਆਈ ਐਮ, ਹਾਂਜੀ, ਮੈਂ ਸੋਚਦਾ ਤਾਂ ਕਰਕੇ ਮੈਂ ਹਾਂ। ਉਹ ਮਹਾਰਾਜ ਸਾਨੂੰ ਇਹ ਕਹਿ ਰਹੇ ਆ ਕਿ ਜਿਹੜੇ ਤੇਰੇ ਫੁਰਨੇ ਵੀ ਆ, ਉਹ ਵੀ ਤੇਰੇ ਝੂਠ ਹਉਮੈ ਵਿੱਚੋਂ ਪ੍ਰਗਟ ਹੋਏ ਆ। ਤੂੰ ਸੋਚਦਾ ਵੀ ਆ ਤਾਂ ਵੀ ਤੂੰ ਨਹੀਂ ਹੈ। ਜਿਹੜੇ ਤੇਰੇ ਫੁਰਨੇ ਆ, ਯੂਰ ਬੁੱਧੀ ਇਜ਼ ਨਾਟ ਯੂਰ ਫੋਰਮ। ਬੁੱਧੀ ਅਤੇ ਆਤਮਾ ਵਿੱਚ ਵੀ ਫਰਕ ਆ। ਬੁੱਧੀ ਕੀ ਹੈ? ਜਿੱਦਾਂ ਭਾਈ ਮਨਵੀਰ ਸਿੰਘ ਨੇ ਸਵੇਰ ਦੇ ਲੈਕਚਰ ਵਿੱਚ ਤੁਹਾਨੂੰ ਦੱਸਿਆ ਕਿ ਸੂਖਸ਼ਮ ਸਰੀਰ ਆ। ਸੂਖਸ਼ਮ ਸਰੀਰ 17 ਤੱਤਾਂ ਦਾ ਮੰਨਿਆ ਗਿਆ ਆ ਕਿ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪੁਰਾਣ, ਮਨ ਅਤੇ ਬੁੱਧ। 17 ਦਾ ਤੱਤਾਂ ਦਾ ਸੂਖਸ਼ਮ ਸਰੀਰ ਆ। ਹਾਂ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪੁਰਾਣ, ਮਨ ਅਤੇ ਬੁੱਧ। ਹਾਂਜੀ, ਉਹ ਲੰਬਾ ਵਿਸ਼ਾ ਫਿਰ ਕਿਤੇ ਨਾ ਕਿ ਟਾਈਮ ਘੱਟ ਗਿਆ ਨਾ। ਸੋ ਇਹ 17 ਤੱਤ ਹੈਗੇ ਨੇ ਸੂਖਸ਼ਮ ਸਰੀਰ ਦੇ। 5 ਤੱਤ ਆ, ਅਗਨੀ, ਵਾਯੂ ਐਟਸੈਟਰਾ, ਫਾਇਰ, ਵਾਟਰ, ਅਰਥ। ਇਹ ਅਸਥੂਲ ਸਰੀਰ ਦੇ 5 ਤੱਤ ਨੇ, ਠੀਕ ਹੈ। ਫਿਰ ਜਿਹੜੀ ਆਤਮਾ, ਇਹ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਆ, ਕਿਉਂਕਿ ਸੂਖਸ਼ਮ ਸਰੀਰ ਵੀ ਮਰੂਗਾ ਅਤੇ ਸਥੂਲ ਵੀ ਮਰੂਗਾ। ਜਿਹੜਾ ਆਤਮਾ ਆ, ਜਾਂ ਹਉਮੈ ਕਰਕੇ ਜਿਹੜਾ ਕਾਰਨ ਸਰੀਰ ਆ, ਠੀਕ ਹੈ, ਉਹਦੇ ਵਿੱਚ ਉਹਦੇ ਹਉਮੈ ਕਰਕੇ ਸਾਡੀ ਬੁੱਧੀ ਦੇ ਪ੍ਰਗਟਾਵਾ ਹੁੰਦਾ ਆ। ਹਉਮੈ ਕਰਕੇ ਜੇ ਆਪਾਂ ਸਿਮਰਨ ਕਰ ਰਹੇ ਹਾਂ
ਤੇ ਉਹ ਸਾਰੀ ਚੀਜ਼ ਅੰਦਰੋਂ ਘੜੀ ਜਾ ਰਹੀ ਹੈ। we're losing it all through this sense of ਸਿਮਰਨ, and no matter what we're doing, we're connecting to the Atma, which is the true form. And your buddhi, the thought that is thinking, let your thoughts come and let them go. You are beyond that as well. ਤੁਸੀਂ ਉਹਦੇ ਤੋਂ ਵੀ ਨਿਰਲੇਪ ਆ, ਆਤਮ ਰੂਪ ਆ। ਹੁਣ ਭਾਈ ਸਾਹਿਬ ਜੀ ਜਿਹੜੀ ਆਪਾਂ ਬੇਨਤੀ ਕੀਤੀ ਸੀ ਕਿ you're working in office jobs, you're working in places where you have to use your brain, ਹਾਂਜੀ, you have to, ਆਪਾਂ ਕਹੀਏ ਠੀਕ ਹੈ, if I was working at a factory, let's say, ਹੈ ਨਾ, or let's say, you know, ਆਪਾਂ ਕਹਿੰਦੇ ਕਈ ਸਿੰਘਾਂ ਤੋਂ ਮੈਂ ਸੁਣਿਆ ਕਹਿੰਦੇ ਟਰੱਕ ਡਰਾਈਵਰਾਂ ਦਾ ਬਸ ਉਹ ਤਾਂ ਮੌਜ ਆ, ਕਿਉਂ ਕਹਿੰਦੇ ਅਸੀਂ ਭੋਰੇ 'ਚ ਬੈਠੇ ਹਾਂ। ਅਰੇ ਸੱਚੀ ਮੈਂ ਇੱਕ ਸਿੰਘ ਨੂੰ ਸੁਣਿਆ, ਹੀ ਹੈਜ਼ ਡਿਗਰੀ, ਬਹੁਤ ਬੜਾ ਕੁਛ ਆ, ਅਤੇ ਉਹ ਕਹਿੰਦੇ ਟਰੱਕ ਡਰਾਈਵ ਕਰਨ ਦੇ ਮੌਜ ਇਹੋ ਜਿਹੀ ਹੈ ਹੀ ਨਹੀਂ। ਅਸੀਂ ਟਰੱਕ ਡਰਾਈਵ ਕਰਦੇ ਇੰਨੀ ਬਾਣੀ ਕੰਠ ਕਰ ਲਈ ਦੀ ਨਾ ਟਰੱਕ ਡਰਾਈਵ ਕਰਦਿਆਂ ਹੁਣ ਉਹ ਵੀ ਆ ਜਿਹੜਾ ਫੋਨ ਲਾ ਕੇ ਗੱਲਾਂ ਮਾਰਦੇ ਰਹਿੰਦੇ ਆ, ਠੀਕ ਹੈ, ਉਹ ਵੀ ਹੈ ਨੇ। ਪਰ ਇੱਕ ਸਿੰਘ ਮਿਲਿਆ, ਉਹ ਕਹਿੰਦੇ ਕਿ ਮੈਂ ਇੰਨੀ ਬਾਣੀ ਕੰਠ ਕੀਤੀ, ਜਿਉਂ 10 ਘੰਟੇ ਦੀ ਡਰਾਈਵ ਨਿਕਲਦੇ ਆ ਨਾ, ਇੰਨੀ ਬਾਣੀ 8 ਘੰਟੇ ਅਸੀਂ 10 ਸੁਖਮਨੀ ਸਾਹਿਬ ਪੜ੍ਹੇ ਜਾਂਦੇ ਆ ਉਸ ਦਿਨ ਵਿੱਚ। ਕੀ ਪਤਾ ਬਾਅਦ 'ਚੋਂ ਪੜ੍ਹੇ ਜਾਣੇ ਕਿ ਨਹੀਂ, ਹਾਂਜੀ, who knows, ਕਿਰਤ ਵੀ ਹੋਈ ਜਾਂਦੀ ਤੇ ਉਹ ਵੀ ਹੋਈ ਜਾਂਦਾ ਆ, ਹਾਂਜੀ, ਕਿੰਨਾ ਵਧੀਆ ਆ। ਸੋ ਉਹ ਆਪਣੇ ਆਨੰਦ ਲੈ ਰਹੇ। ਹੁਣ some of you, ਹੁਣ ਤੁਹਾਡਾ ਦਿਮਾਗ, some of you might be lawyers, ਕੋਈ ਵਕੀਲ ਆ, ਹੁਣ ਵਕੀਲ ਦਾ ਕੰਮ ਹੀ ਹੈ ਸਾਰੀ ਦਿਹਾੜੀ ਤਰਕ ਕਰਦੇ ਰਹਿਣਾ, ਹੈ ਨਾ। you're reading papers, ਆਹ word ਸਹੀ ਲਿਖਿਆ ਨਹੀਂ ਲਿਖਿਆ, clause ਵਿੱਚ ਆਹ ਲਿਖਿਆ, point section 1 2 ਫਲਾਣਾ ਢਿੰਗਾ, ਉੱਥੇ ਜਾ ਕੇ your honor ਇਹਨੇ ਝੂਠ ਬੋਲਿਆ, ਠੀਕ ਆ, right, ਤੇ whatever it might be, you're using your brain, you're in the moment. And maybe you're a manager. You have to deal with issues within your management, within your team. ਦਿਮਾਗ ਵਰਤਣਾ ਪੈ ਰਿਹਾ ਆ, right? ਉਹਦਾ ਕਿਵੇਂ ਹੱਲ ਆ? ਵੇਖੋ ਮਹਾਰਾਜ ਨੇ ਇਹੀ ਮਹਾਨਤਾ ਆ ਸਾਡੇ ਅੰਮ੍ਰਿਤ ਵੇਲੇ ਦੀ। ਗਿਰੀ ਮੈਂ ਉਦਾਸ, you live within your home. ਮਹਾਰਾਜ ਨੇ ਕਿਹਾ ਠੀਕ ਹੈ, ਤੂੰ 12 ਘੰਟੇ ਜਾ ਕੇ ਉੱਥੇ ਮਤਲਬ ਜਾਪ ਕਰਨਾ ਆ ਜੰਗਲਾਂ ਦੇ ਵਿੱਚ। ਉਹ ਜਾ ਕੇ ਮਹਾਰਾਜ ਨੇ ਕਿਹਾ 24 ਘੰਟੇ ਸਾਡੇ ਹੁੰਦੇ ਆ ਦਿਹਾੜੀ ਦੇ ਵਿੱਚ, ਇੱਕ ਸੁਖਮਨੀ ਸਾਹਿਬ ਦੇ ਜਾਪ ਵਿੱਚ 24 ਅਸ਼ਟਪਦੀਆਂ ਨੇ, ਠੀਕ ਆ। ਅਤੇ in that if you read the 24 ਅਸ਼ਟਪਦੀਸ of ਸੁਖਮਨੀ ਸਾਹਿਬ, ਤੁਹਾਡਾ ਕੱਲਾ ਸਵਾਸ ਉਸ 24 ਘੰਟਿਆਂ ਦਾ ਪੂਰਨ ਹੋ ਜਾਂਦਾ ਹੈ। ਇਹ ਸੁਖਮਨੀ ਸਾਹਿਬ ਦੀ ਉਥਾਨਕਾ ਵਿੱਚ ਆਉਂਦਾ ਆ। that's why ਸੁਖਮਨੀ ਸਾਹਿਬ ਚਿੱਤ ਕਰਕੇ ਲਾਇਆ ਜਾਵੇ, there is a lot of ਫਾਇਦਾ। ਸੁਖਮਨੀ ਸਾਹਿਬ ਦਾ ਜਾਪ ਕਰੋ, ਆਸਾ ਦੀ ਵਾਰ ਦਾ ਜਾਪ ਕਰੋ। ਤੁਸੀਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਸਵੇਰੇ, ਯੂ ਸਿਟ ਡਾਊਨ ਐਂਡ ਯੂ ਡੂ ਅੰਮ੍ਰਿਤ ਵੇਲਾ, ਬਿਕਾਜ਼ ਐਟ ਦੈਟ ਟਾਈਮ ਹਰ ਧਨ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ, ਹਾਂਜੀ। ਵੱਤਰ ਅਰਥ ਹੁੰਦਾ ਆ ਜਦੋਂ, ਜਿੱਦਾਂ ਆਪਾਂ ਪਿਛਲੇ ਲੈਕਚਰ 'ਚ ਮੈਂ ਬੇਨਤੀ ਕੀਤੀ ਸੀਗੀ, ਵੇਅਰ ਦ ਸੋਇਲ ਇਜ਼ ਦਿਸ ਇਜ਼ ਟੂ ਡਰਾਈ ਰਾਈਟ ਨਾਓ, ਇੱਥੇ ਤੁਸੀਂ ਬੀਜ ਬੀਜੋਗੇ, ਇੱਥੇ ਉਗਣਾ ਨਹੀਂ ਹੈ, ਠੀਕ ਆ। ਜਿੱਥੇ ਜ਼ਿਆਦਾ ਹੀ ਗਿੱਲਾ ਆ ਨਾ, ਉੱਥੇ ਵੀ ਨਹੀਂ ਬੀਜ ਬੀਜਿਆ ਜਾ ਸਕਦਾ। ਸਵੇਰੇ ਕਈ ਵਾਰੀ ਉਹ ਮਿਸਟ ਜੀ ਨਹੀਂ ਹੁੰਦੀ, ਲਾਈਕ ਪੱਤਿਆਂ 'ਤੇ ਵੀ there's like moisture, ਡੂ, ਹਾਂਜੀ। ਅਤੇ ਕਈ ਵਾਰੀ ਐਕਸੈਂਟਸ ਦਾ ਫਰਕ ਪੈ ਜਾਂਦਾ ਨਾ, ਹਾਂ, ਓਸ, ਹਾਂ। ਅਤੇ ਉਹਨੂੰ ਜਦੋਂ ਉਹ ਧਰਤੀ 'ਤੇ ਮਿੱਟੀ 'ਤੇ ਆਉਂਦੀ ਹੈ ਨਾ, ਉਹਦੀ ਧਰਤੀ ਥੋੜ੍ਹੀ ਜਿਹੀ ਗਿੱਲੀ ਹੋ ਜਾਂਦੀ ਆ, ਹਾਂ, ਅੰਮ੍ਰਿਤ ਵੇਲੇ ਸਵੇਰੇ ਉਹ ਪਰਫੈਕਟ ਸਮਾਂ ਹੁੰਦਾ ਕਿ ਬੀਜ ਬੀਜਣ ਦਾ। ਥੋੜ੍ਹੀ ਗਿੱਲੀ ਹੈ, ਥੋੜ੍ਹੀ ਮੋਈ ਅਤੇ ਥੋੜ੍ਹੀ ਸੁੱਕੀ ਵੀ ਆ, ਜ਼ਿਆਦਾ ਸੁੱਕੀ ਵੀ ਨਹੀਂ, ਜ਼ਿਆਦਾ ਗਿੱਲੀ ਵੀ ਨਹੀਂ। ਜਦੋਂ ਉੱਥੇ ਬੀਜ ਬੀਜੋ, ਹਲ ਵਾਓ, ਉੱਥੇ ਬੀਜ ਬੀਜੋ, ਉੱਥੇ ਬੜੇ ਫਲ ਮਿਲਣਗੇ। ਤਾਂ ਕਰਕੇ ਹਰ ਤਨ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ। ਵੱਤਰ ਉਹਨੂੰ ਅਰਥ ਸ਼ਬਦ ਅਸਲ ਵਿੱਚ ਕਹਿੰਦੇ ਪੰਜਾਬੀ 'ਚ। ਵੱਤਰ, when you plant the seed at that time, in that moment, it is better than planting it at the dry times and the wet times or any other times. ਹੁਣ ਤੁਸੀਂ ਕਹੋ I'm going to go and sit in New York Times Square, or you go into ਜਿੱਥੇ ਨਾ ਕਲੱਬਿੰਗ ਕੀਤੀ ਜਾਂਦੀ ਹੈ, ਮੈਂ ਇੱਥੇ ਨਾ ਧਿਆਨ ਲਾਉਣਾ ਆ, ਇੱਥੇ ਨਾ ਅਸੀਂ ਰਹਿਣ ਸਭਾ ਕੀਰਤਨ ਕਰਨ ਆਏ ਸੀਗੇ, ਉੱਥੇ ਕਹਿਣਾ ਇੱਥੇ ਤਾਂ ਉਹ ਚੱਲਣਾ ਆ ਨਾ, ਅਤੇ ਉੱਥੇ ਗਾਣੇ ਚੱਲਣੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਤੁਨ ਗਾਵਤ ਬੋਲਤ ਬੋਲ ਜਾਏ, ਉਹ ਕੰਮ ਉੱਥੇ ਚੱਲਣਾ। ਉੱਥੇ ਧਿਆਨ ਕਿੱਥੋਂ ਲੱਗੂਗਾ? ਵਾਈ ਦੀ ਇਨਵਾਇਰਮੈਂਟ, ਧਰਤੀ ਨਹੀਂ ਸਹੀ ਬਣੀ, the environment's not placed. When you wake up at Amrit Vela, the rest of the world is all asleep. Rest of the world ਬਾਕੀ ਆਪਣੀ ਨੀਂਦ ਵਿੱਚ ਸੁੱਤੀ ਪਈ ਆ। ਉੱਥੇ ਧਰਤੀ ਦੀ the vibration around the world and the environment around you, there's no one to distract you. ਨਾ ਤੁਹਾਡੇ ਕੰਮ ਨੇ ਸਵੇਰੇ 2 ਵਜੇ 4 ਵਜੇ ਇਹ ਕਹਿਣਾ ਕਿ ਤੂੰ ਈਮੇਲ ਕਿਉਂ ਨਹੀਂ ਚੈੱਕ ਕੀਤੀ। No one's going to say that. ਹਾਂ, ਸਵੇਰ ਦੇ 8-10 ਵਜੇ ਜ਼ਰੂਰ ਕਹਿ ਸਕਦੇ ਆ, ਸਵੇਰ ਦੇ 4 ਵਜੇ ਨਹੀਂ ਕਹਿ ਸਕਦੇ, because you're in off hours. In those off hours you take that time, ਉੱਥੇ ਤੁਸੀਂ ਭਗਤੀ ਕਰਨੀ in that time. ਪਰ ਉਹ ਕਿਵੇਂ ਚਾਹ ਕਿੱਥੋਂ ਪੈਦਾ ਹੋਣਾ ਆ? ਜਦੋਂ ਤੁਸੀਂ ਹਰੀ ਦਾ ਨਾਮ ਚਿੱਤ ਵਿੱਚ ਵਸਾ ਕੇ ਤੁਸੀਂ ਸੌਵੋਗੇ ਰਾਤ ਨੂੰ, ਠੀਕ ਹੈ। ਇਹ ਖਿਆਲ ਪਤਾ ਨਹੀਂ ਤੁਸੀਂ ਕਦੇ ਮਹਿਸੂਸ ਕੀਤਾ ਕਿ ਨਹੀਂ, ਜਦੋਂ ਤੁਸੀਂ ਛੋਟੇ ਹੁੰਦੇ, ਪਤਾ ਮੇਰੇ ਨਾਲ ਹੋਇਆ ਸੀ, ਮੈਂ ਛੋਟਿਆਂ ਹੁੰਦਿਆਂ TV 'ਤੇ ਜਦੋਂ ਲਿਵਿੰਗ ਰੂਮ ਬੈਠ ਕੇ ਨਾ TV ਸਾਹਮਣੇ ਚੱਲ ਰਿਹਾ, ਭਾਵੇਂ ਦੇਖਦੇ ਨਹੀਂ ਦੇਖਦੇ, ਜਾਂ ਕੋਈ ਪਰਿਵਾਰ ਵਿੱਚ ਹੋਰ ਕੋਈ ਦੇਖਦਾ ਆ, TV ਸਾਹਮਣੇ ਚੱਲ ਰਿਹਾ ਅਤੇ ਆਪਾਂ ਬੈਠੇ ਹਾਂ, ਜਾਂ ਕੋਈ ਪਰਿਵਾਰ ਵਿੱਚ ਗੱਲਾਂ ਕਰਦੇ ਹਾਂ, ਛੋਟੇ ਆਪਾਂ ਹੁੰਦਿਆਂ ਗੱਲਾਂ ਸੁਣਦਿਆਂ ਸੌਂ ਜਾਂਦੇ ਸੀਗੇ ਲਿਵਿੰਗ ਰੂਮ ਵਿੱਚ ਸੋਫੇ 'ਤੇ। ਜਦੋਂ ਸਵੇਰ ਨੂੰ ਉੱਠਣਾ, when we wake up in the morning, ਮੈਂ ਸਮਾਪਤੀ ਵਾਲੀ ਬਾਤ ਨੂੰ ਜਾਣ ਵਾਲਾ,
when we ਸਵੇਰ ਨੂੰ ਉੱਠੀਏ ਆਪਾਂ ਬੈੱਡ ਵਿੱਚ ਹੁੰਨੇ ਆ ਨਿਆਣੇ ਆਪਾਂ ਸਵੇਰ ਨੂੰ ਉੱਠਦੇ ਆਪਾਂ ਹੈ ਮੈਂ ਬੈੱਡ ਵਿੱਚ ਕਿਵੇਂ ਪਹੁੰਚ ਗਿਆ ਬਟ ਦਿਮਾਗ ਦੇ ਵਿੱਚ ਸਾਡੇ ਉਹੀ ਟੀਵੀ ਸ਼ੋਅ ਚੱਲਦਾ ਹੁੰਦਾ ਹੈ ਨਾ ਕਿ ਉਹ ਪਾਵਰ ਰੇਂਜ ਦਾ ਕੀ ਬਣਿਆ ਉਹ ਗੋਕੂ ਦਾ ਕੀ ਬਣਿਆ ਠੀਕ ਹੈ ਡਰੈਗਨ ਬਾਲ ਜ਼ੀ ਉਹਨੂੰ ਡਰੈਗਨ ਬਾਲ ਲੱਭ ਗਈ ਸੀ ਕਿ ਨਹੀਂ we need to know right so ਮਨ ਦੇ ਵਿੱਚ ਉਹੀ ਚੀਜ਼ਾਂ ਚੱਲ ਰਹੀਆਂ in the brain that means in the last 7 hours or 8 hours that we spoke ਸਾਡੇ ਮਨ ਨੇ ਉਹ ਸਾਡੇ subconscious mind ਠੀਕ ਹੈ ਇਹ held on to that thought ਉਸੇ ਚੀਜ਼ ਦੇ ਮਨ ਦੇ ਵਿੱਚ ਵਸਾਈ ਰੱਖਿਆ ਭਾਵ in one way ਉਸ ਚੀਜ਼ ਦਾ 8 ਘੰਟੇ ਜਾਪ ਕੀਤਾ ਆਪਾਂ ਨੀਂਦ ਵਿੱਚ ਉਹਦੇ ਹੀ ਸੁਪਨੇ ਆਏ ਹੋਣਗੇ ਗਾਂ ਉਹਦੇ ਸਵੇਰ ਨੂੰ ਉੱਠਦਿਆਂ ਵੀ ਉਹਦਾ ਖਿਆਲ ਆਇਆ when you read Sohila Sahib and you do your Simran right when you go to sleep and you hold that thought of Naam and Bani and Guru Sahib ਦੇ ਦਰਸ਼ਨ in your sleep ਹਾਂ ਮਹਾਰਾਜ ਦੇ ਦਰਸ਼ਨਾਂ ਵਿੱਚ ਵੀ ਮਹਾਰਾਜ ਦੀ ਤਾਂਗ ਜਾਪ ਕਰੋ ਸਿਮਰਨ ਕਰੋ I don't know if you guys have ever tried that's a different topic like the what is that dreaming called no what is that dreaming called no there's that dreaming no lucid dreaming there you go yeah it's like lucid dreaming it's like a thing I tried to do it like one time right ਪਰ ਕਹਿਣ ਦਾ ਮਤਲਬ ਤੁਸੀਂ ਆਪਣੇ ਆਪ ਨੂੰ ਅਵੇਅਰ ਰੱਖ ਕੇ ਨੀਂਦ ਵਿੱਚ ਵੀ ਸੁਪਨ ਅਵਸਥਾ ਵਿੱਚ ਵੀ ਜਾਗਰਤ ਰਹਿ ਕੇ ਤੁਸੀਂ ਆਪਣਾ ਮਨ ਚਲਾ ਸਕਦੇ ਆ ਮਤਲਬ ਚਲੋ ਪੱਛਮੀ ਜਿਹੜੇ ਹੈਗੇ ਆ ਵਿਗਿਆਨਕ ਉਹਨਾਂ ਨੇ ਆਪਣੇ ਜੋ ਖੋਜ ਕਰਕੇ ਆਪਣੀ ਚੀਜ਼ ਕੱਢੀ ਹੋਈ ਆ ਬਟ ਇਨ ਦੈਟ ਸੋਰਟ ਆਫ ਵੇ ਕਿ ਜਦੋਂ ਤੁਸੀਂ ਰਾਤ ਨੂੰ ਸੌਂਦੇ ਯੂ ਹੋਲਡ ਦੈਟ ਥਾਟ ਸਾਰੀ ਰਾਤ ਜਾਪ ਕੀਤਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੁਹਾਡਾ ਆਟੋਮੈਟਿਕਲੀ ਚਾਹ ਹੋਊਗਾ if you sleep with watching a video or a movie or a thought or checking Instagram ਜਾਂ ਕੰਮ ਦਾ ਕੰਮ ਕੀਤਾ ਘਰ ਦਾ ਕੰਮ ਕੀਤਾ then in the morning you won't have that thought either when you hold that amrit vela and you go throughout the day you'll notice you keep an environment within yourself ਜਦੋਂ ਤੁਸੀਂ ਕਿਤੇ ਕੰਮ ਤੇ ਜਾਨੀ using that thought over time ਮਨ ਉਸ ਰੂਪ ਵਿੱਚ ਹੀ ਘੜਿਆ ਜਾਂਦਾ ਕਿ ਜਿਹੜੀ ਤੁਸੀਂ ਉੱਥੇ ਕੰਮ ਤੇ ਵੀ ਭਾਵੇਂ ਵਕੀਲ ਦੇ ਤੌਰ ਤੇ ਵੀ ਬੋਲ-ਬਾਲ ਕਰਦੇ ਆ ਭਾਵੇਂ ਮੁਖ ਤੇ ਦੂਸਰਾ ਜਾਪ ਚੱਲ ਰਿਹਾ ਆ ਪਰ ਚਿੱਤ ਵਿੱਚ ਦੂਸਰਾ ਜਾਪ ਚੱਲ ਰਿਹਾ ਹੈ ਮੇਕ ਸੈਂਸ ਠੀਕ ਹੈ ਸੋ ਭਾਵੇਂ ਸੌਰੀ ਹਾਂ ਭਾਵੇਂ ਭਾਵੇਂ ਕਿਰਤ ਵਿੱਚ ਵੀ ਤੁਹਾਡੀ ਇੱਦਾਂ ਹੋਵੇ ਤੁਸੀਂ ਵਕੀਲ ਨੇ ਤੁਸੀਂ ਉੱਥੇ ਪਰ ਹਰੀ ਦਾ ਨਾਮ ਨਿਆਂ ਚੱਲ ਰਿਹਾ ਕੋਈ ਵੀ ਤੁਹਾਡੀ ਚੀਜ਼ ਗੁਰਬਾਣੀ ਮਨ ਵਿੱਚ ਵਸ ਗਈ ਆ ਗੁਰਬਾਣੀ ਪਹਿਲਾਂ ਮਿਹਨਤ ਕਰਕੇ ਮਨ ਵਿੱਚ ਵਸਾ ਦਿੱਤੀ ਆ when you're there as a lawyer or engineer doing your math calculations there as well you can see that same formula and you can say ਵਾਹ ਮਹਾਰਾਜ ਤੇਰੀ ਕੁਦਰਤ ਆ ਇੱਕ ਉਹਦੇ ਵਿੱਚ ਵੀ ਸਮੱਰਥਾ ਆ ਸਕਦੀ ਆ ਜਾਂ ਤੁਸੀਂ let's say you're like you're looking with the cases you're a police officer and you're there on day to day and you're dealing with all of the issues and you can there and you say man this world is a chikkad and you're reminding yourself that these people need naam ਤੁਹਾਡੇ ਮਨ ਦੇ ਵਿੱਚ ਆਪ ਪਰਮਾਤਮਾ ਦਾ ਚਿੱਤ ਮਹਾਰਾਜ ਇਹਨਾਂ ਵਿੱਚ ਵੀ ਤੁਸੀਂ ਵਸ ਰਹੇ ਆ ਇਹ ਕਿਵੇਂ ਆਪਣੇ you begin to see the picture of ਅਕਾਲ ਪੁਰਖ working through everybody ਕਿ ਉਹੀ ਰੂਪ ਜੋ ਦਿਸੈ ਸੋ ਤੇਰਾ ਰੂਪ no matter what job you're doing whatever you're doing you keep that status quo in the back of your mind that becomes the where your thoughts are born from ਫਿਰ ਉਸ ਤੋਂ ਬਾਅਦ when you're doing your kirt that lunch time you do your thoda bahta ਫਿਰ you do a little bit of 5-10 minutes of simran you take yourself back to ਜਦੋਂ ਜ਼ਿਆਦਾ when you feel yourself getting stuck then when you come in you Jara Sahib is there ਦਿਹਾੜੀ ਵਿੱਚ ਬਾਕੀ ਫਿਰ ਜਾਪ ਜਿਹੜੇ ਗੁਰਮੁਖਾਂ ਦੀ ਆਦਤ ਹੁੰਦੀ ਹੈ ਕੰਮ ਤੇ ਵੀ ਗੱਡੀ ਚਲਾਉਂਦੇ ਉਹਨਾਂ ਨੇ ਕੋਈ ਨਾ ਕੋਈ ਪੰਕਤੀ ਗਾਈ ਜਾਣੀ ਹੁੰਦੀ ਆ ਕੋਸ਼ਿਸ਼ ਇਹ ਕਰਿਆ ਕਰੋ ਜੇ ਤੁਸੀਂ ਦਿਹਾੜੀ ਦੀਆਂ 2 ਪੰਕਤੀਆਂ ਵੀ ਕੰਠ ਕਰ ਸਕਦੇ ਆ ਨਾ ਇਹ may all end off with this right ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਠੀਕ ਹੈ ਕਿ 2 ਪੰਕਤੀਆਂ ਵੀ ਤੁਸੀਂ ਦਿਹਾੜੀ ਦੀਆਂ ਕੰਠ ਕਰ ਸਕਦੇ ਆ you read them in the morning 25 ਵਾਰੀ ਤੁਸੀਂ ਉਹਦਾ ਜਾਪ ਕਰਨਾ then 10 ਵਾਰੀ ਉਹਦਾ ਲਿਖਣਾ ਫਿਰ ਇਕੱਲੇ ਲੱਗ ਤੁਸੀਂ ਦੇਖ ਕੇ ਕੰਠ ਯਾਦ ਕਰਨੀ ਉਹਦੇ ਅਰਥ ਪੜ੍ਹ ਲਓ ਇਹ ਬਸ 10 ਮਿੰਟਾਂ ਵਿੱਚ ਤੁਸੀਂ ਕਰ ਸਕਦੇ ਆ within 5-10 minutes you can do this read it 25 times write it 10-15 times read it again memorize it sing it a few times and then throughout the day ਤੁਸੀਂ ਉਹਦੇ ਜਾਪ ਕਰੀ ਜਾਣੇ ਆ ਹਾਂਜੀ and ਤੁਸੀਂ ਉਹਦੇ ਜਾਪ ਕਰੀ ਜਾਣੇ ਆ throughout the day evening ਦੇ ਵਿੱਚ ਫਿਰ ਉਹਦੇ ਬਾਰੇ 10-25 ਵਾਰੀ ਪਾਠ ਕਰ ਲਓ you'll have those 2 lines memorized you do 2 lines every single day by the end of the week you'll have a shabad memorized ਠੀਕ ਹੈ by the end of the week you'll have a shabad memorized by the end of the month you'll have 4 or 5 shabads memorized ठीक है by the maybe in a few months you might even actually have a bani memorized at the end of the year you'll have a few banis memorized in the course of 10-15 years how many banis will you memorize just by doing that for 5 minutes a day ਦੂਸਰੀ ਅਖੰਡ ਪਾਠ ਜੋ ਸਹਿਜ ਪਾਠ ਦੀ ਗੱਲ ਆ ਜੇ ਤੁਸੀਂ ਰੋਜ਼ ਦੇ ਠੀਕ ਹੈ ਜੇ ਤੁਸੀਂ
ਰੋਜ਼ ਦੇ ਤੁਸੀਂ 4 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਕਰਦੇ ਆ 4 ਅੰਗਸ ਐਵਰੀ ਸਿੰਗਲ ਡੇ, ਤੁਹਾਡੇ 1 ਸਾਲ ਵਿੱਚ ਸਹਿਜ ਪਾਠ ਪੂਰਾ ਹੋ ਜਾਊਗਾ। 4 ਅੰਗਸ ਕੁਛ ਵੀ ਨਹੀਂ ਹੁੰਦਾ, 4 ਅੰਗਸ, ਠੀਕ ਹੈ। ਇਹਦੇ ਵਿੱਚ ਜ਼ਿਆਦਾ ਆਪਾਂ ਇੰਸਟਾਗ੍ਰਾਮ ਸਵਾਈਪ ਕਰ ਲੈਂਦੇ ਆ, ਠੀਕ ਹੈ। 4 ਅੰਗਸ ਐਵਰੀ ਬਰਥਡੇ ਯੂ ਡੂ ਅ ਸਹਿਜ ਪਾਠ ਭੋਗ, ਜੇ ਹੋਰ ਕੁਛ ਨਹੀਂ ਹੁੰਦਾ। Normally, if you probably won't do 4, you can do 8 angs, you can do 10 angs, ठीक है? Do it every 6 months, 4 months. But even if you miss a day, you can make up for it. Aim for 4 angs a day, memorizing 2 ਪੰਗਤੀਆਂ out of those 4 angs, and throughout the day ਵੇਖੋ ਤੁਹਾਡੀ ਕਿਵੇਂ ਚੜ੍ਹਦੀ ਕਲਾ ਹੋਊਗੀ। It doesn't matter what you do throughout ਕਿਰਤ, ਗੁਰਬਾਣੀ is in your mind, ਹਾਥ ਪਾਉ ਕਰਕਾਮ ਸਭ ਚੀਤ ਨਿਰੰਜਨ ਨਾਲ। ਇੱਦਾਂ ਭਗਤ ਨਾਮਦੇਵ ਜੀ ਨੇ ਫਿਰ ਤ੍ਰਿਲੋਚਨ ਮੀਤ ਨੂੰ ਦੱਸਿਆ ਕਿ ਭਰਾ ਮੈਂ ਨਾਮ ਰਾਮ ਨੂੰ ਹੀ ਚੇਤੇ ਕਰ ਰਿਹਾ ਹਾਂ, ਠੀਕ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ ਜੀ। ਸਾਰੀ ਸੰਗਤ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।